ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀ ਅਤੇ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 8 ਦਸੰਬਰ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਵੀ ਸੁਣਦੇ ਹੋ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਵੱਲੋਂ। ਇਹਨਾਂ ਦੀ ਲੋਕੇਸ਼ਨ ਹੈ ਜੀ 24915104 ਐਵਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਤੁਸੀਂ ਹਰ ਤਰ੍ਹਾਂ ਦੇ ਅਕਾਊਂਟਸ ਅਤੇ ਟੈਕਸਿਸ ਦੇ ਲਈ ਤੁਸੀਂ ਇਹਨਾਂ ਨਾਲ 2535208886 ਦੇ ਉੱਤੇ ਸੰਪਰਕ ਕਰ ਸਕਦੇ ਹੋ। ਮੱਖਣ ਨਾਗਰਾ ਹੋਰਾਂ ਦਾ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ, ਜਿਹਦੀਆਂ 2 ਲੋਕੇਸ਼ਨਾਂ ਨੇ ਜੀ 23609 104 ਐਵਨਿਊ, ਕੈਂਟ ਅਤੇ ਡਾਊਨਟਾਊਨ 1520 ਬਰਾਡਵੇ, ਸੈਟਲ ਦੇ ਵਿੱਚ। ਤੁਸੀਂ ਇਹਨਾਂ ਤੋਂ ਕੈਟਰਿੰਗ ਕਰਵਾ ਸਕਦੇ ਹੋ, ਔਨਲਾਈਨ ਔਡਰ ਵੀ, ਡਿਲੀਵਰੀ ਮੰਗਾ ਸਕਦੇ ਹੋ ਅਤੇ ਡਾਈਨ ਇਨ ਵੀ ਕਰ ਸਕਦੇ ਹੋ। 2063531699 ਅਤੇ 2532467296 ਦੇ ਉੱਤੇ ਕਾਲ ਕਰੋ। ਵਰਜੀਨੀਆ ਦੇ ਸ਼ਹਿਰ ਮਨਾਸਸ ਦੇ ਵਿੱਚ ਬਹੁਤ ਹੀ ਜਾਣਿਆ ਪਹਿਚਾਣਿਆ ਨਾਂ ਜੀ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਦਾ। ਲੋਕੇਸ਼ਨ ਹੈ ਜੀ 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਤੇ। ਇਹਨਾਂ ਕੋਲ ਬੜੀਆਂ ਐਡਵਾਂਸ ਕਿਸਮ ਦੀਆਂ ਮਸ਼ੀਨਾਂ ਨੇ ਜੀ। ਤੁਸੀਂ ਜਿੱਥੋਂ ਅਲਾਈਨਮੈਂਟ ਅਤੇ 3X ਅਲਾਈਨਮੈਂਟ, ਆਇਲ ਚੇਂਜ, ਡੈਫ ਕਲੀਨਿੰਗ ਤੋਂ ਇਲਾਵਾ ਤੁਸੀਂ ਰੀਫਰ ਦੀ ਯੂਨਿਟ ਦੀ ਰਿਪੇਅਰ ਵੀ ਕਰਵਾ ਸਕਦੇ ਹੋ, ਗੈਸ ਰੀਫਿਲ ਵੀ ਕਰਾ ਸਕਦੇ ਹੋ। ਰੇਡੀਓ ਪੰਜਾਬ ਟੁਡੇ ਦਾ ਹਵਾਲਾ ਦੇ ਕੇ ਤੁਸੀਂ ਕਾਲ ਕਰੋ 8043728800 ਤੇ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨ ਐਵਨਿਊ, ਇੰਡੀਅਨੈਪੋਲਿਸ। ਪਰਮ ਦਾ ਨੰਬਰ ਹੈ ਜੀ 3179797205 ਜਾਂ ਬਾਈ ਜੱਸੀ ਨਾਲ 6612045818 ਦੇ ਉੱਤੇ ਕਾਲ ਕਰ ਲਓ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ 'ਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਪੰਜਾਬੀ ਦੇ ਵਿੱਚ ਡਿਸਪੈਚ ਕਰਦੇ ਨੇ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅੱਜ ਨਗਰ ਨਿਗਮ ਸਮੇਤ ਜੇ ਗੱਲ ਕਰੀਏ ਤਾਂ ਲਗਭਗ ਤਸਵੀਰ ਜਿਹੜੀ ਆ ਗੁਜਰਾਤ ਅਤੇ ਹਿਮਾਚਲ ਦੀ ਵੀ ਕਲੀਅਰ ਹੋ ਗਈ ਹੈ। ਆਪ ਦੀ ਜਿੱਤ ਹੋਈ ਹੈ। ਜੇ ਗੱਲ ਕਰੀਏ ਹਿਮਾਚਲ ਦੀ, ਕਹਿੰਦੇ ਉੱਥੇ ਖਾਤਾ ਵੀ ਨਹੀਂ ਖੁੱਲ੍ਹਦਾ ਨਜ਼ਰ ਆ ਰਿਹਾ, ਅਤੇ ਗੁਜਰਾਤ ਦੇ ਵਿੱਚ ਕਹਿੰਦੇ ਕਿ 12% ਦੇ ਨੇੜੇ ਤੇੜੇ ਵੋਟਾਂ ਲੈ ਗਏ ਆ। ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਉਹ ਇਸ ਗੱਲ ਨੂੰ ਤਸੱਲੀ ਦੇ ਰਹੇ ਹੈ ਕਿ ਜਿੱਤ ਮਾਇਨੇ ਨਹੀਂ ਰੱਖਦੀ, ਅਸੀਂ ਕੌਮੀ ਪਾਰਟੀ ਬਣ ਗਏ ਹਾਂ। ਦੇਖੋ, ਜਿੱਤ ਹੁੰਦੀ ਹੈ ਅਤੇ ਹਾਰ ਹੁੰਦੀ ਹੈ ਜੀ। ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਕੋਈ ਸ਼ੱਕ ਨਹੀਂ ਜੀ। ਜੇ ਆਪਾਂ ਦਿੱਲੀ ਨਗਰ ਨਿਗਮ ਦੀ ਗੱਲ ਕਰੀਏ ਤਾਂ ਪਿਛਲੇ 15 ਸਾਲਾਂ ਤੋਂ ਉਹਦੇ 'ਤੇ ਕਬਜ਼ਾ ਸੀ ਭਾਰਤੀ ਜਨਤਾ ਪਾਰਟੀ ਦਾ। ਹੁਣ ਜਿਹੜੀ ਹੈ ਨਗਰ ਨਿਗਮ ਇੱਕ ਹੈ ਜੀ। ਇਹ ਤੋਂ ਪਹਿਲਾਂ ਸੀਗੀਆਂ 3 ਨਗਰ ਨਿਗਮਾਂ, 3 ਕਾਰਪੋਰੇਸ਼ਨਾਂ ਸੀ ਦਿੱਲੀ ਦੀਆਂ ਜੀ। ਔਰ ਪਿਛਲੀ ਜੇ ਆਪਾਂ ਦੇਖੀਏ, ਪਿਛਲੀ ਵਾਰੀ ਜਿਹੜੀਆਂ ਚੋਣਾਂ ਹੋਈਆਂ ਸੀ 2017 'ਚ ਜੀ, ਉਦੋਂ ਉੱਥੇ 3 ਜਿਹੜੀਆਂ ਹੈਗੀਆਂ ਕਾਰਪੋਰੇਸ਼ਨਾਂ ਦੀਆਂ ਜੇ ਸੀਟਾਂ ਮਿਲਾ ਕੇ ਦੇਖੀਏ ਤਾਂ ਉਹ ਬਣਦੀਆਂ ਸੀ 272 ਜੀ। ਲੇਕਿਨ ਹੁਣ ਕਿਉਂਕਿ ਇੱਕੋ ਬਣਾਤੀ ਸੀ ਡੀਲਿਮੀਟੇਸ਼ਨ ਕਰਕੇ, ਅਤੇ ਹੁਣ ਉਹਦੇ 'ਚ ਸੀਟਾਂ ਰੱਖੀਆਂ ਸੀ ਇਹਨਾਂ ਨੇ 250 ਜੀ। ਜੇ ਆਪਾਂ ਆਮ ਆਦਮੀ ਪਾਰਟੀ ਦੀ ਸਥਿਤੀ ਦੇਖੀਏ ਤਾਂ ਆਮ ਆਦਮੀ ਪਾਰਟੀ ਨੇ ਪਹਿਲੀ ਇਲੈਕਸ਼ਨ ਲੜੀ ਹੈ 2013 'ਚ। ਉਹ ਤੋਂ ਪਹਿਲਾਂ ਜੀ ਇੱਕ ਕੰਪੇਨ ਚੱਲੀ ਸੀ, ਕੰਪੇਨ ਅਗੇਂਸਟ ਕਰਪਸ਼ਨ। ਨਾਂ ਦਿੱਤਾ ਸੀ ਕੰਪੇਨ ਅਗੇਂਸਟ ਕਰਪਸ਼ਨ, ਲੇਕਿਨ ਉਸ ਕੰਪੇਨ ਦੇ ਪਿੱਛੇ ਜੀ ਫੋਰਸਿਸ ਕਿਹੜੀਆਂ ਸੀ ਉਹ ਆਪਾਂ ਇੱਕ ਤੋਂ ਕਈ ਵਾਰ ਜ਼ਿਆਦਾ ਵਾਰੀ ਇਹ ਦੱਸ ਚੁੱਕੇ ਆ ਜੀ। ਪਰ ਕਿਉਂਕਿ ਨਵੀਂ ਗੱਲ ਹੈ ਤਾਂ ਫਿਰ ਨਵੀਂ ਗੱਲ ਦੱਸਣੀ ਪੈਂਦੀ ਹੈ। ਨਵੇਂ ਸਾਡੇ ਦਰਸ਼ਕ ਵੀ ਜੁੜਦੇ ਆ, ਸਾਡੇ ਸਰੋਤੇ ਵੀ ਜੁੜਦੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਅਸਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਕਰਪਸ਼ਨ ਦਾ ਬੋਲਬਾਲਾ ਸੀ, ਜਿਵੇਂ ਅੱਜ ਵੀ ਕਰਪਸ਼ਨ ਦਾ ਬੋਲਬਾਲਾ ਹੈ। ਕਰਪਸ਼ਨ ਨੂੰ ਕਦੇ ਕੋਈ ਘਾਟਾ ਨਹੀਂ ਪਿਆ ਨਾ। ਇੱਕ ਵਿਅਕਤੀ ਹੈ ਬਾਬਾ ਬੁੱਢਾ ਚੱਕਿਆ ਅੰਨਾ ਹਜ਼ਾਰੇ ਜੀ, ਉਹਨੂੰ ਉੱਥੋਂ ਲਿਆਂਦਾ ਚੱਕ ਕੇ ਮਹਾਰਾਸ਼ਟਰ ਦੇ ਵਿੱਚ ਉੱਤੇ ਦਿੱਲੀ ਲੈ ਆਂਦਾ। ਕਹਿੰਦੇ ਜੀ ਇਹ ਕਰਪਸ਼ਨ ਦੇ ਖਿਲਾਫ ਲੜਾਈ ਲੜਦਾ ਹੈ, ਕਿਉਂਕਿ ਪਹਿਲਾਂ ਉਹਨੇ ਹੇਠਲੇ ਪੱਧਰ ਦੇ ਉੱਤੇ ਕੁਝ ਲੜਾਈਆਂ ਲੜੀਆਂ ਸੀ ਅਤੇ ਪ੍ਰਾਪਤੀਆਂ ਕੀਤੀਆਂ ਸੀ, ਕਰਪਟ ਬੰਦਿਆਂ ਨੂੰ ਨੰਗੇ ਕੀਤਾ ਸੀ। ਔਰ ਜੰਤਰ ਮੰਤਰ ਦੇ ਵਿੱਚ ਆ ਕੇ ਉਹ ਬੰਦਾ ਭੁੱਖ ਹੜਤਾਲ 'ਤੇ ਬਹਿੰਦਾ, ਧਰਨੇ 'ਤੇ ਬਹਿੰਦਾ, ਬਰਤਨ ਵਗੈਰਾ ਵਾਲਾ ਸਿਲਸਿਲਾ ਵੀ ਸ਼ੁਰੂ ਹੁੰਦਾ ਹੈ ਜੀ। ਉਹਦੀ ਮੁਹਿੰਮ, ਕਿਉਂਕਿ ਲੋਕ ਅੱਕੇ ਪਏ ਸੀ, ਉਹਦੀ ਮੁਹਿੰਮ ਨੂੰ ਇੰਨਾ ਜ਼ਿਆਦਾ ਉਤਸ਼ਾਹ ਮਿਲਿਆ ਕਿ ਸਾਰਾ ਭਾਰਤ ਹੱਲ ਕੇ ਰਹਿ ਗਿਆ। ਡਿਮਾਂਡ ਉਹਦੀ ਇਹ ਸੀ ਕਿ ਲੋਕਪਾਲ ਬਣਾਇਆ ਜਾਵੇ, ਇੱਕ ਲੋਕਪਾਲ ਬਿੱਲ ਬਣਾਇਆ ਜਾਵੇ
ਜਿਹਦੇ ਤਹਿਤ ਹਰ ਬੰਦੇ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਸਕਦਾ, ਚਾਹੇ ਉਹ ਸੰਤਰੀ ਹੈ ਤੇ ਚਾਹੇ ਉਹ ਮੰਤਰੀ ਹੈ, ਜੀ, ਚਾਹੇ ਉਹ ਪ੍ਰਧਾਨ ਮੰਤਰੀ ਹੈ ਤੇ ਚਾਹੇ ਉਹ ਕਿੱਡਾ ਹੀ ਵੱਡਾ ਬਿਊਰੋਕਰੇਟ ਕਿਉਂ ਨਾ ਹੋਵੇ, ਉਹਨੂੰ ਲੈ ਲਿਆ ਜਾਵੇ। ਤੇ ਦਾਨੇਵਾਲੀਆ ਸਾਹਿਬ, ਫਿਰ ਤੁਹਾਨੂੰ ਪਤਾ ਉਸ ਵੇਲੇ ਜੀ, ਰਾਤ ਨੂੰ ਪਾਰਲੀਮੈਂਟ ਜੁੜੀ ਸੀ ਤੇ ਰਾਤ ਨੂੰ ਉਹ ਲੋਕਪਾਲ ਬਿੱਲ ਪਾਸ ਕਰਤਾ ਲੇਕਿਨ ਲਾਗੂ ਨਹੀਂ ਹੋਇਆ ਅਜੇ ਤੱਕ ਜਿਵੇਂ ਲਾਗੂ ਹੋਣਾ ਚਾਹੀਦਾ ਸੀ। ਜੀ, ਉਦੋਂ ਇਹ ਲੱਗਦਾ ਸੀਗਾ ਕਿ ਇੱਕ ਜਿਹੜੀ ਹੈਗੀ ਹੈ ਮੁਹਿੰਮ ਹੈ, ਔਰ ਇਹ ਮੁਹਿੰਮ ਜਿਹੜੀ ਹੈ ਮੁਲਕ ਦੇ ਵਿੱਚੋਂ ਕਰਪਸ਼ਨ ਨੂੰ ਖਤਮ ਕਰੂਗੀ। ਪਰ ਜੇ ਹੁਣ ਸਹੀ ਮਾਇਨੇ 'ਚ ਦੇਖੀਏ, ਉਸ ਮੁਹਿੰਮ ਦੇ ਪਿੱਛੇ ਸੀ RSS। ਜੀ, ਤੇ RSS ਨੇ ਜਿਸ ਢੰਗ ਦੇ ਨਾਲ ਉੱਥੇ ਆਪਣੀ ਘੁਸਪੈਠ ਕੀਤੀ, ਜੀ, ਔਰ ਘੁਸਪੈਠ ਕਰਕੇ ਉਹਨਾਂ ਨੇ ਆਪਣਾ ਇੱਕ ਉੱਲੂ ਸਿੱਧਾ ਕੀਤਾ। 2014 ਦੀ ਪਾਰਲੀਮੈਂਟ ਦੀ ਚੋਣ ਆਉਂਦੀ ਹੈ ਜੀ, ਤੇ 2014 ਦੀ ਪਾਰਲੀਮੈਂਟ 'ਚ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜਾਂ UPA 2 ਦੀ ਸਰਕਾਰ ਦਾ ਭੋਗ ਪੈ ਗਿਆ ਤੇ ਨਰਿੰਦਰ ਮੋਦੀ ਸਾਹਿਬ ਆ ਗਏ। ਜੀ, ਲੇਕਿਨ ਵਿੱਚ ਜਿਹੜਾ ਪੀਰੀਅਡ ਹੈ, ਉਹ ਪੀਰੀਅਡ ਸੀਗਾ ਇੱਕ ਨਵੀਂ ਪਾਰਟੀ ਦੇ ਹੋਂਦ ਵਿੱਚ ਆਉਣ ਦਾ। ਜੀ, ਤੇ ਨਵੀਂ ਪਾਰਟੀ ਫਿਰ ਆ ਗਈ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ। ਤੇ ਬਣਾਉਣ ਵਾਲੇ ਬੰਦੇ ਕੌਣ ਸੀ? ਮੋਦੀ ਉਹਦੇ ਕੇਜਰੀਵਾਲ ਸੀ, ਪਰ ਉਹਨਾਂ ਦੇ ਨਾਲ ਕੁਝ ਹੋਰ ਲੋਕ ਵੀ ਸੀਗੇ। ਜੀ, ਉਹ ਜਦੋਂ ਪਾਰਟੀ ਹੋਂਦ ਵਿੱਚ ਆ ਗਈ, ਕਿਹਾ ਜਾਂਦਾ ਹੈ, ਪਤਾ ਨਹੀਂ ਵੀ ਇਹ ਸੱਚ ਸੀ ਕਿ ਅੰਦਰੋਂ ਕਿਹਾ ਜਾਂਦਾ ਸੀ, ਦਿਲੋਂ ਕਿਹਾ ਜਾਂਦਾ ਸੀ ਕਿ ਉੱਤੋਂ ਕਿ ਅੰਨਾ ਹਜ਼ਾਰੇ ਦੇ ਹੱਕ ਵਿੱਚ ਨਹੀਂ ਸੀ, ਲੇਕਿਨ ਉਹ ਪਾਰਟੀ ਬਣ ਗਈ। ਹੁਣ ਉਹਨੂੰ ਪਾਰਟੀ ਨੂੰ ਬਣਾਉਣ ਦਾ ਮਕਸਦ ਕੀ ਸੀ? ਮੇਰਾ ਮੰਨਣਾ ਹੈ ਕਿ ਮਕਸਦ ਇਹ ਸੀ ਕਿ ਇਸ ਦੇਸ਼ ਦੇ ਵਿੱਚ 2 ਪਾਰਟੀ ਸਿਸਟਮ ਹੋਵੇ ਜੀ, ਔਰ ਦੋਨੋਂ ਹੀ ਪਾਰਟੀਆਂ ਜਿਹੜੀਆਂ ਸੈਕੂਲਰਿਜ਼ਮ ਦੀ ਬਜਾਏ ਹਿੰਦੂਤਵ ਨੂੰ ਪਰਨਾਈਆਂ। ਇਹ ਜਿਹੜੀ ਹੁਣ ਇਲੈਕਸ਼ਨ ਹੋਈ ਹੈ ਦਿੱਲੀ ਦੀ, ਇਸ ਇਲੈਕਸ਼ਨ ਦੇ ਵਿੱਚ ਇਸ ਗੱਲ ਸਾਬਤ ਹੋ ਗਈ। ਇਸ ਇਲੈਕਸ਼ਨ ਦੇ ਵਿੱਚ ਮਾਰ ਕਿਹਨੂੰ ਪਈ ਹੈ? ਜੀ, 250 ਸੀਟਾਂ ਦੇ ਵਿੱਚੋਂ ਦਾਨੇਵਾਲੀਆ ਸਾਹਿਬ, ਆਮ ਆਦਮੀ ਪਾਰਟੀ ਲੈਂਦੀ ਹੈ 134 ਸੀਟਾਂ, ਜੀ, BJP ਲੈਂਦੀ ਹੈ 104, ਕਾਂਗਰਸ ਲੈਂਦੀ ਹੈ 9 ਤੇ ਹੋਰ ਲੈਂਦੇ ਆ 3। ਜੀ, ਹੁਣ ਜੇ ਆਪਾਂ ਇਹਨੂੰ ਥੋੜਾ ਜਿਹਾ ਪਿਛਾਂਹ ਜਾ ਕੇ ਦੇਖੀਏ, ਜਿਹੜੀ 2017 ਚ ਇਲੈਕਸ਼ਨ ਹੁੰਦੀ ਹੈ, ਜੀ, ਉਹਦੇ ਵਿੱਚ ਜਿਹੜੀਆਂ ਹੈਗੀਆਂ 48 ਸੀਟਾਂ ਮਿਲਦੀਆਂ ਆਮ ਆਦਮੀ ਪਾਰਟੀ ਨੂੰ। ਜੀ, ਤੇ ਵੋਟ ਪਰਸੈਂਟੇਜ ਕਿੰਨਾ ਮਿਲਦਾ ਜੀ? 25.08। ਇਹ ਵੋਟ ਪਰਸੈਂਟੇਜ ਹੈ, ਉਹਨਾਂ ਦਾ ਸ਼ੇਅਰ ਹੈ। ਹੁਣ ਮਿਲਦੀਆਂ 134 ਸੀਟਾਂ ਤੇ ਵੋਟ ਪਰਸੈਂਟੇਜ ਕਿੰਨਾ ਜੀ? 39.4। ਬਹੁਤ ਵਧ ਗਿਆ, ਬਹੁਤ ਵਧ ਗਿਆ। ਦੂਜੇ ਪਾਸੇ ਦੇਖੋ ਕਿ ਐਤਕੀ ਜਿਹੜੀਆਂ ਹੈਗੀਆਂ BJP ਨੂੰ ਮਿਲਦੀਆਂ 104, ਵੋਟ ਪਰਸੈਂਟੇਜ ਕਿੰਨਾ ਉਹਨਾਂ ਦਾ? ਉਹ ਆ 42.5%। ਦੂਜਿਆਂ ਨਾਲੋਂ ਜ਼ਿਆਦਾ ਹੋ ਗਿਆ, ਦੂਜਿਆਂ ਨਾਲੋਂ ਜ਼ਿਆਦਾ ਹੈ। ਤੇ 2017 ਦੇ ਵਿੱਚ ਉਹਨਾਂ ਦੇ ਕੋਲੇ 181 ਸੀਟਾਂ ਹੈ ਤੇ ਵੋਟ ਪਰਸੈਂਟੇਜ ਕਿੰਨਾ ਜੀ? 39.31%। ਜੀ, ਮਤਲਬ ਹੁਣ ਤੁਸੀਂ ਦੇਖੋ ਕਿ 39.31% ਜਿਹੜਾ ਹੈਗਾ ਇਹ 2017 ਚ ਹੈ ਤੇ 2022 ਦੇ ਵਿੱਚੋਂ ਵੱਧ ਕੇ ਬਣਦਾ 42.5%। ਜੀ, ਇਹਦਾ ਮਤਲਬ ਉਹਨਾਂ ਦਾ ਵੋਟ ਸ਼ੇਅਰ ਵੱਧ ਗਿਆ। ਆਮ ਆਦਮੀ ਪਾਰਟੀ ਦਾ ਵੀ ਵੱਧਦਾ ਤੇ BJP ਦਾ ਵੀ ਵੱਧ ਗਿਆ। BJP ਦੀ ਵੋਟ ਦੇ ਤੇ ਕੋਈ ਫਰਕ ਨਹੀਂ ਪਿਆ, ਵੋਟਾਂ ਤਾਂ ਉਹਦੀਆਂ ਵਧ ਗਈਆਂ, ਲੇਕਿਨ ਘਟੀਆਂ ਕਿਹਦੀਆਂ? ਜੀ, ਕਾਂਗਰਸ ਪਾਰਟੀ ਨੂੰ 2017 ਦੇ ਵਿੱਚ ਮਿਲਦੀਆਂ 30 ਸੀਟਾਂ ਜੀ ਤੇ ਵੋਟ ਪਰਸੈਂਟੇਜ ਕਿੰਨਾ ਜੀ? 21.02। ਜੀ, ਹੁਣ ਉਹਨਾਂ ਨੂੰ ਮਿਲਦੀਆਂ 9 ਸੀਟਾਂ ਤੇ ਵੋਟ ਪਰਸੈਂਟੇਜ ਕਿੰਨਾ ਜੀ? 11.68%। ਜੀ, ਲਗਭਗ 9.5 ਪੌਣੇ 10% ਜਿਹੜੀਆਂ ਵੋਟਾਂ ਉਹਨਾਂ ਦੀਆਂ ਘਟ ਗਈਆਂ। ਉਹ ਵੋਟਾਂ ਘਟ ਕੇ ਗਈਆਂ ਕਿਹਨੂੰ ਹੈ? ਜੀ, BJP ਨੂੰ ਥੋੜਾ ਜਿਹਾ ਫਰਕ ਉਹਦਾ ਹਿੱਸਾ ਗਿਆ, ਜ਼ਿਆਦਾ ਹਿੱਸਾ ਕਿਹਨੂੰ ਗਿਆ? ਆਮ ਆਦਮੀ ਪਾਰਟੀ ਨੂੰ। ਹੁਣ ਤੁਸੀਂ ਇਹ ਦੇਖੋ ਕਿ ਜਿਸ ਮਕਸਦ ਦੇ ਨਾਲ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ, ਉਹ ਮਕਸਦ ਪੂਰਾ ਹੋ ਰਿਹਾ ਕਿ ਨਹੀਂ ਹੋ ਰਿਹਾ? ਦਿੱਲੀ ਦੇ ਵਿੱਚੋਂ ਕਾਂਗਰਸ ਪਾਰਟੀ ਮਾਈਨਸ ਹੋ ਰਹੀ ਹੈ। ਜੇ ਆਮ ਆਦਮੀ ਪਾਰਟੀ ਵੱਧ ਰਹੀ ਹੈ ਤਾਂ ਕਾਂਗਰਸ ਦੀ ਕੀਮਤ ਤੇ ਵੱਧ ਰਹੀ ਹੈ, BJP ਦੀ ਤੇ ਵੱਧ ਰਹੀ ਹੈ। BJP ਤੇ ਕੋਈ ਅਸਰ ਹੀ ਨਹੀਂ। ਭਾਰਤ ਮੁਕਤ ਹੋ ਰਿਹਾ, ਕਾਂਗਰਸ ਮੁਕਤ ਭਾਰਤ ਵਾਲੇ ਪਾਸੇ ਨੂੰ ਹੋ ਰਿਹਾ। ਤੁਸੀਂ ਦੇਖੋ ਕਿ BJP ਜਿਹੜੀ ਹੈਗੀ ਹੈ, BJP ਕਾਂਗਰਸ ਯੁਕਤ ਭਾਰਤ ਬਣ ਰਹੀ ਹੈ। ਹਾਂ, ਕਿਉਂਕਿ ਪੰਜਾਬ ਦੇ ਵਿੱਚੋਂ ਆਪਾਂ ਦੇਖੋ, ਪੰਜਾਬ ਦੇ ਵਿੱਚੋਂ ਜਿੰਨੇ ਬੰਦਿਆਂ ਨੇ ਕਾਂਗਰਸ ਪਾਰਟੀ ਛੱਡੀ ਹੈ ਉਹ ਸਾਰੇ BJP ਚ ਗਏ। ਬਿਲਕੁਲ। ਜੇ ਆਪਾਂ ਵੱਡੇ ਵੱਡੇ ਲੀਡਰ ਦੇਖੀਏ ਵੱਖ-ਵੱਖ ਹਿੱਸਿਆਂ ਚੋਂ, ਵੱਖ-ਵੱਖ ਸਟੇਟਾਂ ਦੇ ਵਿੱਚੋਂ, ਦੇਸ਼ ਦੀਆਂ ਚੋਂ, ਜੇ ਉਹਨਾਂ ਨੇ ਕਾਂਗਰਸ ਪਾਰਟੀ ਛੱਡੀ, ਉਹ ਕਿੱਥੇ ਗਏ ਜੀ? ਉਹ BJP। ਜਿਹੜੇ ਕਹਿੰਦੇ ਸੀ ਕਿ ਇਹ ਵੱਖਰੀ ਨਿਆਰੀ ਪਾਰਟੀ ਹੈ ਜੀ, ਇਹਦਾ ਚਾਲ ਚਰਿੱਤਰ ਤੇ ਚਿਹਰਾ ਇੱਕ ਵੱਖਰਾ ਹੈ, ਇੱਕ ਵੱਖਰੀ ਨਿਆਰੀ ਪਾਰਟੀ ਹੈ, ਹੁਣ ਤਾਂ ਸਾਰੀ ਪਾਰਟੀ ਉਹੀ ਹੋਗੀ ਜਿਹੜੀ ਕਾਂਗਰਸ ਵਾਲੀ ਗੱਲ, ਕਾਂਗਰਸ ਵਾਲੀ। ਬਿਲਕੁਲ। ਔਰ ਜਿਹੜੀ ਆਮ ਆਦਮੀ ਪਾਰਟੀ ਪਿਓਰ ਹਿੰਦੂਤਵ ਵਾਲੇ ਪਾਸੇ ਜਾਂਦੀ ਹੈ। ਤੇ ਨਿਸ਼ਾਨੀਆਂ ਇਹਦੀਆਂ ਦੋ ਹੈ। ਪਹਿਲੀ ਨਿਸ਼ਾਨੀ ਤਾਂ ਇਹਦੀ ਇਹ ਹੈ ਕਿ ਜਦੋਂ ਸ਼ਾਹੀ ਇਮਾਮ ਨੇ ਦਿੱਲੀ ਦੇ ਵਿੱਚ ਫੈਸਲਾ ਕੀਤਾ ਸੀ ਵੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ, ਤੇ ਉਹਨਾਂ ਨੇ ਫਤਵਾ ਜਾਰੀ ਕਰਤਾ ਸੀ ਮੁਸਲਿਮ ਭਾਈਚਾਰੇ ਨੂੰ ਕਿ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਓ, ਤੇ ਅਰਵਿੰਦ ਕੇਜਰੀਵਾਲ ਨੇ ਕੀ ਕੀਤਾ ਸੀ? ਤੁਹਾਡੀਆਂ ਵੋਟਾਂ ਦੀ ਲੋੜ ਨਹੀਂ ਹੈਗੀ, ਸਾਡੀ ਪਾਰਟੀ ਸੈਕੂਲਰ ਪਾਰਟੀ, ਅਸੀਂ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ। ਪਰ ਉਹ ਤੋਂ ਬਾਅਦ ਉਹਨਾਂ ਨੇ ਜੋ ਕੁਛ ਦਿੱਲੀ ਦੇ ਵਿੱਚ ਹੋਇਆ,
ਚਾਹੇ ਤਬਲੀਗੀ ਜਮਾਤ ਦੇ ਉੱਤੇ ਜੀ ਤਸ਼ੱਦਦ ਹੋਇਆ, ਹੂੰ ਚਾਹੇ ਜਿਹੜਾ ਹੈਗਾ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਸ਼ਾਹੀਨ ਬਾਗ ਦੇ ਵਿੱਚ ਬੈਠੇ ਲੋਕ ਸੀਗੇ, ਜੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਜਾਂ ਦਿੱਲੀ ਦੇ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ, ਹੂੰ ਉਹਨਾਂ ਸਾਰਿਆਂ ਦੇ ਵਿੱਚ ਕੁੱਟੇ ਵੀ ਗਏ, ਲੁੱਟੇ ਵੀ ਗਏ, ਮੁਸਲਮਾਨ ਗਏ ਲੁੱਟੇ ਕੁੱਟੇ ਗਏ, ਤੇ ਪਰਚੇ ਕੀਤੇ ਹੋਏ ਉਹ ਵੀ ਉਹਨਾਂ ਤੇ। ਜੀ ਤੇ ਉੱਥੇ ਸੈਕੂਲਰ ਕਹਾਉਣ ਵਾਲੇ ਬੰਦੇ ਨੇ ਇੱਕ ਲਫ਼ਜ਼ ਵੀ ਉਹਨਾਂ ਦੇ ਹੱਕ ਵਿੱਚ ਨਹੀਂ ਸੀ ਬੋਲਿਆ। ਹੂੰ ਇੱਥੋਂ ਤੱਕ ਕਿ ਇੱਕ ਕਾਉਂਸਲਰ ਆਮ ਆਦਮੀ ਪਾਰਟੀ ਦਾ ਸੀ, ਜੀ ਉਹਨੂੰ ਫੜ ਕੇ ਅੰਦਰ ਦਿੱਤਾ, ਉਹਦੇ ਹੱਕ ਵਿੱਚ ਵੀ ਕੋਈ ਨਹੀਂ ਸੀ ਬੋਲਿਆ। ਛੱਡ ਦਿਓ, ਆਪਾਂ ਕਹਾਂਗੇ ਵੀ ਉਹ ਲੱਠਮਾਰ ਹੋ ਸਕਦਾ ਹੈ, ਜੀ ਉਹ ਬਦਮਾਸ਼ ਹੋ ਸਕਦਾ, ਸਾਰਾ ਕੁਝ ਹੋਇਆ। ਦਿੱਲੀ ਦੇ ਵਿੱਚ ਮੁਸਲਮਾਨ ਮਾੜੇ ਹੋਣਗੇ, ਪਰ 2002 ਦੇ ਵਿੱਚ ਗੁਜਰਾਤ ਦੇ ਵਿੱਚ ਹੁੰਦੇ ਹੈ ਦੰਗੇ। ਜੀ ਮੈਂ ਇਹਨੂੰ ਦੰਗੇ ਨਹੀਂ ਮੰਨਦਾ, ਜਿਵੇਂ 1984 ਵਾਲਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਹੜਾ ਸਿੱਖ ਕਤਲੇਆਮ ਹੋਇਆ ਸੀ, ਅਸਲ ਦੇ ਵਿੱਚ ਉਹ ਵੀ ਇੱਕ ਗੁਜਰਾਤ ਦੇ ਵਿੱਚ ਮੁਸਲਿਮ ਕਤਲੇਆਮ ਸੀ। ਜੀ ਬੜੇ ਸਬੂਤ ਉਹਦੇ ਪਏ ਹੈ, ਬੜੀਆਂ ਇਨਕੁਆਰੀਆਂ ਪਈਆਂ, ਬੜੀਆਂ ਰਿਪੋਰਟਾਂ ਪਈਆਂ, ਜਿਹਦੇ ਵਿੱਚ ਉਹ ਗੱਲ ਸਾਬਤ ਹੁੰਦੀ ਹੈ ਕਿ ਉਹਨਾਂ ਨੂੰ ਸਬਕ ਸਿਖਾਉਣਾ ਹੈ। ਅਸੈਂਬਲੀ ਦੀ ਕਾਰਵਾਈ ਦੇ ਵਿੱਚ ਇਹ ਹੈ ਕਿ ਥੋੜਾ ਬਹੁਤਾ ਕੁਛ ਨਾ ਕੁਛ ਹੋਣ ਦਿਓ, ਜੀ ਗੁੱਬ ਗਵਾਟ ਲੋਕਾਂ ਨੂੰ ਕੱਢ ਲੈਣ ਦਿਓ। ਇਹ ਗੱਲਾਂ ਵੀ ਆ ਗਈਆਂ। ਗੁਜਰਾਤ ਫਾਈਲਸ ਵਾਲੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਲੱਭਤਾਂ ਰਾਣਾ ਅਜੂਬ ਦੀਆਂ, ਉਹ ਵੀ ਸਾਰਾ ਕੁਛ ਬੋਲਦੀਆਂ। ਜੀ ਤੇ ਦਾਨੇਵਾਲੀਆ ਸਾਹਿਬ ਜਮਾ ਐਨ ਅਖੀਰ ਹੋ ਗਈ ਜਦੋਂ ਇੱਕ ਮੁਸਲਿਮ ਜਿਹੜਾ ਹੈਗਾ ਕਾਫਲਾ ਉਹ ਜਾ ਰਿਹਾ ਆਪਣੇ ਘਰਾਂ ਚੋਂ ਨਿਕਲਦਾ, ਰਸਤੇ ਦੇ ਵਿੱਚ ਉਹਨਾਂ ਨੂੰ ਘੇਰਿਆ ਜਾਂਦਾ ਹੈ, ਉਹਨਾਂ ਦੇ ਉੱਤੇ ਕਹਿਰਾਂ ਦਾ ਤਸ਼ੱਦਦ ਹੁੰਦਾ ਹੈ, ਜੀ ਕਈ ਸਾਰੇ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਜਿਹੜੀਆਂ ਲੇਡੀਜ਼ ਹੈ ਉਹਨਾਂ ਨੂੰ ਰੇਪ ਕੀਤਾ ਜਾਂਦਾ ਹੈ। ਦੱਸੋ। ਔਰ ਰੇਪ ਕਿਹੋ ਜਿਹਾ ਕਿ ਇੱਕ ਪ੍ਰੈਗਨੈਂਟ ਔਰਤ ਹੈ, ਉਹਦੀ 3 ਸਾਲਾਂ ਦੀ ਬੱਚੀ ਹੈ, 3 ਸਾਲਾਂ ਦੀ ਬੱਚੀ ਨੂੰ ਧਰਤੀ ਤੇ ਪਟਕਾ ਕੇ ਮਾਰਿਆ ਜਾਂਦਾ ਹੈ। ਪ੍ਰੈਗਨੈਂਟ ਔਰਤ ਜਿਹਦਾ ਨਾਮ ਬਿਲਕਿਸ ਬਾਨੋ ਹੈ, ਜੀ ਉਹਨੂੰ ਰੇਪ ਕੀਤਾ ਜਾਂਦਾ ਹੈ। ਉਹਦੀ ਸੱਸ ਨੂੰ ਰੇਪ ਕਰਨ ਦੀ ਗੱਲ ਆਉਂਦੀ ਹੈ, ਉਹਦੀ ਮਾਂ ਨੂੰ ਰੇਪ ਕੀਤਾ ਜਾਂਦਾ, ਉਹਦੀਆਂ ਭੈਣਾਂ ਨੂੰ ਰੇਪ ਕੀਤਾ ਜਾਂਦਾ ਹੈ, ਔਰ 8-9 ਬੰਦਿਆਂ ਦੇ ਕਤਲ ਹੁੰਦੇ ਹੈ। ਜੀ ਬੜੀ ਮੁਸ਼ਕਿਲ ਦੇ ਨਾਲ ਉੱਥੇ ਉਹਨੂੰ ਕੋਈ ਇਨਸਾਫ ਨਹੀਂ ਮਿਲਦਾ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਦਾ ਹੈ। ਸੁਪਰੀਮ ਕੋਰਟ CBI ਨੂੰ ਦਿੰਦੀ ਹੈ। CBI ਨੂੰ ਨਾਲੇ ਟ੍ਰਾਇਲ ਚੇਂਜ ਕੀਤੀ ਜਾਂਦੀ ਹੈ ਕਿ ਗੁਜਰਾਤ ਦੇ ਵਿੱਚ ਫੇਅਰ ਟ੍ਰਾਇਲ ਨਹੀਂ ਹੋਊਗੀ, ਇਹ ਜਾਊਗੀ ਮਹਾਰਾਸ਼ਟਰ 'ਚ। ਜੀ ਬੰਬੇ ਦੇ ਵਿੱਚ ਟ੍ਰਾਇਲ ਹੁੰਦੀ ਹੈ। ਤੇ ਹੁੰਦਾ ਕੀ ਹੈ ਕਿ ਉਹਨਾਂ ਬੰਦਿਆਂ ਨੂੰ 11-12 ਬੰਦਿਆਂ ਨੂੰ ਉਮਰ ਕੈਦ ਹੁੰਦੀ ਹੋ ਜਾਂਦੀ। ਉਹ ਬੰਦੇ ਉਮਰ ਕੈਦ 'ਚ ਜਾਂਦੇ ਹੈ। ਉਮਰ ਕੈਦ ਕੱਟੀ ਕਿੱਥੇ ਜਾਂਦੀ ਹੈ? ਉਮਰ ਕੈਦ ਕੱਟੀ ਜਾਂਦੀ ਹੈ ਗੁਜਰਾਤ ਦੇ ਵਿੱਚ, ਗੁਜਰਾਤ 'ਚ। ਔਰ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ। 1000 ਦਿਨਾਂ ਦੀ ਪੈਰੋਲ ਬੰਦੇ ਕੱਟਦੇ ਹੈ। ਜੀ ਆਪਦੀ ਮਰਜ਼ੀ ਨਾਲ ਜੇਲ੍ਹ ਚੋਂ ਨਿਕਲ ਤਾਂ ਜਾਂਦੇ ਕਾਨੂੰਨ ਮੁਤਾਬਕ, ਤੇ ਆਉਂਦੇ ਆਪਦੀ ਮਰਜ਼ੀ ਨਾਲ, ਉਹਨਾਂ ਤੇ ਕੋਈ ਅਸਰ ਨਹੀਂ। ਤੇ 15 ਅਗਸਤ ਨੂੰ ਜੀ ਜਦੋਂ ਔਰਤਾਂ ਦੀ ਸੁਰੱਖਿਆ ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਕਰਦੇ ਤੇ ਉਹਨਾਂ ਦੀ ਸਨਮਾਨ ਦੀ ਗੱਲ ਕਰਦੇ, ਉਸੇ ਵੇਲੇ ਉਹ ਜਿਹੜੇ ਹੈਗੇ ਬਿਲਕਿਸ ਬਾਨੋ ਦੇ ਦੋਸ਼ੀ ਹੈ ਜਿਹੜੇ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ। ਕਹਿੰਦੇ ਕਿਉਂ? ਕਹਿੰਦੇ ਜੀ ਕਿਸੇ ਬੰਦੇ ਨੇ ਉਹਨਾਂ 'ਚੋਂ ਪਟੀਸ਼ਨ ਪਾਤੀ ਸੁਪਰੀਮ ਕੋਰਟ 'ਚ ਕਿ ਜੀ 1992 ਵਾਲੀ ਜਿਹੜੀ ਪਾਲਿਸੀ ਹੈ ਉਹਦੇ ਮੁਤਾਬਕ ਮੇਰੀ ਤੱਕ ਸਜ਼ਾ ਪੂਰੀ ਹੁੰਦੀ ਹੈ। ਜੀ ਤੇ ਮਾਣਯੋਗ ਸੁਪਰੀਮ ਕੋਰਟ ਨੇ ਇਹ ਨਹੀਂ ਦੇਖਿਆ ਕਿ ਕੇਸ ਕਿੱਥੇ ਚੱਲਿਆ। ਮਾਣਯੋਗ ਸੁਪਰੀਮ ਕੋਰਟ ਨੇ ਕਹਿੰਦਾ ਠੀਕ ਹੈ ਜੀ, ਜੇ ਪਾਲਿਸੀ ਹੈਗੀ ਤਾਂ ਗੁਜਰਾਤ ਸਰਕਾਰ ਇਹ ਤੇ ਫੈਸਲਾ ਲੈ ਸਕਦੀ ਹੈ। ਗੁਜਰਾਤ ਸਰਕਾਰ ਨੇ ਦੱਸਿਆ ਤੱਕ ਨਹੀਂ ਸੁਪਰੀਮ ਕੋਰਟ ਨੂੰ ਕਿ ਇਹਦੀ ਟ੍ਰਾਇਲ ਤਾਂ ਬੰਬੇ 'ਚ ਹੋਈ ਹੈ। ਬੰਬੇ 'ਚ ਹੋਈ, ਹਾਂ। ਇਹਦੀ ਟ੍ਰਾਇਲ ਜਿਹੜੀ ਹੈਗੀ ਹੈ ਗੁਜਰਾਤ, ਇਹਦੀ ਜਿਹੜੀ ਤਫਤੀਸ਼ ਹੈ ਗੁਜਰਾਤ ਪੁਲਿਸ ਨੇ ਨਹੀਂ ਕੀਤੀ, ਉਹ CBI ਨੇ ਕੀਤੀ ਹੈ। ਔਰ ਜੇ ਉੱਥੇ ਤਾਂ ਆਪਣਾ ਲਾਗੂ ਹੋਊਗਾ, ਕੈਦ ਭਾਵੇਂ ਉਹ ਗੁਜਰਾਤ 'ਚ ਕੱਟਦੇ ਹੈ, ਉਹ ਤਾਂ ਉਹ ਕਾਨੂੰਨ ਲੱਗਣਾ ਚਾਹੀਦਾ। ਹੁਣ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਅਪੀਲ ਗਈ ਹੈ, ਇਹ ਗੱਲਾਂ ਸਾਰੀਆਂ ਜਿਹੜੀਆਂ ਮੈਂ ਕਰ ਰਿਹਾ ਸੁਪਰੀਮ ਕੋਰਟ ਦੇ ਵਿੱਚ ਹੋਈਆਂ। ਪਰ ਇਲੈਕਸ਼ਨ ਹੋ ਰਹੀ ਸੀ ਜੀ, ਕਾਂਗਰਸ ਪਾਰਟੀ ਦੇ ਲੋਕ ਵੀ ਬੋਲਦੇ ਸੀ, ਦੂਜੀਆਂ ਪਾਰਟੀਆਂ ਵਾਲੇ ਵੀ ਬੋਲਦੇ ਸੀ। BJP ਨੇ ਤਾਂ ਬੋਲਣਾ ਕੀ ਸੀ? ਜੇ ਕੋਈ ਨਹੀਂ ਬੋਲਿਆ ਤਾਂ ਉਹ ਕਦੀ ਆਮ ਆਦਮੀ ਪਾਰਟੀ ਬੋਲੀ। ਸੋ ਕੁੱਲ ਮਿਲਾ ਕੇ ਜੇ ਹੁਣ ਆਪਾਂ ਦੇਖੀਏ ਕਿ ਜਿਸ ਮਕਸਦ ਦੇ ਨਾਲ ਆਮ ਆਦਮੀ ਪਾਰਟੀ ਬਣਾਈ ਸੀ, 2 ਪਾਰਟੀ ਸਿਸਟਮ ਤੇ ਦੋਨੇ ਹਿੰਦੂਤਵ ਨੂੰ ਪਰਨਾਈਆਂ, ਉਹ ਗੱਲ ਉਹ ਸਪਸ਼ਟ ਸਾਫ਼ ਹੋ ਗਈ। ਲਓ ਜੀ, ਹੁਣ ਜਿੱਤ ਗਈ, ਮੁਬਾਰਕ ਹੋਵੇ। ਗੱਲ ਇਹ ਦਾਨੇਵਾਲੀਆ ਸਾਹਿਬ ਕਿ ਆਮ ਆਦਮੀ ਪਾਰਟੀ ਜਿੱਤ ਗਈ, ਸੀਟ ਉਹਨਾਂ ਨੂੰ ਵੋਟਾਂ ਵੀ ਵੱਧ ਮਿਲ ਗਈਆਂ, ਉਹਨਾਂ ਨੂੰ ਸੀਟਾਂ ਵੀ ਮਿਲ ਗਈਆਂ, ਲੇਕਿਨ BJP ਕਮਜ਼ੋਰ ਨਹੀਂ ਹੋਈ ਨਾ। ਠੀਕ ਹੈ ਨਾ। ਅੱਗੇ ਗੱਲ ਹੁਣ ਜਿਹੜੀ ਜਿਸ ਆਧਾਰ ਦੇ ਉੱਤੇ ਇਹਨਾਂ ਨੇ ਵੋਟਾਂ ਲਈਆਂ, ਇਹਨਾਂ ਨੇ ਵੋਟਾਂ ਇਹ ਕਹਿ ਕੇ ਲਈਆਂ ਸੀ ਕਿ ਇੱਥੇ ਵੱਡੇ ਕੂੜੇ ਦੇ ਜਿਹੜੇ ਹੈਗੇ ਪਹਾੜ ਲੱਗੇ ਪਏ ਹੈ, ਅਸੀਂ ਇਹਨਾਂ ਨੂੰ ਦੂਰ ਕਰ ਦਿਆਂਗੇ, ਟ੍ਰੈਫਿਕ ਅਸੀਂ ਦੂਰ ਕਰ ਦਿਆਂਗੇ, ਸਾਡੇ ਕੋਲੇ ਪੂਰਾ ਪ੍ਰਬੰਧ ਨਹੀਂ ਸੀ, ਤੁਸੀਂ ਪ੍ਰਬੰਧ ਦੇ ਦਿਓ ਜੀ। ਇਹਨਾਂ ਨੇ ਤਾਂ ਕੀਤਾ ਕੁਛ ਨਹੀਂ। ਗੰਗਾ ਦੇ ਪਾਣੀ ਦੀ ਸਫਾਈ ਦੀ ਗੱਲ ਆਉਂਦੀ ਹੈ, ਸਾਰੇ ਪ੍ਰੋਮਿਸ ਕਰ ਲਈ। ਹੁਣ ਸਵਾਲ ਇਹ ਹੈ ਕਿ ਅਗਲਾ ਜਿਹੜਾ ਹੈਗਾ 2024 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਪ੍ਰੋਮਿਸਿਸ ਨੂੰ ਇਹ ਕਿੰਨਾ ਕੁ ਜਿਹੜਾ ਹੈਗਾ ਪੂਰਾ ਕਰਦੇ ਹੈ। ਜੇ ਪੂਰਾ ਨਹੀਂ ਕਰਦੇ ਤੇ ਉਹਦਾ ਬੈਨੀਫਿਟ ਕਿਹਨੂੰ ਹੋਊਗਾ? ਕਾਂਗਰਸ ਪਾਰਟੀ ਤਾਂ ਸਾਫ਼ ਹੋ ਗਈ ਉਥੋਂ, ਉਹਦਾ ਬੈਨੀਫਿਟ ਨੈਚੁਰਲੀ ਹੈ BJP ਨੂੰ ਮਿਲੂਗਾ। ਤੇ ਜਿਹੜਾ ਮਕਸਦ ਤਾਂ ਫਿਰ ਉੱਥੇ ਹੀ ਹੋ ਗਿਆ ਕਿ ਪਾਰਲੀਮੈਂਟ ਦੇ ਵਿੱਚ ਕੌਣ ਹੋਵੇ ਤੇ ਅਸੈਂਬਲੀਆਂ ਦੇ ਵਿੱਚ ਕੌਣ ਹੋਵੇ। ਵੈਸੇ ਵੀ ਦਿੱਲੀ ਦਾ ਕਰੈਕਟਰ ਜਦੋਂ ਆਪਾਂ ਦੇਖਦੇ ਹਾਂ ਕਿ ਮਿਊਨਿਸਪਲ
ਜਿਹੜੀਆਂ ਆਪਣੀਆਂ ਕਾਰਪੋਰੇਸ਼ਨ ਹੈ ਉੱਥੇ ਬੀਜੇਪੀ ਜਿੱਤਦੀ ਰਹੀ ਹੈ। ਅਸੈਂਬਲੀਆਂ ਦੇ ਵਿੱਚ ਕੇਜਰੀਵਾਲ, ਜੀ ਕੇਂਦਰ ਦੇ ਵਿੱਚ ਨਰਿੰਦਰ ਮੋਦੀ, ਜੀ। ਹੁਣ ਅਸੈਂਬਲੀ ਵੀ ਇਹਨਾਂ ਲੋਕਲ ਬਾਡੀਜ਼ ਵੀ ਇਹਨਾਂ ਕੋਲੇ ਆ ਗਈ। ਅਗਾਂਹ ਦੇਖੋ ਕਿ ਜਿਹੜੀਆਂ ਜਿਵੇਂ 7 ਸੀਟਾਂ ਪਹਿਲਾਂ ਹੁੰਦੀਆਂ, ਮੈਨੂੰ ਖਦਸ਼ਾ ਇਹ ਹੋਈ ਹੈ ਕਿ ਲਗਭਗ ਉਹੀ ਕੁਛ ਉੱਥੇ ਦੁਹਰਾਇਆ ਜਾਊ। ਖੈਰ ਜੀ ਹੋਇਆ ਇਹੀ ਕੁਛ। ਆਪਾਂ ਗੁਜਰਾਤ ਦੀ ਗੱਲ ਕਰ ਲਈਏ, ਗੁਜਰਾਤ ਦੇ ਵਿੱਚ ਬੜੀ ਵੱਡੀ ਮੈਜੋਰਿਟੀ ਨਾਲ ਇਸ ਵੇਲੇ ਜਿੱਤਿਆ ਨਰਿੰਦਰ ਮੋਦੀ ਦੇ ਆਪਣੇ ਮੁੱਖ ਮੰਤਰੀ ਹੁੰਦਿਆਂ ਵੀ ਉਹਨਾਂ ਨੂੰ ਇੰਨੀਆਂ ਸੀਟਾਂ ਤੇ ਵੋਟਾਂ ਨਹੀਂ ਸੀ ਮਿਲੀਆਂ ਜਿੰਨੀਆਂ ਹੁਣ ਐਤਕੀ ਉਹਨਾਂ ਨੂੰ ਮਿਲੀਆਂ। ਉਹ ਜਿੱਤ ਰਹੇ। ਆਪਾਂ ਕੱਲ ਨੂੰ ਵਿਸਥਾਰ ਨਾਲ ਗੱਲ ਕਰਾਂਗੇ ਕਿੰਨੀਆਂ ਵੋਟਾਂ ਕਿਹਨੂੰ ਪਈਆਂ, ਕਿਹਦੀਆਂ ਪਈਆਂ, ਪਰ ਉਹ ਜਿੱਤ ਰਹੇ ਜੀ। ਉਹਨਾਂ ਦੇ ਜਿੱਤਣ ਦੇ ਨਾਲ ਅਗਲੀ ਜਿਹੜੀ ਆਉਂਦੀ ਹੈ ਕਾਰਵਾਈ ਕਿ ਜਿਤਾਉਣ ਦੇ ਵਿੱਚ ਯੋਗਦਾਨ ਕਿਹਦਾ ਹੈ। ਉੱਥੇ ਤੁਸੀਂ ਦੇਖੋ ਕਿ ਜਿਹੜੀਆਂ ਦੋਨੇ ਧਿਰਾਂ, ਦੋਨਾਂ ਭਾਈਚਾਰਿਆਂ ਦੀਆਂ ਕੱਟੜ ਧਿਰਾਂ, ਉਹਨਾਂ ਦਾ ਯੋਗਦਾਨ ਹੈ ਜੀ। ਮਿਸਟਰ ਓਬੈਸੀ ਹੈ, ਹੈਦਰਾਬਾਦ ਦਾ ਰਹਿਣ ਵਾਲਾ ਹੈ, ਉਹਨੇ ਆ ਕੇ 12-13 ਸੀਟਾਂ ਦੇ ਉੱਤੇ ਆਪਣੇ ਬੰਦੇ ਖੜੇ ਕਰਤੇ। ਮੈਨੂੰ ਹੁਣ ਇਹ ਪਤਾ ਲੱਗਿਆ, ਜਿੰਨੀ ਕਿ ਮੈਨੂੰ ਜਾਣਕਾਰੀ, ਕਿ 12-13 ਸੀਟਾਂ ਤੇ ਜਿਹੜੇ ਬੰਦੇ ਖੜੇ ਹੋਏ ਹੈ ਜੀ, ਉਹਨਾਂ ਨੇ ਜਿੰਨੀਆਂ ਕੁ ਵੋਟਾਂ ਲੈ ਲਈਆਂ, ਉਨੀਆਂ ਕੁ ਵੋਟਾਂ ਦੇ ਨਾਲ ਉਸੇ ਕਾਂਗਰਸ ਦੇ ਕੈਂਡੀਡੇਟ ਹਾਰ ਗਏ। 12-13 ਦਾ ਉਹ ਫਰਕ ਪੈ ਗਿਆ। ਨਾਲ ਹੀ ਆਮ ਆਦਮੀ ਪਾਰਟੀ ਨੇ ਜਿਹੜੀਆਂ ਉੱਥੇ ਵੋਟਾਂ ਲਈਆਂ, ਸੀਟਾਂ ਲਈਆਂ, ਤੁਸੀਂ ਹੁਣ ਕਿਹਾ ਕਿ ਉਹਨਾਂ ਦੇ ਬੁਲਾਰੇ ਨੇ ਕਿਹਾ ਜੀ ਸਾਡੀ ਤਾਂ ਵੋਟ ਪਰਸੈਂਟੇਜ ਵੱਧ ਗਈ, ਸਾਨੂੰ ਤਸੱਲੀ ਹੈ। ਪਰ ਉਹ ਘਟੀ ਕਿਹਦੀ ਹੈ? ਉਹ ਦਿੱਲੀ ਨੂੰ ਘਟੀ ਤਾਂ ਉਸੇ ਦੀ ਹੈ। ਤੇ ਇਨਡਾਇਰੈਕਟਲੀ ਮਦਦ ਕਿਹਦੀ ਹੋਗੀ? ਉਹ ਬੀਜੇਪੀ ਨੂੰ। ਆਪਾਂ ਨੂੰ ਪਹਿਲਾਂ ਹੀ ਕਹਿੰਦੇ ਡੇ 1 ਤੋਂ ਵੀ ਇਹ ਤਾਂ ਜਿੱਥੇ ਬੀਜੇਪੀ ਨੂੰ ਕਾਟ ਪੈਂਦੀ ਹੈ ਉੱਥੇ ਜਾ ਕੇ ਆਪਦੀ ਚਾਦਰ ਵਿਛਾ ਲੈਂਦੇ ਉੱਥੇ। ਦੇਖੋ ਹੁਣ ਜੇ ਮੋਟੀ ਜੀ ਗੱਲ ਮੈਂ ਤੁਹਾਨੂੰ ਦੱਸਦਾ, ਜਿਹੜੇ ਆਪਣੇ ਕੋਲੇ ਲਗਭਗ ਜੇ ਰੁਝਾਨ ਆਏ ਨੇ ਗੁਜਰਾਤ ਦੇ ਵਿੱਚ, ਤਾਂ 52% 52.5% ਦੀ ਵੋਟਾਂ ਜਿਹੜੀਆਂ ਬੀਜੇਪੀ ਲੈ ਗਈ ਜੀ, ਤੇ ਕਾਂਗਰਸ ਲੈ ਗਈ ਜੀ 27.29, ਆਮ ਆਦਮੀ ਪਾਰਟੀ ਲੈ ਗਈ ਜੀ 12.90। ਦੇਖ ਲਓ। ਠੀਕ ਹੈ 27 ਤੇ 12 ਜੋੜ ਲਓ। ਹਾਂ, ਤੇ ਬਾਕੀ ਜੇ ਆਪਾਂ ਲਾਈਏ ਦੂਜੀਆਂ ਕੋਈ ਓਬੈਸੀ ਵਗੈਰਾ ਤੇ ਹੋਰ ਬਸ ਇੰਨਾ ਉਹ 1% ਹੋਰ। ਇੰਡੀਅਨ ਨੈਸ਼ਨਲ ਕਾਂਗਰਸ ਦੀ ਆਪਾਂ ਤੁਹਾਨੂੰ 29% ਦੱਸੀ, ਹੁਣ 12% ਵੀ ਜਿਹੜੀ ਵੋਟ ਜਾਣੀ ਹੈ। ਹਾਂਜੀ ਤੇ 12% ਨਾਲ ਦੇਖੋ ਵਿਨਿੰਗ ਮਾਰਜਨ ਤਾਂ ਖਾ ਗਏ। ਬਿਲਕੁਲ। ਇਹ ਤਾਂ ਹਜੇ ਜਦੋਂ ਡਿਟੇਲ ਆਊਗੀ ਵੀ ਕਾਂਗਰਸ ਕਿੰਨੀਆਂ ਵੋਟਾਂ ਤੇ ਕਿਹੜੇ ਕੈਂਡੀਡੇਟ ਤੋਂ ਹਾਰੀ, 500 400 200, ਤੇ ਆਮ ਆਦਮੀ ਪਾਰਟੀ ਵਾਲਾ ਕਿੰਨੀਆਂ ਲੈ ਗਿਆ, ਉੱਥੇ ਗਿਣਤੀ ਮਿਣਤੀ ਉੱਥੇ ਵਿਸ਼ਲੇਸ਼ਣ ਤਾਂ ਇਹ ਹੈ। ਕੱਲ ਨੂੰ ਡਿਟੇਲ ਆਊਗਾ। ਹੁਣ ਅਗਲੀ ਗੱਲ ਤੁਸੀਂ ਦੇਖੋ, ਹਿਮਾਚਲ ਦੀਆਂ ਤੇ ਇਹਨਾਂ ਦੇ ਰਿਜ਼ਲਟ ਅੱਜ ਇਕੱਠੇ ਆਏ ਜੀ। ਆਮ ਆਦਮੀ ਪਾਰਟੀ ਨੇ ਜਿਹੜਾ ਪਹਿਲਾ ਲਲਕਾਰਾ ਮਾਰਿਆ ਸੀ ਪੰਜਾਬ ਤੋਂ ਬਾਅਦ, ਉਹ ਹਿਮਾਚਲ 'ਚ ਮਾਰਿਆ ਸੀ ਕਿ ਜੀ ਅਸੀਂ ਹੁਣ ਹਿਮਾਚਲ ਦੀ ਚੋਣ ਲੜਾਂਗੇ ਜੀ। ਹਿਮਾਚਲ ਦੇ ਵਿੱਚ ਭਗਵੰਤ ਸਿੰਘ ਮਾਨ ਵੀ ਜਾਂਦੇ ਆ ਜੀ, ਉੱਥੇ ਆਪਣੇ ਕੇਜਰੀਵਾਲ ਵੀ ਜਾਂਦੇ ਆ। ਤੂੰ ਧੱਕਾ ਪੂਰੇ ਦਾ ਪੂਰਾ ਓਲਡ ਪੈਨਸ਼ਨ ਵਾਲਾ ਵੀ ਸਾਰਾ ਕੁਝ ਕੀਤਾ ਕਰਾਇਆ। ਫਿਰ ਇੱਕਦਮ ਅਚਨਚੇਤ ਜੀ ਹਿਮਾਚਲ ਦਾ ਖੜਾ ਕਿਉਂ ਛੱਡਤਾ? ਖਾਲੀ ਛੱਡ ਕੇ ਭੱਜ ਗਏ। ਹਿਮਾਚਲ ਦਾ ਪਤਾ ਸੀ ਗੁਜਰਾਤ ਦਾ ਬੀਜੇਪੀ ਦਾ ਨੁਕਸਾਨ ਹੋਊਗਾ। ਨਹੀਂ ਉੱਥੇ ਬੀਜੇਪੀ ਦਾ ਬਹੁਤੇ ਨੁਕਸਾਨ, ਗੁਜਰਾਤ ਦੇ ਵਿੱਚ ਨੁਕਸਾਨ ਹੋਣਾ ਸੀ, ਉਹ ਨੁਕਸਾਨ ਨੂੰ ਰੋਕਣਾ ਸੀ। ਮੇਰਾ ਇਹ ਮੰਨਣਾ ਹੈ ਜੀ ਕਿ ਇਹ ਛੱਡਤੀ। ਜੇ ਹੁਣ ਆਪਾਂ ਤੁਸੀਂ ਇਹ ਦੇਖੋ, ਜੇ ਉਹ ਲੜਦੇ ਇੱਥੇ ਗੰਭੀਰਤਾ ਨਾਲ, ਗੁਜਰਾਤ ਨਾਲ ਲੜਦੇ, ਤੇ ਇੱਥੇ ਸ਼ਾਇਦ ਬੀਜੇਪੀ ਆ ਜਾਂਦੀ। ਪਰ ਬੀਜੇਪੀ ਛੋਟੀ ਰਿਆਸਤ ਚੋਂ ਨਹੀਂ ਸੀ, ਉਹ ਵੱਡੀ ਰਿਆਸਤ ਹੈ। ਵੱਡੀ ਰਿਆਸਤ ਦੇ ਵਿੱਚ ਜੇ ਬੀਜੇਪੀ ਦਾ ਨੁਕਸਾਨ ਹੁੰਦਾ, ਭਾਵੇਂ ਸਰਕਾਰ ਉਹਨਾਂ ਦੀ ਬਣ ਜਾਂਦੀ, ਜੇ ਉਹਨਾਂ ਦਾ ਨੁਕਸਾਨ ਹੁੰਦਾ ਤਾਂ ਫਿਰ ਇਹ ਉਸकी ਨਰਿੰਦਰ ਮੋਦੀ ਦਾ ਕ੍ਰਿਸ਼ਮਾ ਖਤਮ। ਔਰ 2024 ਦੇ ਵਿੱਚ ਕੁਝ ਵੀ ਹੋ ਸਕਦਾ। ਇਹਦਾ ਮਤਲਬ ਕਹਿਣ ਜਿਹੜੀ ਕੈਲਕੂਲੇਟਡ ਮੂਵ ਹੈ, ਜਿਹੜੀ ਜਿਵੇਂ ਸਾਡੇ ਸੱਜਣ ਜਦੋਂ ਆਪਾਂ ਸ਼ੁਰੂ 'ਚ ਕਹਿੰਦੇ ਹੁੰਦੇ ਸੀ ਕਿ ਭੁਲੇਖੇ 'ਚ ਨਾ ਰਹੋ, ਬਹੁਤ ਖਤਰਨਾਕ ਹੈ। ਇਹ ਕੋਈ RSS ਦੀ ਬੀ ਟੀਮ ਹੈ, ਇਹ ਬੀਜੇਪੀ ਦੀ ਬੀ ਟੀਮ ਹੈ। ਮਾਂ ਇਹਦੀ ਵੀ RSS ਹੈ ਤੇ ਉਹਦੀ ਵੀ RSS ਹੈ। ਉਹ ਗੱਲਾਂ ਹੁਣ ਸਾਬਤ ਹੋ ਰਹੀਆਂ ਕਿ ਇੱਥੇ ਪੂਰੀ ਮੁਹਿੰਮ ਨੂੰ ਖੜੀ ਕਰਕੇ ਇੱਕਦਮ ਉਸ ਮੁਹਿੰਮ ਨੂੰ ਛੱਡਿਆ, ਤੇ ਫਿਰ ਗੁਜਰਾਤ ਦੇ ਵਿੱਚ ਜਾ ਕੇ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ ਕੈਬਨਿਟ ਪੰਜਾਬ ਦੀ ਵੀ ਉੱਥੇ ਬਹਾਤੀ, ਤੇ ਉੱਥੋਂ ਵਾਲੀ ਵੀ ਜਿਹੜੀ ਹੈਗੀ ਦਿੱਲੀ ਵਾਲੀ ਵੀ ਉੱਥੇ ਬਹਾਤੀ, ਸਾਰੀ ਲੀਡਰਸ਼ਿਪ ਉੱਥੇ ਬਹਾਤੀ। ਤੇ ਆਪ ਨੂੰ ਤਾਂ ਕੋਈ ਫਾਇਦਾ ਹੋਇਆ ਨਹੀਂ ਹੋਇਆ, ਸਿਰਫ ਤਸੱਲੀ ਹੈ ਕਿ ਜੀ ਸਾਨੂੰ ਇੰਨੇ % ਵੋਟ ਪੈ ਗਈ। ਲੇਕਿਨ ਉੱਥੇ ਜਿਹੜਾ ਹੈਗਾ ਬੀਜੇਪੀ ਦਾ ਰਾਹ ਪੱਧਰਾ ਕਰਤਾ 2024 ਵਾਸਤੇ। ਹੁਣ ਸੁਹਾਗਾ ਮਾਰ ਕੇ ਛੱਡਤਾ ਨਹੀਂ। ਅੱਜ ਹੁਣ ਤੁਸੀਂ ਦੇਖੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੀਜੇਪੀ ਹੁਣ ਜਿੱਤੇ ਤਾਂ ਗੁਜਰਾਤ ਦੇ ਵਿੱਚ ਹੈ, ਤੇ ਸ਼ਾਮ ਨੂੰ ਜਿਹੜਾ ਹੈਗਾ ਜੀ ਲੱਡੂ ਵੰਡੇ ਜਾ ਰਹੇ ਆ, ਤੇ ਜਲਸਾ ਹੋ ਰਿਹਾ ਆਪਣੇ ਪੰਜਾਬ, ਆਪਣੇ ਥੋੜੇ ਬਠਿੰਡੇ ਹੋ ਰਿਹਾ, ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋ ਰਹੇ ਨੇ। ਸਾਰੇ ਦੇਸ਼ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਔਰ ਸੈਲੀਬ੍ਰੇਟ ਜਿਹੜੀ ਹੈਗੀ ਇਹ 2024 ਦੀ ਇਲੈਕਸ਼ਨ ਦੀ ਜਿਹੜੀ ਹੈਗੀ, ਇਹਨੂੰ ਆਪਾਂ ਨੂੰ ਕਹੋ ਕੰਪੇਨ ਦਾ ਇੱਕ ਹਿੱਸਾ ਹੈ, ਉਹਨੂੰ ਬੂਸਟ ਕਰਨ ਵਾਸਤੇ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਜਿਹੜਾ ਇਹ ਹੈਗਾ ਇਹ ਹੈ ਜੀ। ਤੇ ਹੁਣ ਆਪਾਂ ਗੱਲ ਕਰ ਲਈਏ ਜੀ ਸਿੱਧੂ ਮੂਸੇ ਵਾਲੇ ਕੇਸ 'ਚ, ਬੱਬੂ ਮਾਨ ਵਗੈਰਾ ਦਾ ਜਿਹੜੀ ਪੁੱਛ ਪੜਤਾਲ ਹੋਈ ਹੈ, ਕੀ ਨਿਕਲਿਆ ਇਹਦੇ 'ਚੋਂ, ਕੀ ਕਹਿੰਦੀ ਹੈ ਪੁਲਿਸ?
ਦੇਖੋ ਦਾਨੇਵਾਲੀਆ ਸਾਹਿਬ ਗੱਲ ਇਹ ਵੀ ਪੁਲਿਸ ਨੇ ਕੀ ਪੁੱਛਿਆ ਕੀ ਨਹੀਂ ਪੁੱਛਿਆ ਇਹ ਕਾਗਜ਼ਾਂ 'ਚ ਹੈ ਜੀ। ਉਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਇਹ ਵੀ ਕਾਗਜ਼ਾਂ 'ਚ ਹੈ। ਲੇਕਿਨ ਜਿਹੜੀਆਂ ਵਾਇਰਲ ਗੱਲਾਂ ਆ ਰਹੀਆਂ ਜੀ, ਕਹਿੰਦੇ ਕੁਝ ਗੱਲਾਂ ਦਾ ਇਹ ਪਤਾ ਲੱਗਿਆ ਕਿ ਜਿਹੜੇ ਸਵਾਲਨਾਮਾ ਸੀ, ਉਸ ਸਵਾਲਨਾਮੇ ਦੇ ਵਿੱਚ ਬੱਬੂ ਨੂੰ ਪੁੱਛਿਆ ਕਿ ਭਾਈ ਤੇਰਾ ਇਹਦੇ ਨਾਲ ਰੌਲਾ ਕੀ ਸੀ, ਤੂੰ ਕਹਾਣੀ ਦੱਸ, ਰੌਲਾ ਕੀ ਤੂੰ ਤੇਰਾ ਇਹਦੇ ਨਾਲ ਥੋੜੀ ਜਿਹੜੀ ਹੈ ਤੁਹਾਡਾ ਤਕਰਾਰ ਵਧਿਆ ਤਾਂ ਵਧਿਆ ਕਿਵੇਂ। ਕਹਿੰਦੇ ਜੀ ਬੱਬੂ ਮਾਨ ਨੇ ਕਿਹਾ ਜੀ ਮੇਰਾ ਤਾਂ ਕੋਈ ਰੌਲਾ ਹੀ ਨਹੀਂ ਸੀ। ਉਹ ਕਹਿੰਦੇ ਵੀ ਉਹਨੇ ਆਪਦੇ ਗੀਤਾਂ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਨਾਂ ਲਏ ਤੋਂ ਬਗੈਰ ਇਸ਼ਾਰਾ ਤੇਰੇ ਵੱਲ ਕੀਤਾ। ਕਹਿੰਦਾ ਮੈਂ ਕੁਝ ਨਹੀਂ ਕੀਤਾ, ਉਹ ਕਰੀ ਗਏ, ਉਹ ਕਰੀ ਗਿਆ। ਫਿਰ ਉਹਨੂੰ ਪੁੱਛਿਆ ਵੀ ਉਹਦਾ ਫਾਇਦਾ ਕਿਹਨੂੰ ਹੈ ਤੇ ਕਿਹਨੂੰ ਨੁਕਸਾਨ ਹੋਇਆ। ਉਹ ਕਹਿੰਦਾ ਜੀ ਨੁਕਸਾਨ ਤਾਂ ਮੈਨੂੰ ਹੋ ਗਿਆ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਉਸ ਕਤਲ ਦਾ ਮੈਨੂੰ ਕਿੱਡਾ ਵੱਡਾ ਸਦਮਾ ਲੱਗਿਆ ਕਿ ਮੈਂ ਕਾਫੀ ਲੰਬਾ ਸਮਾਂ ਕੋਈ ਪ੍ਰੋਗਰਾਮ ਹੀ ਨਹੀਂ ਕਰ ਸਕਿਆ ਜੀ। ਮੈਨੂੰ ਅਫਸੋਸ ਹੋਇਆ ਵੀ ਕਲਾਕਾਰ ਦਾ ਇਸ ਤਰ੍ਹਾਂ ਚਲੇ ਜਾਣਾ। ਇਹ ਉਹਨੇ ਗੱਲ ਕਹੀ ਹੈ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਦੇਖੀਏ, ਜੇ ਸਰਦਾਰ ਬਲਕੌਰ ਸਿੰਘ ਦੀ ਗੱਲ ਕਰੀਏ, ਬਲਕੌਰ ਸਿੰਘ ਹਾਲਾਂਕਿ ਉਹ ਸਿੱਧੇ ਤੌਰ ਦੇ ਉੱਤੇ ਬੱਬੂ ਮਾਨ ਦਾ ਨਾਂ ਨਹੀਂ ਲੈ ਰਿਹਾ, ਉਹ ਹੋਮਲੈਂਡ ਦੀ ਗੱਲ ਕਰਦਾ ਹੈ। ਤੇ ਬਲਕੌਰ ਸਿੰਘ ਇਹ ਗੱਲ ਕਹਿੰਦਾ ਕਿ ਜਿਹੜੀ ਸਾਡੀ ਮਿਊਜ਼ਿਕ ਇੰਡਸਟਰੀ ਹੈ ਜੀ, ਐਡੀ ਵੱਡੀ ਇੰਡਸਟਰੀ ਹੈ, ਇਸ ਇੰਡਸਟਰੀ ਦੇ ਵਿੱਚੋਂ ਆਵਾਜ਼ ਬੁਲੰਦ ਕਿਉਂ ਨਹੀਂ ਹੋਈ ਉਹਦੇ ਕਤਲ ਦੇ ਨਾਲ। ਇਹਦਾ ਜਵਾਬ ਕੋਈ ਨਹੀਂ। ਮਨਕੀਰਤ ਔਲਖ ਉਹ ਵੀ ਆ ਗਿਆ ਸੀ, ਉਹਨੂੰ ਵੀ ਪੁੱਛਿਆ। ਉਹਨੂੰ ਪੁੱਛਿਆ ਕਿ ਤੁਸੀਂ ਇਹ ਦੱਸੋ ਸ਼੍ਰੀਮਾਨ ਜੀ, ਸਿੱਧੂ ਮੂਸੇਵਾਲੇ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਤੁਸੀਂ ਮਾਨਸਾ ਕੀ ਲੈਣ ਆਏ ਸੀ ਜੀ। ਇਹ ਦਾਨੇਵਾਲੀਆ ਸਾਹਿਬ ਮੈਨੂੰ ਵੀ ਅੱਜ ਹੀ ਗੱਲ ਦਾ ਪਤਾ ਲੱਗੇ। ਮੈਂ ਜਦੋਂ ਅਖਬਾਰ ਦੇਖੇ, ਅਖਬਾਰਾਂ ਦੇ ਵਿੱਚ ਆਉਂਦੀ ਹੈ ਵੀ ਕੀ ਸੱਚਮੁੱਚ ਇਹ ਗੱਲ ਹੈ ਵੀ ਉਹਦੇ ਮਰਡਰ ਤੋਂ ਪਹਿਲਾਂ ਉੱਥੇ ਮਨਕੀਰਤ ਸਿੰਘ ਔਲਖ ਆਉਂਦੇ ਸੀ। ਕਹਿੰਦੇ ਜੀ ਉਹ ਉਦੋਂ ਪਹਿਲਾਂ ਮੈਨੂੰ ਇੱਕ ਹੋਰ ਗੱਲ ਪਤਾ ਲੱਗੀ ਜੀ। 2016 ਦੇ ਵਿੱਚ ਮਨਕੀਰਤ ਔਲਖ ਨਾਲ ਪੂਰੀ ਲਿਆ ਸੀ ਸਿੱਧੂ ਦੀ ਜੀ, ਇਹ ਉਹਦਾ ਪਰਸਨਲ ਨੰਬਰ ਲੈ ਜਾਂਦਾ ਜੀ, ਤੇ ਚੌਥੇ ਦਿਨ ਉਹਨੂੰ ਧਮਕੀ ਆ ਜਾਂਦੀ ਹੈ ਉਹਦੇ ਪਰਸਨਲ ਨੰਬਰ ਤੇ, ਸਿੱਧੂ ਮੂਸੇਵਾਲੇ ਨੂੰ। ਉਹ ਕੀ ਲਾਰੈਂਸ ਬਿਸ਼ਨੋਈ ਦਾ ਦੱਸਿਆ ਜਾ ਰਿਹਾ। ਹੁਣ ਇਹਦਾ ਮਤਲਬ ਕੀ ਹੈ ਕਿ ਉਹ ਕਹਿੰਦੇ ਘਰ ਦੇ ਕਹਿੰਦੇ ਮੇਰੇ ਪਰਸਨਲ ਨੰਬਰ ਕਿਹਨੇ ਦਿੱਤਾ। ਇਹ ਵੀ ਇੱਕ ਬਹੁਤ ਵੱਡੀ ਗੱਲ। ਹੁਣ ਇਹ ਅਗਲੀ ਗੱਲ ਜੇ ਆਪਾਂ ਵੇਖੀ ਜਿਹੜੀ ਪਹਿਲਾਂ ਜੋ ਕੁਝ ਹੋ ਰਿਹਾ ਹੈ, ਜੋ ਹੁਣ ਤੱਕ ਦੀ ਇੰਟਰੋਗੇਸ਼ਨ ਦੇ ਵਿੱਚ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਰੋਪੜ ਦੀ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਬੰਦ ਸੀ, ਉਸ ਵੇਲੇ ਰੋਪੜ ਦੀ ਜੇਲ੍ਹ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਹੈ। ਉਹ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਜਿਹੜੀ ਹੈਗੀ ਹੈ ਗਾਉਣ ਪਾਣੀ ਦਾ ਜੁਮਾ, ਉਹ ਔਲਖ ਸਾਹਿਬ ਨਿਭਾਉਂਦੇ ਜੀ। ਔਰ ਉੱਥੇ ਜਿਹੜੀਆਂ ਗੱਲਾਂ ਹੋਈਆਂ, ਉਹ ਕਹਿੰਦੇ ਵੀ ਇਹ ਜਿਹੜਾ ਆਯੋਜਨ ਕਰਵਾਇਆ ਜਾ ਰਿਹਾ ਇਹ ਵਿੱਕੀ ਮਿੱਡੂ ਖੇੜੇ ਨੇ ਕਰਵਾਇਆ ਜੀ। ਤੇ ਨਾਲ ਹੀ ਉੱਥੇ ਲਾਰੈਂਸ ਬਿਸ਼ਨੋਈ ਨੂੰ ਇਹ ਕਿਹਾ ਜਾਂਦਾ ਕਿ ਸਾਡੇ ਭਰਾ ਹੈ, ਸਾਡੇ ਭਾਈ ਸਾਹਿਬ ਤੇ ਸਾਰਾ ਕੁਝ ਹੈ ਜੀ। ਹੁਣ ਜੇ ਤੁਸੀਂ ਜਿਵੇਂ ਜਿਹੜੀ ਤੁਸੀਂ ਗੱਲ ਕਰਦੇ ਹੋ, ਸਾਨੂੰ ਨਹੀਂ ਪਤਾ ਵੀ ਇਹਦੇ 'ਚ ਕੀ ਕਹਾਣੀ ਹੈ। ਜੇ ਤੁਹਾਡੇ ਵਾਲੀ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਜੀ, ਜੇ ਇਹਨੂੰ ਆਪਾਂ ਮਿਲਾ ਕੇ ਦੇਖੀਏ ਤੇ ਫਿਰ ਇਹਦਾ ਮਤਲਬ ਹੈ ਕਿ ਉਹਨਾਂ ਦਿਨਾਂ ਤੋਂ ਹੀ ਲਾਰੈਂਸ ਬਿਸ਼ਨੋਈ ਦੇ ਨਾਲ ਨੇੜਤਾ ਸੀ। ਇਹ ਠੀਕ ਹੈ ਕਿ ਜਿਹੜੀ ਆਪਣਾ ਮੁੰਡਾ ਵਿੱਕੀ ਮਿੱਡੂ ਖੇੜੇ ਦਾ ਕਤਲ ਹੁਣ ਹੁੰਦਾ ਹੈ, ਔਰ ਇਹ ਇਲਜ਼ਾਮ ਵੀ ਲੱਗਦਾ ਕਿ ਉਸ ਕਤਲ ਦੇ ਵਿੱਚ ਭੂਮਿਕਾ ਜਿਹੜੀ ਸਿੱਧੂ ਮੂਸੇਵਾਲੇ ਦੇ ਇੱਕ ਕੀ ਸ਼ਗਨਪ੍ਰੀਤ ਹੈ ਜਿਹੜਾ ਦਾ ਕਲੋਜ਼ ਬੰਦਾ, ਸੈਕਟਰੀ ਹੈ, ਕਲੋਜ਼ ਬੰਦਾ ਜਾਂ ਕੁਝ ਵੀ ਹੈ, ਉਹਦਾ ਨਾਂ ਲਿਆ ਜਾਂਦਾ ਹੈ। ਇਹ ਆ ਕਿ ਹੁਣ ਆਉਂਦੀ ਹੈ, ਪਰ ਉਹ ਤੋਂ ਪਹਿਲਾਂ ਫਿਰ ਇਹਦਾ ਮਤਲਬ ਜੇ ਉਹਨੂੰ ਧਮਕੀ ਆ ਗਈ ਉਹਦੇ ਪਰਸਨਲ ਫੋਨ ਤੇ, ਇਟ ਮੀਨਸ ਕਿ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਜੀ, ਮਿਊਜ਼ਿਕ ਇੰਡਸਟਰੀ ਤੋਂ ਉਗਰਾਹੀ ਦਾ ਕੰਮ ਤਾਂ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਿਆ। ਮਤਲਬ ਉਹੀ ਬੰਬੇ ਇੰਡਸਟਰੀ ਜਦੋਂ ਇੱਕ ਵਾਰੀ ਤੁਹਾਨੂੰ ਪਤਾ ਵੀ ਇਹੀ ਕੰਮ ਚੱਲਿਆ ਸੀ ਉੱਥੇ ਵੀ ਜਦੋਂ ਸ਼ੁਰੂ ਚ ਹੋਇਆ ਤੇ ਮੇਰਾ ਖਿਆਲ ਹੈ ਕਿ ਉਹ ਮੁੰਡੇ ਦਾ ਨਾਮ ਪ੍ਰਵੇਸ਼ ਵਰਮਾ ਹੈ। ਪ੍ਰਵੇਸ਼ ਵਰਮਾ ਕੇ ਪਰਮੇਸ਼ ਵਰਮਾ, ਉਹਦੇ ਤੇ ਵੀ ਦਿਲਪ੍ਰੀਤ ਬੁੱਢੇ ਨੇ ਗੋਲੀ ਮਾਰੀ, ਉਹਦੇ ਤੇ ਵੀ ਗੋਲੀ ਚੱਲੀ ਸੀ। ਉਹ ਚਾਹੇ ਕਿਸੇ ਗਰੁੱਪ ਨੇ ਕਿਸੇ ਨੇ ਕੁਝ ਵੀ ਕਰਤਾ, ਲੇਕਿਨ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਇਹ ਦੇਖਿਆ ਗਿਆ ਕਿ ਆਹ ਜਿਹੜੀ ਹੈਗੀ ਆ ਇਹ ਅਸਾਮੀਆਂ ਮੋਟੀਆਂ, ਇਹਨਾਂ ਕੋਲੇ ਪੈਸੇ ਆਉਂਦੇ। ਔਰ ਇਹਦੇ 'ਚ ਦਾਨੇਵਾਲੀਆ ਸਾਹਿਬ ਜੇ ਆਪਾਂ ਦੇਖੀਏ ਤਾਂ ਗਾਇਕਾਂ ਦੀ ਜੀ ਠੀਕ ਹੈ, ਖਰਚੇ ਪਾਣੀ ਆਪਣੀ ਥਾਂ ਦੇ ਉੱਤੇ ਹੈ, ਤੇ ਜੇ ਆਪਾਂ ਉਹਨਾਂ ਦੀ ਕਮਾਈ ਦੇਖੀਏ, ਉਹ ਕਮਾਈ ਤਾਂ ਫਿਰ ਡਾਢੀ ਹੈ ਪੂਰੀ। ਅੱਜ ਕੱਲ੍ਹ ਤਾਂ ਬਹੁਤ ਡਾਢੀ ਆ, ਪਹਿਲਾਂ ਹੀ ਸੀ ਖਾੜਿਆ ਤੱਕ ਅਜ਼ੀਮਤ ਸੀ। ਹੁਣ ਤਾਂ ਤੁਸੀਂ ਸਿਆਣੇ ਵੀ ਅਮਰੀਕਾ ਕੈਨੇਡਾ ਸ਼ੋਅ ਹੀ ਇੰਨੇ, ਪਹਿਲਾਂ ਤਾਂ ਵੀਜ਼ੇ ਨਹੀਂ ਸੀ ਮਿਲਦੇ, ਹੁਣ ਤਾਂ ਤੁਸੀਂ ਸਾਨੂੰ ਆਪਣੇ ਵਰਗਿਆਂ ਨੂੰ ਮਿਲੀ ਜਾਂਦੇ, ਇਹਨਾਂ ਤਾਂ ਮਿਲਣੇ ਜਿੰਨੇ ਸ਼ੋਅ ਹੈ। ਤੇ ਇਹਦੇ ਵਿੱਚ ਗਾਂ ਕੀ ਕੁਛ ਹੁੰਦਾ, ਕਬੂਤਰਬਾਜੀ ਕਿੰਨੀ ਚੱਲਦੀ ਆ, ਹੋਰ ਕਿੰਨਾ ਚੱਲਦਾ, ਉਹ ਵੱਖਰੀਆਂ ਗੱਲਾਂ। ਨਾਲ ਤੁਹਾਡਾ ਡਰੱਗਸ ਦਾ ਕੰਮ, ਉਹ ਵੀ ਹੈਗਾ। ਡਰੱਗਸ ਦਾ ਕੰਮ ਜੇ ਚੱਲਦਾ, ਡਰੱਗਸ ਦਾ ਕੰਮ ਦੋ ਥਾਵਾਂ ਤੋਂ ਚੱਲਦਾ ਹੈ। ਜਿਹੜੀ ਹੁਣ ਤੱਕ ਦੀਆਂ ਇਨਵੈਸਟੀਗੇਸ਼ਨ ਸਾਹਮਣੇ ਆ ਰਹੀਆਂ ਜੀ, ਇੱਕ ਤਾਂ ਡਰੱਗਸ ਦਾ ਕੰਮ ਚੱਲਦਾ ਹੈਗਾ
ਕਬੱਡੀ ਵਾਲੇ ਗੇਮਾਂ ਦੇ ਕੰਮ ਨਾਲ 'ਚ, ਹਾਂ ਹਾਂ, ਤੇ ਦੂਜਾ ਗੌਣ ਪਾਣੀ ਗੌਣ ਪਾਣੀ ਜੋ ਚਰਸ ਫਿਲਮ ਬਣੀ ਸੀ। ਹਾਂ ਹਾਂ। ਅੱਛਾ, ਜੇ ਹੁਣ ਆਪਾਂ ਕਹੀਏ ਵੀ ਜਿਹੜੀ ਹੈ ਤੁਹਾਡੀ ਕਬੂਤਰਬਾਜੀ, ਕਬੂਤਰਬਾਜੀ ਦੇ ਮਾਮਲੇ ਦੇ ਵਿੱਚ ਕੁਝ ਧਾਰਮਿਕ ਸੰਸਥਾਵਾਂ ਦਾ ਵੀ ਨਾਂ ਆਉਂਦਾ, ਉਹਦਾ ਆਉਂਦਾ ਹੀ ਹੈ। ਧਰਮ ਕਰਮ ਵਾਲੇ ਬੰਦੇ ਜਿਹੜੇ ਜਾਂਦੇ ਵੀ ਗੁਰਦੁਆਰੇ ਬਣਾਏ ਜਿਨ੍ਹਾਂ ਨੇ ਉਹ ਬਣਾਏ ਆਪਦੇ ਗੁਰਦੁਆਰੇ ਮੰਦਿਰ ਬਣਾਏ ਜਾਤੀ ਤੌਰ ਤੇ। ਇੱਥੇ ਜੇ ਅਸੀਂ ਗੁਰਦੁਆਰਾ ਮੰਦਿਰ ਮਸੀਤ ਬਣਾਉਣੇ, ਉਹਦੀ ਕੋਈ ਕਮੇਟੀ ਬਣਦੀ ਹੈ, ਉਹ ਕਮਿਊਨਿਟੀ ਹਾਲ ਹੈ, ਆਪਾਂ ਕਿਸੇ ਦੇ ਕਮਿਊਨਿਟੀ ਸੈਂਟਰ ਕਹਿ ਸਕਦੇ ਹਾਂ, ਉਹ ਇੱਕ ਸਾਂਝਾ ਹੁੰਦਾ ਹੈ। ਪਰ ਜੇ ਪੱਛਮੀ ਦੇਸ਼ਾਂ ਦੇ ਵਿੱਚ ਦੇਖੀ ਤਾਂ ਉੱਥੇ ਤਾਂ ਜਾਤੀ ਜਾਇਦਾਦਾਂ ਬਣਾਈਆਂ ਹੋਈਆਂ। ਬਿਲਕੁਲ ਭਾਈ, ਜਾਇਦਾਦਾਂ ਨੇ ਤਾਂ ਉਹ ਜਿਹੜੀਆਂ ਜਾਤੀ ਜਾਇਦਾਦਾਂ ਤੇ ਜਾਤੀ ਜਾਇਦਾਦਾਂ ਵਾਲੇ, ਫਿਰ ਜੇ ਹੁਣ ਚਲੋ ਆ ਥੋੜਾ ਬਹੁਤਾ ਹੁਣ ਤਾਂ ਕੰਮ ਖੋਲਤਾ, ਤੇ ਜਦੋਂ ਕੰਮ ਖੁੱਲਿਆ ਨਹੀਂ ਸੀ ਉਦੋਂ ਧਾਰਮਿਕ ਬੰਦਿਆਂ ਨੂੰ ਤਾਂ ਜਾਣ ਦਿੱਤਾ ਜਾਂਦਾ ਸੀ। ਔਰ ਦਾਨੇਵਾਲੀਆ ਸਾਹਿਬ, ਮੇਰੇ ਕੋਲ ਤਾਂ ਇੱਕ ਇਹੋ ਜਿਹੀ ਇਨਫੋਰਮੇਸ਼ਨ ਹੈ, ਇੱਕ ਵਾਰੀ ਕਹਿੰਦੇ ਸਾਡੇ ਧਰਮ ਦੇ ਨਾਂ ਦੇ ਉੱਤੇ ਕੁਝ ਬੰਦਿਆਂ ਦੇ ਬਿਲਕੁਲ ਲਿਬਾਸ ਵੀ ਧਾਰਮਿਕ ਪਾਤਾ ਜੀ, ਤੇ ਉਹ ਚਲੇ ਗਏ ਜੀ, ਕਹਿੰਦੇ ਅਮਰੀਕਨ ਅੰਬੈਸੀ ਦੇ ਵਿੱਚ ਵੀਜ਼ਾ ਲਵਾਉਣ ਵਾਸਤੇ। ਤੇ ਉਹ ਜਦੋਂ ਗਏ ਤੇ ਉਹਨਾਂ ਨੇ ਜਾ ਕੇ ਕਿਹਾ ਜੀ ਸਾਡਾ ਵੀਜ਼ਾ ਤੋਂ ਪੇਸ਼ ਹੋਏ। ਕਹਿੰਦੇ ਜੀ ਵੀ ਤੁਹਾਨੂੰ ਕੁਛ ਆਉਂਦਾ ਗੌਣ ਪਾਣੀ? ਜੀ, ਕਹਿੰਦੇ ਜੀ ਪੀਰਾ ਬਿਲਕੁਲ ਆਉਂਦਾ ਹੈ। ਗੌਣ ਪਾਣੀ ਤੋਂ ਭਾਵ ਹੈ ਵੀ ਤੁਹਾਨੂੰ ਕੀਰਤਨ ਕਰਨਾ ਆਉਂਦਾ? ਆਉਂਦਾ, ਹਾਂਜੀ। ਤੁਹਾਨੂੰ ਸ਼ਬਦ ਪੜ੍ਹਨੇ ਆਉਂਦੇ? ਕਹਿੰਦੇ ਹਾਂਜੀ। ਇਹ ਕਹਿੰਦੇ ਜੀ ਫਿਰ ਪੜ੍ਹ ਕੇ ਸੁਣਾਓ ਜੀ। ਉਹਦੇ ਬੱਲੇ ਉਹ ਤੁਹਾਡੇ ਨਗੌਰੀ ਹੋ। ਹਾਂ ਹਾਂ। ਅਸੀਂ ਇਹ ਕਿਵੇਂ ਕਰਕੇ ਦੀਏ? ਸਾਡੇ ਧਰਮ ਦਾ ਮਾਮਲਾ, ਸਾਡੇ ਇਸ਼ਟ ਦਾ ਮਾਮਲਾ ਹੈ। ਇੱਥੇ ਥੋੜਾ ਅਸੀਂ ਹੁਣ ਨਾਲ ਦੀ ਨਾਲ ਲੱਗ ਜਾਗੇ ਕੀਰਤਨ ਕਰਨੇ। ਤਾਂ ਭਾਈ ਸਾਹਿਬ ਗੱਲ ਇਸ ਤਰ੍ਹਾਂ ਨਹੀਂ, ਤਾਂ ਥਾਂ ਪਵਿੱਤਰ ਕਰਨਾ ਪਊਗਾ। ਉਹ ਆਦੇ ਜੀ ਠੀਕ ਹੈ, ਉਹਨਾਂ ਨੇ ਵੀਜ਼ਾ ਦਿੱਤਾ। ਅੱਛਾ ਜੀ। ਮੁੜ ਕੇ ਸੱਚੀ ਮਿੱਚੀ ਦੇ ਜਾਂਦੇ ਰਹੀ। ਉਹ ਕਹਿੰਦੇ ਤੁਸੀਂ, ਉਹ ਕਹਿੰਦੇ ਜੀ ਪੱਕੇ ਆ? ਕਹਿੰਦੇ ਜੀ ਕਰੋ। ਕਹਿੰਦੇ ਆ ਲਓ ਜੀ, ਹੁਣੇ ਕਰ ਲੈਣੇ। ਉਹਨਾਂ ਨੇ ਨਾਲ ਦੀ ਨਾਲ ਆਪਦੀਆਂ ਢੋਲਕੀਆਂ ਛੜੇ ਕੱਢ ਲਏ। ਉਹ ਕਹਿੰਦੇ ਵੀ ਇਹ ਬੰਦੇ ਕੱਚੇ, ਇਹ ਜਿਹੜੇ ਬੰਦੇ ਆ ਨਾ, ਇਹ ਬੰਦੇ ਤਾਂ ਮਤਲਬ ਕਬੂਤਰਬਾਜੀ ਵਾਲੇ, ਇਹ ਜਾ ਰਹੇ ਆ। ਜਿਹੜੇ ਸੱਚੇ ਬੰਦੇ ਸੀਗੇ ਉਹਨਾਂ ਨੇ ਤਾਂ ਕੀਰਤਨ ਕਰਨ ਤੋਂ ਇਨਕਾਰ ਕਰਤਾ ਸੀ। ਠੀਕ ਹੈ। ਉਹ ਹੁਣ ਉਹ ਜਿਹੜਾ ਉਹਦੇ ਵਿੱਚ 400 BC ਨਿਕਲਦੀ ਹੈ, 400 BC ਹੈ ਕਿ ਉਹਨਾਂ ਨੂੰ ਟ੍ਰੇਨਡ ਕੀਤਾ ਹੋਇਆ ਸੀ ਜੀ। ਦੂਜੇ ਬੰਦੇ ਨੂੰ ਉਹਨਾਂ ਨੇ ਇਨਕਾਰ ਕਰਤਾ। ਇੱਕ ਸਾਰਾ ਕੁਝ ਚੱਲਦਾ ਰਿਹਾ। ਇਹਦੇ ਤੇ ਹੁਣ ਉਹਨਾਂ ਨੇ ਪੁੱਛ ਪੜਤਾਲ ਕੀਤੀ ਹੈ। ਖੈਰ ਉਹਦੇ ਚ ਪੁੱਛ ਪੜਤਾਲ ਚੋਂ ਨਿਕਲਦਾ ਕੀ ਹੈ, ਦੋਨੋਂ ਜਣੇ ਹੋਏ। ਪਰ ਖਦਸ਼ਾ ਜਿਹੜਾ ਦਾਨੇਵਾਲੀਆ ਸਾਹਿਬ, ਫਿਰ ਜਿਹੜਾ ਆਪਾਂ ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਗੱਲ ਕੀਤੀ ਹੈ ਕਿ ਇਹ ਜਾਂਚ ਸੱਚਮੁੱਚ ਜਾਂਚ ਹੋ ਰਹੀ ਹੈ ਜੀ, ਜਾਂ ਬਲਕੌਰ ਸਿੰਘ ਦੀਆਂ ਤੇ ਸਿੱਧੂ ਦੀ ਮਾਤਾ ਦੀਆਂ, ਬੀਬੀ ਚਰਨ ਕੌਰ ਦੀਆਂ ਅੱਖਾਂ ਪੂੰਝੀਆਂ ਜਾ ਰਹੀਆਂ। ਠੀਕ ਹੈ। ਜਾਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ, ਜਾਂ ਫਿਰ ਇਹ ਹੈ ਕਿ ਮਿਊਜ਼ਿਕ ਇੰਡਸਟਰੀ ਦੇ ਕੋਲੇ ਮਾਲ ਕਾਫੀ ਹੈ। ਉਹ ਤਾਂ ਬਹੁਤ ਹੈ ਜੀ। ਤੇ ਫਿਰ ਇਹ ਕਿਉਂਕਿ ਤੁਹਾਨੂੰ ਹੁਣ ਪਤਾ ਵੀ ਇਹੋ ਜਿਹੀ ਤਫਤੀਸ਼ ਕਦੇ ਕਦੇ ਮਿਲਦੀ ਹੈ। ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ, ਕਿਸੇ ਤੇ ਅਸੀਂ ਆਪਣਾ ਜਿਹੜਾ ਹੈਗਾ ਦੋਸ਼ ਨਹੀਂ ਲਾਉਂਦੇ ਜੀ। ਲੇਕਿਨ ਜਿਹੜੀ ਸਿਸਟਮ ਦੀ ਕਮਜ਼ੋਰੀ ਹੈ, ਸਿਸਟਮ ਦੀ ਕਮਜ਼ੋਰੀ ਤਾਂ ਫਿਰ ਆਪਣੇ ਸਾਹਮਣੇ ਹੈ ਨਾ, ਕਿ ਇਹੋ ਜਿਹੇ ਮਾਮਲਿਆਂ 'ਚ ਜੇ ਅੱਜ ਡਰੱਗਸ ਦਾ ਮਾਮਲਾ ਇਸ ਵੱਡੇ ਪੱਧਰ ਤੇ ਫੈਲਿਆ ਹੋਇਆ ਜੀ, ਤੇ ਉਹ ਡਰੱਗਸ ਦਾ ਮਾਮਲਾ ਇਕੱਲਾ ਇਹ ਤਾਂ ਨਹੀਂਗਾ ਵੀ ਕਿ ਡਰੱਗ ਵੇਚਣ ਵਾਲੇ ਤੇ ਡਰੱਗ ਜਿਹੜੇ ਹੈਗੇ ਲੈਂਦੇ ਉਹ ਕਰਨ ਲੱਗ ਪਏ। ਜਿਨ੍ਹਾਂ ਨੇ ਰੋਕਣਾ ਹੈ, ਜੇ ਰੋਕਣ ਵਾਲੇ ਬੰਦੇ ਉਹਨੂੰ ਰੋਕਦੇ ਨਹੀਂ, ਤੇ ਇਹਦਾ ਮਤਲਬ ਕੋਈ ਮਿਲੀ ਭੁਗਤ ਤਾਂ ਫਿਰ ਹੈ ਹੀ ਹੈ ਜੀ ਜੀ। ਇਹ ਉਹਦਾ ਨਤੀਜਾ ਖੈਰ ਦੇਖਦੇ ਆਪਾਂ ਕੀ ਹੁੰਦਾ ਹੈ ਜੀ ਜੀ। ਸੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਗੱਲਬਾਤ ਆਪਾਂ ਕਰਦੇ ਹਾਂ। ਤੇ ਇੱਕ ਆਪਾਂ ਜੀ ਬ੍ਰੇਕ ਤੇ ਇੱਕ ਮਿੰਟ ਜੀ। The biggest car dealership ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
6812600050। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਨ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਮੇਰਾ ਨਾਮ ਸਰਦਾਰ ਬਖਤੌਰ ਸਿੰਘ ਢਿੱਲੋਂ ਹੋ ਰਹੀ ਨੇ। ਢਿੱਲੋਂ ਸਾਹਿਬ, ਨੋਟਬੰਦੀ ਦਾ ਕੀ ਬਣ ਰਿਹਾ ਜੀ ਮਾਮਲਾ ਅਦਾਲਤ 'ਚ? ਦੇਖੋ ਜੀ, 58 ਪਟੀਸ਼ਨਾਂ ਦਾਇਰ ਹੋਈਆਂ ਵੀ ਕਿ 2016 ਦੇ ਵਿੱਚ 1000 ਤੇ 500 ਦੇ ਨੋਟ ਜਿਹੜੇ ਬੰਦ ਕਰਨ ਦਾ ਜੀ ਫੈਸਲਾ ਲਿਆ ਸੀ ਭਾਰਤ ਸਰਕਾਰ ਨੇ। ਉਹ ਫੈਸਲਾ ਜਿਹੜਾ ਦੇਸ਼ ਦੇ ਹਿੱਤਾਂ ਦੇ ਹੱਕ ਵਿੱਚ ਨਹੀਂ ਸੀ, ਸਗੋਂ ਉਸ ਫੈਸਲੇ ਦੇ ਨਾਲ ਕੁਝ ਥੈਲੀ ਸ਼ਾਹਾਂ ਨੂੰ ਫਾਇਦਾ ਹੋਇਆ ਜੀ, ਜਿਨ੍ਹਾਂ ਨੇ ਆਪਣਾ ਕਾਲਾ ਧਨ ਜਿਹੜਾ ਉਹਨੂੰ ਚਿੱਟੇ 'ਚ ਤਬਦੀਲ ਕਰ ਲਿਆ। ਇਹ ਮਾਮਲਾ ਜਿਹੜਾ ਸੁਪਰੀਮ ਕੋਰਟ 'ਚ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀ ਜੀ, ਤੇ ਹੁਣ ਜਿਹੜਾ ਹੈਗਾ ਇੱਕ ਸੰਵਿਧਾਨਕ ਬੈਂਚ ਬਣਿਆ, ਜਿਹੜਾ ਸੰਵਿਧਾਨਕ ਬੈਂਚ ਇਹਦੀ ਪੜਤਾਲ ਕਰ ਰਿਹਾ। ਸ਼ੁਰੂ ਦੇ ਵਿੱਚ ਜਦੋਂ 2016 ਦਾ ਸ਼ਾਇਦ ਨਵੰਬਰ ਮਹੀਨੇ ਹੀ ਸੀ ਜੀ, ਜਦੋਂ ਇਹਦਾ ਐਲਾਨ ਕੀਤਾ ਸੀ ਕਿ ਨੋਟਬੰਦੀ ਕੀਤੀ ਜਾ ਰਹੀ ਹੈ, ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ 3 ਜਿਹੜੇ ਹੈਗੇ ਆ ਉਹ ਮਨੋਰਥ ਦੱਸੇ ਸੀ। ਨੰਬਰ 1 ਕਿ ਕਾਲਾ ਧਨ ਕਢਵਾਉਣਾ ਹੈ। ਨੰਬਰ 2 ਕਿ ਜਿਹੜੀ ਗੈਰ ਕਾਨੂੰਨੀ ਨਜਾਇਜ਼ ਜਾਂ ਜਿਹੜੀ ਆਪਾਂ ਕਹਿੰਦੇ ਨਕਲੀ ਕਰੰਸੀ ਹੈ ਉਹਨੂੰ ਬੰਦ ਕਰਾਉਣਾ। ਤੇ ਨੰਬਰ 3 ਟੈਰਰਿਜ਼ਮ ਦਾ ਖਾਤਮਾ ਕਰਨਾ ਜੀ, ਕਿਉਂਕਿ ਕਹਿੰਦੇ ਜਿਹੜੀ ਜਾਲੀ ਕਰੰਸੀ ਹੈ ਇਹਦੇ ਜ਼ਰੀਏ ਜੋ ਜਿਹਦਾ ਚੱਲਣ ਚੱਲ ਰਿਹਾ ਸੀ, ਉਹ ਟੈਰਰਿਸਟ ਫੋਰਸਸ ਦੇ ਕੋਲੇ ਪੈਸਾ ਆ ਰਿਹਾ ਜੀ, ਤੇ ਉਹਦਾ ਕਰਨਾ ਸੀ ਸਾਰਾ ਕੁਝ। ਉਹਨਾਂ ਨੇ ਇਹ ਗੱਲ ਕਹੀ ਸੀ ਜੀ। ਅਗਲੀ ਗੱਲ ਦਾਨੇਵਾਲੀਆ ਸਾਹਿਬ ਇਹ ਕਹੀ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਇਹ ਸਾਰਾ ਅਮਲ 50 ਦਿਨਾਂ 'ਚ ਮੁਕੰਮਲ ਹੋ ਜਾਣੇ ਜੀ, ਤੇ ਜੇ ਇਸ ਅਮਲ ਦਾ ਕੋਈ ਸਾਰਥਕ ਸਿੱਟਾ ਨਾ ਨਿਕਲਿਆ ਤਾਂ ਮੈਨੂੰ ਭਾਵੇਂ ਦੇਸ਼ ਫਾਂਸੀ ਚੜਾ ਦੇਣ ਨੂੰ ਤਿਆਰ ਹੈ। ਇਹ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਵੇਲੇ ਕਹੀ ਕਿ ਆਪਾਂ ਇੱਥੇ ਬੈਠੇ ਸੀ, ਆਪਾਂ ਪ੍ਰੋਗਰਾਮ ਕਰੀ ਜਾਂਦੇ ਸੀ, ਕਿਸੇ ਕਾਲਰ ਨੇ ਆਪਾਂ ਨੂੰ ਫੋਨ ਕਰਕੇ ਭਾਣਾ ਵਰਤ ਗਿਆ, ਆਪਾਂ ਕਹਿੰਦੇ ਵੀ ਹੋ ਨਹੀਂ ਸਕਦਾ। ਉਮੀਦ ਨਹੀਂ ਸੀ। ਹਾਂ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਦਾ ਫਾਇਦਾ ਕਿੰਨਾ ਹੋਇਆ ਤੇ ਨੁਕਸਾਨ ਕਿੰਨਾ ਹੋਇਆ। ਲਗਭਗ 100 ਬੰਦਾ ਜੀ ਜਿਹੜੇ ਆਪਣੇ ਪੈਸੇ ਕਢਵਾਉਣ ਵਾਸਤੇ ATMਾਂ ਦੇ ਸਾਹਮਣੇ ਖੜੇ ਸੀ, ਬੈਂਕਾਂ ਦੇ ਸਾਹਮਣੇ ਖੜੇ ਸੀ, ਲੋੜਾਂ ਪੂਰੀਆਂ ਦੇ ਕਰਨ ਵਾਸਤੇ ਪ੍ਰੋਬਲਮਸ ਵੱਡੀਆਂ ਸੀ ਜੀ, ਉਹਦੇ ਲਈ ਪੈਸਾ ਚਾਹੀਦਾ, ਤੇ ਆਪਦਾ ਪੈਸਾ ਜਦੋਂ ਤੁਸੀਂ ਲੈਣ ਵਾਸਤੇ ਜਲੀਲ ਹੁੰਦੇ ਹੋ, ਉਦੋਂ ਪਤਾ ਲੱਗ ਖੱਜਲ ਖੁਆਰ ਹੁੰਦੇ ਹੋ, ਤੇ ਉਦੋਂ ਤੁਸੀਂ ਫਿਰ ਡਿਪਰੈਸ਼ਨ 'ਚ ਵੀ ਚਲੇ ਜਾਂਦੇ। ਲੀਡਰਾਂ ਦੀਆਂ ਕੁੜੀਆਂ ਪੈਸੇ ਪਾ ਕੇ ਫੋਟੋਆਂ ਪਾਉਂਦੀਆਂ ਸੀ। ਨਾਲ ਫਿਰ ਉਹਨਾਂ ਦਿਨਾਂ ਦੇ ਵਿੱਚ ਇਹ ਹੋਇਆ ਕਿ ਸਦਮਾ ਜਿਹੜਾ ਇੰਨਾ ਸੀ, ਸਦਮੇ ਦੀ ਵਜ੍ਹਾ ਕਾਰਨ 100 ਦੇ ਕਰੀਬ ਬੰਦੇ ਦੀ ਮੌਤ ਹੋ ਗਈ ਜੀ, ਔਰ 100 ਦੇ ਕਰੀਬ ਬੰਦੇ ਦੀ ਮੌਤ ਹੋ ਗਈ। ਤੇ ਜਿੱਥੋਂ ਤੱਕ ਪੈਸੇ ਵਾਲਾ ਮਾਮਲਾ ਸੀ, ਲੀਡਰਾਂ ਦੇ ਕੁੜੀਆਂ ਮੁੰਡੇ ਉਹ ਜਿਹੜਾ ਉਹ ਤਾਂ ਕਰਦੇ ਸੀਗੇ, ਉਹਦੇ ਨਾਲ ਜਿਹੜਾ ਹੈਗਾ 100 ਦਿਨ 50 ਦਿਨ ਵੀ ਟੱਪ ਗਿਆ, 100 ਦਿਨ ਵੀ ਟੱਪ ਗਿਆ, ਕੁਛ ਵੀ ਫਾਇਦਾ ਨਾ ਹੋਇਆ। ਨਾਲ ਅਗਲੀ ਫਿਰ ਇੱਕ ਹੋਰ ਗੱਲ ਕਹਿਤੀ ਸੀ ਜੀ, ਜਿਹੜਾ ਕਾਲਾ ਧਨ ਕਢਵਾਵਾਂਗੇ, ਇਹ ਤਾਂ ਫਿਰ ਬਾਅਦ ਦੀਆਂ ਗੱਲਾਂ, ਜਿਹੜਾ ਕਾਲਾ ਧਨ ਕਢਵਾਵਾਂਗੇ, ਉਹ ਕਾਲੇ ਧਨ ਦਾ ਮਤਲਬ
ਇੱਕ ਜੇ 5 ਜੀਆਂ ਦਾ ਪਰਿਵਾਰ ਹੈ ਤੇ 15-15 ਲੱਖ ਰੁਪਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਜਮ੍ਹਾਂ ਹੋਇਆ। ਹੁਣ ਨਾ ਤਾਂ ਅੱਤਵਾਦ ਖਤਮ ਹੋਇਆ, ਨਾ ਜਾਲੀ ਕਰੰਸੀ ਖਤਮ ਹੋਈ ਹੈ, ਤੇ ਨਾ ਹੀ ਜਿਹੜਾ ਹੈਗਾ ਤੁਹਾਡਾ ਇਕਨੋਮੀ ਨੂੰ ਉਤਸ਼ਾਹ ਮਿਲਿਆ, ਕਾਲਾ ਧਨ। ਤਿੰਨ ਆਬਜੈਕਟਿਵ ਸੀ ਜਿਹੜੇ ਤਿੰਨੇ ਆਬਜੈਕਟਿਵ ਪੂਰੇ ਫੇਲ ਹੋ ਗਏ, ਪੂਰੇ ਨਹੀਂ ਹੋਏ, ਫੇਲ ਹੋ ਗਏ। ਹੁਣ ਇਹਦੇ 'ਚ ਕੌਣ ਜ਼ਿੰਮੇਵਾਰ ਹੈ ਜੀ? ਇਹਦੇ ਬਾਰੇ ਜਦੋਂ ਪਟੀਸ਼ਨਾਂ ਪੈ ਗਈਆਂ, ਤੁਸੀਂ ਦੱਸੋ ਜੀ, ਤਾਂ ਕੁਝ ਵੀ ਨਹੀਂ ਹੋਇਆ, ਸਗੋਂ ਉਲਟਾ ਹੋਇਆ ਜੀ, ਕਿ ਜਿੰਨਾ ਕੁ ਕਹਿੰਦੇ ਸੀ ਜੀ ਕਾਲਾ ਧਨ ਕਢਵਾਉਣਾ ਹੈ, ਉਹਨਾਂ ਕੁ ਕਾਲਾ ਧਨ ਜਾਂ ਜਿਹੜੀ ਜਾਲੀ ਕਰੰਸੀ ਹੈ ਉਹ ਤਾਂ ਫੇਰ ਜਿਹੜੀ ਹੈਗੀ ਕੈਸ਼ ਹੋ ਗਈ, ਬਿਲਕੁਲ। ਤੇ ਜਿਹੜਾ ਨਵੀਂ ਕਰੰਸੀ ਛਾਪਣ ਦੇ ਉੱਤੇ ਪੈਸਾ ਲੱਗਿਆ ਉਹ ਲਾਸ ਹੋਇਆ। ਮਤਲਬ ਇਹ ਸੌਦਾ ਜਿਹੜਾ ਸੀ ਜੀ, ਇਹ ਸੌਦਾ ਫਾਇਦੇ ਦੀ ਬਜਾਏ ਨੁਕਸਾਨ ਵਾਲੇ ਵੱਲ ਪਾਸੇ ਹੋਇਆ ਤੇ ਮੌਤਾਂ ਬੰਦਿਆਂ ਦੀਆਂ ਹੋ ਗਈਆਂ ਵੱਧ। ਇਸ ਮਾਮਲੇ ਨੂੰ ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਉਠਾਤਾ ਤੇ ਸੰਵਿਧਾਨਕ ਬੈਂਚ ਦੇ ਵਿੱਚ ਲੱਗੀ ਸੁਣਵਾਈ ਹੋਣ ਜੀ, ਤੇ ਫਿਰ ਸਰਕਾਰੀ ਧਿਰ ਨੇ ਇਹ ਗੱਲ ਕਹੀ, ਸਰਕਾਰੀ ਵਕੀਲਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਕਿ ਇਹ ਨੀਤੀਗਤ ਫੈਸਲਾ ਹੈ, ਨੀਤੀਗਤ ਫੈਸਲੇ ਦੀ ਨਿਆਇਕ ਸਮੀਖਿਆ ਨਹੀਂ ਕੀਤੀ ਜਾ ਸਕਦੀ ਜੀ। ਹੁਣ ਇਹ ਨੀਤੀਗਤ ਫੈਸਲੇ ਦੀ ਨਿਆਇਕ ਸਮੀਖਿਆ ਨਹੀਂ ਕੀਤੀ ਜਾ ਸਕਦੀ, ਇਹ ਮੈਨੂੰ ਨਹੀਂ ਪਤਾ ਲੱਗਿਆ ਵੀ ਕਿੱਧਰਲਾ ਕਾਨੂੰਨ ਹੈ। ਕਿਉਂਕਿ ਜੇ ਕਿਸੇ ਫੈਸਲੇ ਦੇ ਨਾਲ ਲੋਕਾਂ ਦੀਆਂ ਜਾਨਾਂ ਜਾਂਦੀਆਂ ਜੀ, ਜੇ ਕਿਸੇ ਫੈਸਲੇ ਦੇ ਨਾਲ ਲੋਕਾਂ ਦਾ ਆਰਥਿਕ ਨੁਕਸਾਨ ਹੁੰਦਾ, ਦੇਸ਼ ਦਾ ਆਰਥਿਕ ਨੁਕਸਾਨ ਹੁੰਦਾ, ਤੇ ਉਹਦੀ ਸਮੀਖਿਆ ਕਿਉਂ ਨਾ ਹੋਵੇ? ਅਦਾਲਤਾਂ ਫਿਰ ਕਾਹਦੀ ਖਾਤਰ ਹੈ ਜੀ? ਇਹਦੇ ਤੇ ਫਿਰ ਇਹ ਗੱਲ ਆ ਗਈ ਵੀ ਕੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਇਹ ਐਡਵਾਈਸ ਸੀ ਜੀ, ਉਹਨਾਂ ਦੀ ਪ੍ਰਪੋਜ਼ਲ ਸੀ ਕਿ ਇਹ ਗੱਲ ਕਰੀਏ, ਕਿਉਂਕਿ ਸਭ ਤੋਂ ਵੱਡਾ ਅਦਾਰਾ ਜਿਹੜਾ ਉਹ ਰਿਜ਼ਰਵ ਬੈਂਕ ਆਫ ਇੰਡੀਆ ਹੈ ਜੀ। ਪੀ ਚਿਦੰਬਰਮ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਹੈ, ਉਹ ਵਿੱਤ ਮੰਤਰੀ ਵੀ ਰਹੇ ਹੈ, ਤੇ ਮੰਨਣਾ ਪੈਣਾ ਆਪਾਂ ਨੂੰ ਕਿ ਉਹ ਇੱਕ ਦੇਸ਼ ਦੇ ਵੱਡੇ ਵਕੀਲ ਵੀ ਹੈ ਜੀ। ਉਹਨਾਂ ਨੇ ਪੁਆਇੰਟ ਉਠਾਇਆ, ਉਹ ਕਹਿੰਦੇ ਜੀ ਇਹ ਦੱਸੋ ਜੀ ਕਿ ਜੇ ਨੁਕਸਾਨ ਹੁੰਦਾ ਹੈ ਤੇ ਨੁਕਸਾਨ ਦੀ ਸਮੀਖਿਆ ਕਿਉਂ ਨਹੀਂ ਕੀਤੀ ਜਾ ਸਕਦੀ? ਜੀ, ਬਿਲਕੁਲ ਸਿਆਣੀ ਗੱਲ ਹੈ। ਇਹਦੀ ਨੁਕਸਾਨ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਉਹ ਕਹਿੰਦੇ ਜੀ ਸਮੀਖਿਆ ਹੋ ਨਹੀਂ ਸਕਦੀ। ਉਹਨੇ ਫਿਰ ਕਿਹਾ ਵੀ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਹੈ ਜੀ, ਤਜਵੀਜ਼ ਤਾਂ ਉਹਨੇ ਬਣਾਉਣੀ ਹੈ, ਤੇ ਤਜਵੀਜ਼ ਕਿਉਂ ਨਹੀਂ? ਹੁਣ ਇਹਦੇ ਤੇ ਜੋ ਕੁਛ ਹੈ, ਜਿਹੜੀ ਹੈ ਜੋ ਵਿਚਾਰ ਵਟਾਂਦਰੇ ਚ ਆਇਆ, ਕਹਿੰਦੇ ਵੀ ਜਿਹੜੀ ਉਹਦੇ ਵਿੱਚ ਗੱਲਾਂ ਬਾਤਾਂ ਹੋਈਆਂ, ਨਿਆਇਕ ਸਮੀਖਿਆ ਦੇ ਸੀਮਿਤ ਅਧਿਕਾਰ ਦਾ ਮਤਲਬ ਇਹ ਨਹੀਂ ਜੀ ਕਿ ਅਦਾਲਤ ਹੱਥ ਧਰ ਕੇ ਬੈਠ ਚੁੱਕੀ, ਤੇ ਨਾਲ ਬੈਂਚ ਨੇ ਕਿਹਾ ਕਿ ਸਰਕਾਰ ਕਿਸ ਢੰਗ ਨਾਲ ਫੈਸਲੇ ਲੈਂਦੀ ਹੈ ਜੀ, ਇਸ ਦੀ ਹਮੇਸ਼ਾ ਸਮੀਖਿਆ ਕੀਤੀ ਜਾ ਸਕਦੀ ਹੈ। 1000 ਅਤੇ 500 ਦੇ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਜੀ ਗੰਭੀਰ ਤੌਰ ਤੇ ਦੋਸ਼ਪੂਰਨ ਦੱਸਦਿਆਂ ਚਿਦੰਬਰਮ ਨੇ ਕਿਹਾ ਕਿ ਕੇਂਦਰ ਸਰਕਾਰ ਨੋਟਾਂ ਦੇ ਮਾਮਲੇ ਨਾਲ ਸੰਬੰਧਿਤ ਕਿਸੇ ਵੀ ਤਜਵੀਜ਼ ਨੂੰ ਆਪਣੇ ਦਮ ਤੇ ਸ਼ੁਰੂ ਨਹੀਂ ਕਰ ਸਕਦੀ, ਅਤੇ ਇਹ ਸਿਰਫ RBI ਤੇ ਕੇਂਦਰੀ ਬੋਰਡ ਦੀ ਸਿਫਾਰਿਸ਼ ਤੇ ਹੀ ਕੀਤਾ ਜਾ ਸਕਦਾ ਹੈ। 2016 ਦੀ ਨੋਟਬੰਦੀ ਦੀ ਕਵਾਇਦ ਤੇ ਮੁੜ ਤੋਂ ਵਿਚਾਰ ਕਰਨ ਦੀ ਸੁਪਰੀਮ ਕੋਰਟ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਿਆਂ ਸਰਕਾਰ ਨੇ ਕਿਹਾ ਸੀ ਕਿ ਅਦਾਲਤ ਅਜਿਹੇ ਮਾਮਲਿਆਂ ਦਾ ਫੈਸਲਾ ਨਹੀਂ ਕਰ ਸਕਦੀ ਜਦੋਂ ਕਿ ਘੜੀ ਦੀ ਸੂਈ ਨੂੰ ਪਿੱਛੇ ਕਰਕੇ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ। ਹੁਣ ਇਹਦੇ ਤੇ ਜੀ ਸੁਪਰੀਮ ਕੋਰਟ ਨੇ ਸਾਰਾ ਕੁਝ ਕਹਿੰਦੇ ਜੀ ਨਹੀਂ, ਅਸੀਂ ਇਹਦੀ ਸਮੀਖਿਆ ਕਰ ਸਕਦੇ ਹਾਂ, ਸਾਡੇ ਕੋਲ ਇਹ ਅਧਿਕਾਰ ਹੈ ਔਰ ਦੇਸ਼ ਵਾਸਤੇ ਇਹ ਜ਼ਰੂਰੀ ਹੈ, ਦੇਸ਼ ਦੀ ਆਰਥਿਕਤਾ ਵਾਸਤੇ ਜ਼ਰੂਰੀ ਹੈ। ਲਓ ਜੀ, ਇਹਦੇ ਨਾਲ ਉਹਨਾਂ ਨੇ ਫਿਰ ਹੁਕਮ ਦਿੱਤਾ ਕਿ ਜੋ ਕੁਝ ਕਹਿਣਾ ਜੀ ਤੁਸੀਂ ਕਹਿ ਦਿਓ, ਔਰ ਇਹ ਐ ਨਾ ਕਹੋ ਜਿਵੇਂ ਤੁਸੀਂ ਹੁਣ ਕਹੀ ਜਾਂਦੇ ਹੋ। ਰਿਜ਼ਰਵ ਬੈਂਕ ਆਫ ਇੰਡੀਆ, ਕੇਂਦਰ ਸਰਕਾਰ ਤੇ ਸੰਬੰਧਿਤ ਧਿਰਾਂ ਆਪਣੇ ਲਿਖਤੀ ਹਲਫਨਾਮੇ ਜਿਹੜੇ ਉਹ ਪੇਸ਼ ਕਰ ਦਿਓ ਜੀ, ਔਰ ਉਹਦੇ ਲਈ ਟਾਈਮ ਕਿੰਨਾ ਦਿੱਤਾ ਜੀ? 10 ਦਸੰਬਰ। 10 ਦਸੰਬਰ ਦਾ ਟਾਈਮ ਦਿੱਤਾ, ਫੈਸਲਾ ਰਿਜ਼ਰਵ ਰੱਖ ਲਿਆ, ਹੁਣ ਬਹਿਸ ਨਹੀਂ ਹੋਣੀ ਇਹਦੇ। ਔਰ ਜਿਹੜੇ ਫਿਰ ਜਵਾਬ ਦੇਣੇ, ਉਹਨਾਂ ਜਵਾਬਾਂ 'ਚ ਕੌਣ ਕੀ ਕਹਿੰਦਾ ਹੈ, ਉਹਦੇ ਆਧਾਰ ਦੇ ਉੱਤੇ ਅੱਗੇ ਫੈਸਲਾ ਹੋਣਾ। ਤੇ ਮੈਨੂੰ ਲੱਗਦੀ ਦਾਨੇਵਾਲੀਆ ਸਾਹਿਬ ਇਹ ਹੈ, ਜੋ ਸੁਪਰੀਮ ਕੋਰਟ ਦਾ ਰੁਖ ਹੈ ਉਹ ਸਖਤ ਹੈ, ਕਿਉਂਕਿ ਹੁਣ ਉਹ ਪਹਿਲਾਂ ਵਾਲੀ ਗੱਲ ਤਾਂ ਹੈ ਨਹੀਂ, ਰੰਜਨ ਗੋਗੋਈ ਸਾਹਿਬ ਵਾਲੀ ਗੱਲ ਕਿ ਜੀ ਸਾਰਾ ਫੈਸਲਾ ਲਿਖਤਾ, ਸਾਰੇ ਫੈਸਲੇ ਦੇ ਵਿੱਚ ਇਹ ਕਿਹਾ ਗਿਆ ਕਿ ਬਾਬਰੀ ਮਸਜਿਦ ਜਿਨ੍ਹਾਂ ਨੇ ਢਾਈ ਹੈ ਉਹਨਾਂ ਨੇ ਵੱਜਰਾ ਅਪਰਾਧ ਕੀਤਾ ਹੈ ਜੀ। ਇਹ ਵੀ ਗੱਲ ਕਹਿ ਦਿੱਤੀ ਕਿ ਬਹੁਤ ਲੰਬੇ ਸਮੇਂ ਤੋਂ ਬਾਬਰੀ ਮਸਜਿਦ ਸੀ, ਕਾਨੂੰਨੀ ਤੌਰ ਤੇ ਇੱਥੇ ਕਿਸੇ ਦਾ ਕੋਈ ਹੋਰ ਹੱਕ ਨਹੀਂ ਬਣਦਾ, ਪਰ ਨਾਲ ਹੀ ਕਹਿਤੀ ਕਿ ਇੱਕ ਵਿਸ਼ੇਸ਼ ਧਾਰਾ ਦਾ ਜ਼ਿਕਰ ਦੇ ਕੇ ਕਿ ਸੁਪਰੀਮ ਕੋਰਟ ਦੇ ਕੋਲ ਇਹ ਪਾਵਰਾਂ ਹੈ ਜੀ ਕਿ ਦੇਸ਼ ਦੇ ਹਿੱਤ ਵਿੱਚ ਅਸੀਂ ਇਹ ਫੈਸਲਾ ਕਰ ਸਕਦੇ, ਤੇ ਫੈਸਲਾ ਕਰਤਾ। ਨਤੀਜਾ ਕੀ ਹੋਇਆ ਜੀ? ਨਤੀਜਾ ਇਹ ਹੋਇਆ ਕਿ ਮੁਸਲਮਾਨ ਭਾਈਚਾਰੇ ਨੇ ਉਸ ਫੈਸਲੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ। ਉਹਨਾਂ ਲਈ ਕਹਿੰਦੇ ਵੀ ਅਸੀਂ ਇੱਕ ਦੁਬਾਰਾ 5 ਏਕੜ ਬਾਹਰ ਜਗ੍ਹਾ ਦੇਤੀ ਜੀ, ਤੁਸੀਂ ਆਪਣੀ ਮਸਜਿਦ ਉੱਥੇ ਬਣਾ ਲਓ ਜੀ, ਔਰ ਉਹਦਾ
ਮੁਸਲਿਮ ਭਾਈਚਾਰੇ ਨੇ ਭਾਵੇਂ ਵਿਰੋਧ ਨਹੀਂ ਕੀਤਾ, ਚਲੋ ਮੁੱਕਿਆ ਕਲੇਸ਼, ਪਰ ਰੰਜਨ ਗੋਗੋਈ ਸਾਹਿਬ ਨੂੰ ਰਾਜ ਸਭਾ ਦੀ ਮੈਂਬਰੀ ਨਸੀਬ ਹੋ ਗਈ ਜੀ। ਹੁਣ DFI ਚੰਦਰਾਚੂੜ ਹੈ ਦੇਸ਼ ਦੇ ਜਿਹੜੇ ਚੀਫ ਜਸਟਿਸ ਹੈ, ਤੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਹਰ ਬੰਦੇ ਦੇ ਅਖੀਰਲੇ ਪੱਧਰ ਤੱਕ ਜੀ, ਸਭ ਤੋਂ ਹੇਠਲੇ ਪੱਧਰ ਤੱਕ ਜਿਹੜਾ ਲੋਕਾਂ ਨੂੰ ਜਿਹੜਾ ਨਿਆਂ ਦਿਵਾਉਣਾ, ਇਹ ਸੁਪਰੀਮ ਕੋਰਟ ਦਾ ਇੱਕ ਕੰਮ ਹੈ ਜੀ। ਤੇ ਪੀਰੀਅਡ ਇਹਨਾਂ ਦਾ 2 ਸਾਲ ਹੈ। 2 ਸਾਲ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਸੰਵਿਧਾਨਕ ਬੈਂਚ ਬਣ ਗਏ ਜੀ। ਹੁਣ ਜਿਹੜਾ ਧਾਰਾ 370 ਖਤਮ ਕੀਤੀ ਆ ਉਹ ਵੀ ਸੰਵਿਧਾਨਕ ਬੈਂਚ ਦੇ ਕੋਲੇ ਆ ਗਿਆ, ਉਹਦੇ ਵਾਸਤੇ ਵੀ ਬਣਾਤਾ ਤੇ ਉਹਦਾ ਵੀ ਅਗਲੇ ਦਿਨਾਂ 'ਚ ਫੈਸਲਾ ਹੋਣਾ ਹੈ ਜੀ। ਔਰ ਤੁਸੀਂ ਦੇਖਿਆ ਹੋਣਾ ਕਿ ਇਹਦਾ ਵਿਰੋਧ ਕਰਨ ਵਾਲੇ ਜਿਹੜੇ ਲੋਕ ਜੰਮੂ ਕਸ਼ਮੀਰ ਦੇ ਵਿੱਚ ਹਥਿਆਰਾਂ ਨਾਲ ਵਿਰੋਧ ਕਰਦੇ ਆ, ਉੱਥੇ ਬਹੁਤ ਵਧੀਆ ਗੱਲ ਕਹੀ ਹੈ ਨੈਸ਼ਨਲ ਕਾਨਫਰੰਸ ਦੇ ਲੀਡਰ ਮਿਸਟਰ ਫਾਰੂਕ ਅਬਦੁੱਲਾ ਜੀ ਤੇ ਉਮਰ ਅਬਦੁੱਲਾ ਨੇ ਕਿ ਜੇ ਅਸੀਂ ਅਜਿਹੇ ਹਥਿਆਰਾਂ ਨਾਲ ਚੱਕ ਕੇ ਵਿਰੋਧ ਕਰਨ ਵਾਲਿਆਂ ਦੀ ਹਮਾਇਤ ਕਰਾਂਗੇ ਤੇ ਅਸੀਂ ਆਪਣੀ ਜਵਾਨੀ ਦਾ ਘਾਣ ਕਰਾਵਾਂਗੇ ਜੀ। ਲੇਕਿਨ ਕਾਨੂੰਨੀ ਤੌਰ ਦੇ ਉੱਤੇ ਸਾਨੂੰ ਪਤਾ ਕਿ ਅਸੀਂ ਠੀਕ ਹੈ ਤੇ ਕਾਨੂੰਨੀ ਤੌਰ ਦੇ ਉੱਤੇ ਸਾਨੂੰ ਇਨਸਾਫ ਮਿਲ ਸਕਦਾ ਹੈ। ਇਹ ਤਾਂ ਆਪਾਂ ਭਵਿੱਖ ਤੇ ਛੱਡਦੇ ਹਾਂ ਵੀ ਇਨਸਾਫ ਮਿਲਦਾ ਕਿ ਨਹੀਂ ਮਿਲਦਾ, ਲੇਕਿਨ ਇੱਕ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਜਿਹੜੀ ਅਦਾਲਤੀ ਸਰਗਰਮੀ ਹੈ ਇਹ ਦੇਸ਼ ਦੇ ਹਿੱਤ ਵਿੱਚ ਹੈ ਜੀ। ਤੇ ਸਭ ਬੜੀ ਇੰਟਰਸਟਿੰਗ ਚੀਜ਼ ਹਿਮਾਚਲ ਤੋਂ ਸਾਹਮਣੇ ਆ ਗਈ ਹੈ ਆਪਣੇ ਗੱਲ ਕਰਦੇ ਕਰਦੇ ਜੀ। 59 ਸੀਟਾਂ ਕਲੀਅਰ ਹੋ ਗਈਆਂ ਜੀ, 68 ਦੇ ਵਿੱਚੋਂ 9 ਹੀ ਬਾਕੀ ਹੈ। ਅੱਛਾ ਜੀ। 7 ਦੇ 18 ਸੀਟਾਂ BJP ਲੈ ਗਈ ਹੈ ਜੀ, 38 ਸੀਟਾਂ ਕਲੀਅਰ ਕਰ ਗਈ ਹੈ ਕਾਂਗਰਸ। 38 ਕਲੀਅਰ ਕਰਤੀਆਂ, ਹਾਂਜੀ, ਸਾਫ਼ ਹੋ ਗਏ, ਸਾਫ਼ ਹੋ ਗਏ, ਡਿਕਲੇਅਰ ਹੋ ਗਏ, ਡਿਕਲੇਅਰ ਹੋ ਗਏ। 2 ਸੀਟਾਂ ਤੇ ਲੀਡ ਕਰ ਰਹੀ ਹੈ, 40 ਹੋ ਸਕਦੀ, 40%। 18 ਤੇ 7 25 ਤੇ BJP ਸਿਮਟਦੀ ਨਜ਼ਰ ਆਉਂਦੀ ਹੈ। ਠੀਕ ਹੈ। ਹੈਰਾਨੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਹਾਂਜੀ, ਕਾਂਗਰਸ ਲੈਂਦੀ ਹੈ ਜੀ 43.9% ਦੀ ਵੋਟਾਂ, ਅੱਛਾ, ਤੇ BJP ਲੈਂਦੀ ਹੈ 43% ਦੀ। ਮੁਕਾਬਲਾ ਹੈ ਨੈਕ ਟੂ ਨੈਕ। ਦੇਖੋ ਵੋਟਾਂ ਦੇ ਮਾਮਲੇ 'ਚ ਦੇਖੀਏ ਤਾਂ ਜਿਵੇਂ ਨੈਕ ਟੂ ਨੈਕ, ਹਾਂ ਨੈਕ ਟੂ ਨੈਕ ਹੈ, ਪਰ ਗੱਲ ਇਹ ਜਿਹੜੇ ਅੰਕੜੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅੰਕੜੇ, ਇਸ ਤੋਂ ਸਟੀਕ ਅੰਕੜਾ ਨਹੀਂ। ਇਹ ਤਾਂ ਜਿਹੜਾ ਇਹ ਤਾਂ ਹੁਣ ਤੱਕ ਦਾ ਨਾ, ਹੁਣ ਜਿਹੜੀਆਂ ਰਹਿੰਦੀਆਂ ਸੀਟਾਂ ਉਹਦੇ ਤਾਂ ਜੇ ਆਉਣੇ ਆ ਨਾ, ਆਉਣੇ ਆ, ਉਹਦੇ ਪਰਸੈਂਟੇਜ ਦਾ ਪਤਾ ਲੱਗਣਾ ਉੱਥੇ। ਪਰ ਹੁਣ ਦੇਖ ਲਈਏ ਤਾਂ 7 ਤੇ 2 9 ਸੀਟਾਂ ਦਾ ਹੀ ਰਹਿ ਗਿਆ ਜੀ। ਇਹ 9 ਸੀਟਾਂ ਵੋਟ ਪਰਸੈਂਟੇਜ ਤਾਂ ਥੋੜੀ ਮੋਟੀ ਇੱਧਰ ਉੱਧਰ ਹੋਊਗੀ, ਕੋਈ ਜ਼ਿਆਦਾ ਨਹੀਂ ਹੋਊਗੀ। ਹਾਂ, ਕੋਈ ਜ਼ਿਆਦਾ ਨਹੀਂ ਹੁੰਦੀ, ਪਰ ਇੱਕ ਗੱਲ ਕਲੀਅਰ ਹੈ ਕਿ 18 38 20 ਸੀਟਾਂ ਦਾ ਜਿਹੜਾ ਹੈਗਾ 7 ਤੇ ਲੀਡ ਕਰ ਰਹੀ ਹੈ, 25 ਹੋ ਜਾਣਗੀਆਂ, 2 ਤੇ ਲੀਡ ਕਾਂਗਰਸ ਕਰ ਰਹੀ ਹੈ, 40 ਹੋ ਜਾਣਗੀਆਂ, 15 ਸੀਟਾਂ ਦਾ ਫਰਕ ਰਹਿੰਦਾ। ਹਾਰਸ ਟ੍ਰੇਡਿੰਗ ਵਾਲੀ ਜਿਹੜੀ ਸਥਿਤੀ ਉਹ ਖਤਮ ਹੋ ਗਈ ਹੁਣ। ਤੇ ਇਹ ਤੁਹਾਡਾ ਜਿਹੜਾ ਹੈਗਾ ਮੇਰੇ ਖਿਆਲ ਕੁਝ ਇੰਡੀਪੈਂਡੈਂਟ ਵੀ ਆ ਗਏ ਨਾ, ਇੰਡੀਪੈਂਡੈਂਟ 3 ਹੈ ਜੀ, 3 ਆ ਗਏ, 25 ਤੇ 3 28 ਵੀ ਕਰਦੇ, 28 ਤੇ 40 68, ਬਸ ਗੱਲ ਉੱਥੇ ਹੀ ਆ ਜਾਂਦੀ ਹੈ। ਹਾਂ, ਆਪ ਤਾਂ ਉਹੀ 1% ਤੇ ਸਿਮਟ ਕੇ ਰਹਿ ਗਈ ਜੀ। ਨਹੀਂ, ਆਪ ਤਾਂ ਉਹ ਤਾਂ ਛੱਡ ਹੀ ਗਏ ਸੀ। ਆਪ ਨੇ ਤਾਂ ਉੱਥੇ ਮਤਲਬ ਤਾਂ ਸਿਰਫ ਇੱਕ ਖੇਡ ਕਰਨ ਗਏ ਸੀ ਕਿ ਉਹ ਖੇਲਾ ਤਾਂ ਗੁਜਰਾਤ 'ਚ ਕੀਤਾ ਹੈ। ਬਿਲਕੁਲ ਬਿਲਕੁਲ। ਤੇ ਢਿੱਲੋਂ ਸਾਹਿਬ, ਬੜੀ ਇੱਕ ਸਨਸਨੀਖੇਜ਼ ਖਬਰ ਦਾ ਖੁਲਾਸਾ ਹੋਇਆ ਜੀ। ਕਹਿੰਦੇ ਹਾਈਵੇ ਤੇ ਪੈਂਦੀਆਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਤੇ ਥਾਣੇ ਆ ਪੁਲਿਸ ਦੇ, ਇਹਨਾਂ ਦੇ ਉੱਤੇ ਹਮਲਾ ਹੋ ਸਕਦਾ। ਕਿੱਥੇ? ਪੰਜਾਬ 'ਚ, ਕਿਹੜੇ ਸੂਬੇ 'ਚ, ਕਿੱਥੇ? ਪੰਜਾਬ ਦੇ ਵਿੱਚ ਹੈ ਜੀ। ਅੱਛਾ। ਇਹ ਕਹਿੰਦੇ ਜਿਹੜੀਆਂ ਖੁਫੀਆ ਏਜੰਸੀਆਂ ਨੇ ਇਨਪੁਟਸ ਪ੍ਰੋਵਾਈਡ ਕੀਤੀਆਂ ਪੰਜਾਬ ਪੁਲਿਸ ਨੂੰ ਜੀ। ਔਰ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਦਾਨੇਵਾਲੀਆ ਸਾਹਿਬ ਬੜਾ ਜਿਹੜਾ ਹੈਗਾ ਸਿਲਸਿਲੇਵਾਦ ਵੱਧ ਤਰੀਕੇ ਦੇ ਨਾਲ ਵਾਰਦਾਤਾਂ ਹੋ ਰਹੀਆਂ। ਵੱਡੇ ਜਿਹੜੇ ਹੈਗੇ ਆ ਬਿਜ਼ਨਸਮੈਨ ਜੀ, ਉਹਨਾਂ ਨੂੰ ਟੈਲੀਫੋਨ ਕਾਲਾਂ ਆ ਰਹੀਆਂ ਕਿ ਜੀ ਤੁਸੀਂ ਫਰੌਤੀਆਂ ਤੋਂ ਬਿਮਾਰ ਵੀ ਦਿੱਤਾ ਇੱਕ ਗਨਮੈਨ ਸਮੇਤ, ਇੱਕ ਵਿਚਾਰਾ ਨਕੋਦਰ ਕੇ ਕਿੱਥੇ। ਹਾਂ, ਇੱਕ ਨਹੀਂ ਵਾਰਤਾ ਜੀ, ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਦੇਖੀ ਤਾਂ 3 ਵਾਰਦਾਤਾਂ ਹੋਈਆਂ। 3 ਵਾਰਦਾਤਾਂ ਦੇ ਵਿੱਚ ਜਿਹੜੇ ਲੋਕ ਮਰਦੇ ਹੈ ਉਹ ਕੌਣ ਹੈ? ਉਹ ਲੋਕ ਉਹ ਹੈ ਜਿਹੜੇ ਪ੍ਰੋਟੈਕਟੀ ਹੈ। ਸੁਧੀਰ ਸੂਰੀ ਬੰਦਾ ਚੰਗਾ ਨਹੀਂ ਸੀ, ਬਕਵਾਸ ਬਹੁਤ ਕਰਦਾ ਸੀ, ਜ਼ਹਿਰ ਪਾਉਂਦਾ ਸੀ, ਲੇਕਿਨ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੋਈ ਸੀ, ਉਹਨੂੰ ਜਿਪਸੀ ਵੀ ਦਿੱਤੀ ਹੋਈ ਸੀ, ਉਹਨੂੰ ਸਰਕਾਰੀ ਗੱਡੀ ਦਿੱਤੀ ਹੋਈ ਸੀ। ਉਹ ਬੰਦਾ ਆ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਧਰਨਾ ਮਾਰਦਾ ਹੈ, ਉਹਦੀ ਆਪਦੀ ਸਿਕਿਉਰਿਟੀ ਵਾਲੇ ਨਾਲ ਖੜੇ ਜੀ, ਨਾਲ ਜਿਹੜੀ ਹੈਗੀ ਲੋਕਲ ਪੁਲਿਸ ਖੜੀ ਹੈ, ਗੈਸਟਡ ਅਫਸਰ ਖੜੋਤੇ। ਇੱਕ ਬੰਦਾ ਆਪਦਾ ਆਰਾਮ ਨਾਲ ਆਉਂਦਾ ਤੇ ਗੋਲੀਆਂ ਮਾਰ ਕੇ ਚਲੇ ਜਾਂਦੇ ਤੇ ਸਿਕਿਉਰਿਟੀ ਵਾਲੇ ਕੱਖ ਨਹੀਂ ਕਰ ਸਕਦੇ ਤੇ ਆਰਾਮ ਨਾਲ ਤੁਰ ਜਾਂਦੇ। ਇਸੇ ਤਰੀਕੇ ਪ੍ਰਦੀਪ ਨਾਂ ਦਾ ਕੋਈ ਬੰਦਾ, ਮੇਰੇ ਖਿਆਲ ਪ੍ਰਦੀਪ ਜਾਂ ਕੋਟਕਪੂਰੇ, ਜਿਹੜਾ ਇੱਕ ਡੇਰਾ ਪ੍ਰੇਮੀ ਹੈ ਜੀ, ਉਹਨੂੰ ਇੱਕ ਜਿਹੜਾ ਹੈਗਾ ਗਨਮੈਨ ਪ੍ਰੋਵਾਈਡ ਕੀਤਾ ਹੋਇਆ। ਗਨਮੈਨ ਜਿਹੜਾ ਹੈਗਾ ਹੋਮਗਾਰਡ ਦਾ ਜਵਾਨ ਹੈ ਜੀ। ਉਹ ਆਉਂਦੇ ਤੇ ਉਹਨੂੰ ਆ ਕੇ ਪ੍ਰਦੀਪ ਨੂੰ ਟਾਰਗੇਟ ਕਰਦੇ। ਗਨਮੈਨ ਜਿਹੜੀ ਹੈਗੀ ਮਾੜੀ ਮੋਟੀ ਹਰਕਤ ਕਰਦਾ ਤੇ ਨਾਲ ਉਹ ਵੀ ਟਾਰਗੇਟ ਹੁੰਦਾ, ਉਹ ਜ਼ਖਮੀ ਹੋ ਜਾਂਦਾ। ਹਾਲਤ ਉਹਦੀ ਮੁੰਡੇ ਦੀ ਵੀ ਮਾੜੀ ਹੈ ਜੀ। ਆਹ ਜਿਹੜੀ ਤੀਜੀ ਵਾਰਦਾਤ ਹੈ ਕੱਲ ਕਹਿੰਦੇ ਨਕੋਦਰ ਹੋਈ ਹੈ, ਲੇਟ ਨਾਈਟ। ਨਕੋਦਰ ਦੇ ਵਿੱਚ ਜਿਹੜਾ ਹੈਗਾ ਇੱਕ ਆਦਮੀ ਹੈ, ਉਹ ਤੋਂ ਵੀ ਫਰੌਤੀ ਮੰਗੀ ਸੀ ਜੀ, ਉਹਨੇ ਫਰੌਤੀ ਨਹੀਂ ਸੀ ਦਿੱਤੀ।
ਉਹਨੇ ਪੁਲਿਸ ਨੂੰ ਯੂਨੀਫਾਰਮ ਕਰਤਾ ਤੇ ਪੁਲਿਸ ਨੇ ਉਹਨੂੰ ਦੇਤਾ ਇੱਕ ਸਿਕਿਉਰਿਟੀ ਗਾਰਡ। ਔਰ ਜਦੋਂ ਕੱਲ ਆਪਣੀ ਗੱਡੀ 'ਚ ਬੈਠ ਕੇ ਚੱਲਣ ਲੱਗਿਆ ਤੇ ਇਮੀਡੀਏਟ ਜਿਹੜੇ ਹੈ ਬਾਈਕ ਤੇ ਸਵਾਰ ਆਉਂਦੇ ਤੇ ਉਹਨਾਂ ਨੇ ਆ ਕੇ ਗੋਲੀ ਚਲਾਤੀ। ਉਹ ਬੰਦਾ ਮੌਕੇ ਤੇ ਮਰ ਜਾਂਦਾ ਜਦੋਂ ਮੁੰਡਾ ਜ਼ਖਮੀ ਹੋ ਜਾਂਦਾ ਜਿਹੜਾ ਸਿਪਾਹੀ ਹੈ। ਹਸਪੀਟਲ ਲੈ ਕੇ ਜਾਂਦੀ, ਉਹਨੂੰ ਡੈਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ। ਉਹਨੂੰ ਜਿਹੜਾ ਹੈਗਾ ਸਿਪਾਹੀ ਹੈ ਉਹਨੂੰ ਰੱਖ ਲਿਆ ਜਾਂਦਾ ਹੈ ਇਲਾਜ ਵਾਸਤੇ, ਲੇਕਿਨ ਦੌਰਾਨੇ ਇਲਾਜ ਉਹਦੀ ਮੌਤ ਹੁੰਦੀ ਹੈ। ਭਗਵੰਤ ਸਿੰਘ ਮਾਨ ਹੋਰਾਂ ਨੇ ਕਹਿਤਾ ਜੀ, ਕਰਤਾ ਟਵੀਟ, ਕਹਿੰਦੇ ਜੀ ਦੇਖੋ ਅਸੀਂ 1 ਕਰੋੜ ਰੁਪਈਆ ਦੇਵਾਂਗੇ। 1 ਕਰੋੜ HDFC ਦੇ ਇੱਕੋ ਬੈਂਕ ਦੇ ਦੇਊਗੀ, ਕਹਿੰਦੇ ਉਹ ਤਾਂ 2 ਕਰੋੜ ਰੁਪਈਆ ਨੂੰ ਦੇ ਦੇਣਗੇ। ਦਾਨੇ ਵਾਲੀਆ ਸਾਹਿਬ 2 ਕਰੋੜ ਦਾ ਮਸਲਾ ਨਹੀਂ ਹੈ, ਇਹ ਮਸਲਾ 2 ਕਰੋੜ ਦਾ ਨਹੀਂ, ਇਹ ਮਸਲਾ ਜਿਹੜਾ ਹੈਗਾ ਸੁਰੱਖਿਆ ਦਾ। ਇੱਕ ਆਮ ਨਾਗਰਿਕ ਦੀ ਸੁਰੱਖਿਆ ਦਾ, ਤੇ ਜਿਹੜਾ ਬੰਦਾ ਮਰ ਗਿਆ ਉਹਦੇ ਪਰਿਵਾਰ ਨੂੰ 2 ਕਰੋੜ ਨਹੀਂ ਭਾਵੇਂ 20 ਕਰੋੜ ਦੇ ਦਿਓ ਜੀ। ਉਹਦੇ ਬੱਚਿਆਂ ਨੂੰ ਜਿਹੜੇ ਬਾਪ ਦੀ ਗੈਰ ਮੌਜੂਦਗੀ ਦੇ ਵਿੱਚ ਜੇ ਉਹ ਬੱਚੇ ਉਹਦੇ ਹੋਣਗੇ ਤੇ ਜਿਹੜੀ ਉਹਦੀ ਗੈਰ ਮੌਜੂਦਗੀ 'ਚ ਪਰਵਰਿਸ਼ ਹੋਊਗੀ ਬੱਚਿਆਂ ਦੀ, ਉਹਨਾਂ ਦਾ ਸਮੁੱਚਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸਮੁੱਚਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ ਜੀ। ਇਹ ਜਿਹੜੇ ਮਾਪਿਆਂ ਦਾ ਪੁੱਤ ਮਰ ਗਿਆ, ਉਹਨਾਂ ਨੇ ਧੂਈ ਪਾਉਣੀ ਹੈ ਉਹਦੀ ਨੋਟਾਂ ਦੀ, ਕੀ ਕਰਾਉਣਾ ਉਹਨਾਂ ਨੇ? ਜਿਹੜੀ ਵਿਧਵਾ ਹੋਊਗੀ ਉਹਨੇ ਵਿਚਾਰੀ ਨੇ ਕੀ ਕਰਾਉਣਾ ਹੈ? ਇਹ ਮਤਲਬ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਵਿਗੜ ਰਹੀ ਹੈ। ਤੇ ਹੁਣ ਥ੍ਰੈਟ ਇਹ ਆ ਗਈ, ਕਹਿੰਦੇ ਜੀ ਜਿਹੜੇ ਹਾਈਵੇ ਦੇ ਉੱਤੇ ਪੈਂਦੇ ਥਾਣੇ ਤੇ ਵੱਡੀਆਂ ਬਿਲਡਿੰਗਾਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕਦਾ। ਤੇ ਅੱਜ ਦੀ ਗੱਲ ਨਹੀਂ, ਪਹਿਲਾਂ ਤੁਸੀਂ ਯਾਦ ਕਰੋ ਨਵਾਂ ਸ਼ਹਿਰ ਦੇ ਦੀਨਾ ਨਗਰ ਤਾਂ ਅਟੈਕ ਹੋਇਆ ਸੀ, ਉਹ ਪਾਕਿਸਤਾਨੀ ਸੀ। ਇਵੇਂ ਜਿਵੇਂ ਤੁਸੀਂ ਦੇਖੋ ਨਵਾਂ ਸ਼ਹਿਰ ਹਲਕੇ ਦੇ ਵਿੱਚ ਇੱਕ CIA ਸਟਾਫ ਤੇ ਹੋਇਆ, ਪਤਾ ਨਹੀਂ ਕਿੱਥੇ ਗੈਂਗਸਟਰ ਨੂੰ ਛੁਡਾ ਕੇ ਨਹੀਂ CIA ਸਟਾਫ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਸੀ। ਇੱਕੋ ਗੈਂਗਸਟਰ ਨੂੰ ਛੁਡਾਉਣ ਵਾਲੀ ਗੱਲ ਹੋਰ ਸੀ, ਉਹ ਤਾਂ ਕਈ ਵਾਰੀ ਹੋ ਗਿਆ, ਉਹ ਤਾਂ ਕਈ ਵਾਰੀ ਹੋਇਆ ਜਿਹੜਾ ਟਾਰਗੇਟ ਥਾਣੇ ਨੂੰ ਕੀਤਾ ਗਿਆ ਸੀ। ਹੁਣ ਜਿਹੜੀ ਇਹ ਇਨਫੋਰਮੇਸ਼ਨ ਆਈ ਹੈ, ਇਹ ਇਨਫੋਰਮੇਸ਼ਨ ਬੜੀ ਖਤਰਨਾਕ ਹੈ। ਅੱਜ ਤੁਸੀਂ ਬਾਜ਼ਾਰ 'ਚ ਗਏ ਹੋਵੋਗੇ, ਦੇਖਿਆ ਹੋਣਾ ਕਿ ਹੁਣ ਤੁਹਾਨੂੰ ਕਾਫੀ ਗਿਣਤੀ ਦੇ ਵਿੱਚ ਬਾਜ਼ਾਰ ਦੇ ਵਿੱਚ ਪੁਲਿਸ ਫਿਰਦੀ ਦਿਖਦੀ ਹੈ। ਬਿਲਕੁਲ। ਔਰ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਸਥਿਤੀ ਨੂੰ ਸੰਭਾਲਿਆ ਜਾਵੇ। ਪਰ ਸਥਿਤੀ ਨੂੰ ਸੰਭਾਲਣ ਵਾਸਤੇ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਦਾ ਨਾਲ ਸਭ ਨੂੰ ਨੋਟ ਕਰ ਲਓ। ਦੇਖੋ ਗੱਲ ਇਹ ਹੈ, ਕੱਲ ਵੀ ਅਸੀਂ ਗੱਲ ਕੀਤੀ ਸੀ ਜੀ, ਦੇਸ਼ ਦੀ ਰਾਸ਼ਟਰਪਤੀ 2 ਵਾਰੀ ਪੰਜਾਬ ਆਉਂਦੀ ਹੈ, ਚੰਡੀਗੜ੍ਹ ਆਉਂਦੀ ਹੈ। ਬਿਲਕੁਲ। ਦੇਸ਼ ਦੀ ਰਾਸ਼ਟਰਪਤੀ ਨੂੰ ਵੈਲਕਮ ਕਰਨ ਵਾਸਤੇ, ਉਹਨੂੰ ਖੈਰ ਮਕਦਮ ਕਹਿਣ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਮੌਜੂਦ ਨਹੀਂ। ਕਿਉਂ? ਕਿਉਂਕਿ ਉਹ ਗੁਜਰਾਤ ਦੇ ਵਿੱਚ ਚੋਣਾਂ ਤੇ ਗਏ ਹੋਏ ਹੈ। ਗੁਜਰਾਤ ਚੋਣਾਂ ਤੇ ਗਏ, ਸਮਝ ਪੈਂਦੀ ਹੈ ਵੀ ਆਪਦੀ ਪੋਲੀਟੀਕਲ ਪਾਰਟੀ ਦੇ ਵਾਸਤੇ ਉਹਨਾਂ ਨੇ ਕੰਮ ਕਰਨਾ, ਉਹਨਾਂ ਦੇ ਲੀਡਰ ਉਹਨਾਂ ਨੂੰ ਕਹਿੰਦੇ ਹੈ ਜੀ। ਲੇਕਿਨ ਕੱਲ ਜਦੋਂ ਇੱਕ ਘਟਨਾ ਵਾਪਰਦੀ ਹੈ, ਦਿੱਲੀ ਤੋਂ ਖਬਰ ਆ ਜਾਂਦੀ ਹੈ ਕਿ ਜੀ ਦਿੱਲੀ ਦੇ ਵਿੱਚ MCD ਦੇ ਵਿੱਚ ਬੜੀ ਭਾਰੀ ਜਿੱਤ ਪ੍ਰਾਪਤ ਹੋ ਗਈ, ਅਸੀਂ ਉੱਧਰ ਨੂੰ ਭੱਜ ਜਾਂਦੇ ਤੇ ਅਸੀਂ ਉੱਥੇ ਭੱਜ ਜਾਂਦੇ ਤੇ ਉੱਥੇ ਅਸੀਂ ਜਾ ਕੇ ਭਾਰਤ ਮਾਤਾ ਜੈ ਦੇ ਨਾਅਰੇ ਲਾ ਰਹੇ ਹਾਂ। ਜਦੋਂ ਅਸੀਂ ਉੱਥੇ ਫਿਰਦੇ ਹਾਂ, ਇਹ ਆਪਣਾ ਖਾਲੀ ਹੋ ਗਿਆ ਤੇ ਫਿਰ ਅਸੀਂ ਭਾਸ਼ਣ ਕਰਦੇ ਹਾਂ ਕਿ ਜਿਹੜੇ ਹੈਗੇ ਤੁਹਾਡੇ ਆ ਚੋਣ ਨਤੀਜੇ, ਆਪਣੇ ਸਰਵੇਖਣ, ਐਗਜ਼ਿਟ ਪੋਲ ਸਭ ਕੁਝ ਫੇਲ ਹੋਇਆ ਜੀ। ਤੇ ਨਾਲ ਫਿਰ ਕਹਿ ਦਿੰਦੇ ਆ ਜੀ ਕ੍ਰਿਸ਼ਮਾ ਤਾਂ ਕੱਲ ਗੁਜਰਾਤ 'ਚ ਵੀ ਹੋਊਗਾ। ਗੁਜਰਾਤ 'ਚ ਤਾਂ ਕ੍ਰਿਸ਼ਮਾ ਜਿਹੋ ਜਿਹਾ ਹੋਇਆ ਤੇ ਆਹ ਕ੍ਰਿਸ਼ਮਾ ਪੰਜਾਬ ਜ਼ਰੂਰ ਹੋ ਗਿਆ। ਔਰ ਆਹ ਕ੍ਰਿਸ਼ਮ ਜੇ ਥਾਣੇ ਵੀ ਸੁਰੱਖਿਅਤ ਨਹੀਂ, ਸਰਕਾਰੀ ਬਿਲਡਿੰਗਾਂ ਵੀ ਸੁਰੱਖਿਅਤ ਨਹੀਂ, ਤੇ ਫਿਰ ਕੌਣ ਹੋਊਗਾ ਸੁਰੱਖਿਅਤ? ਇਹ ਸੋਚਣ ਵਾਲੀ ਗੱਲ ਹੈ, ਕਿਉਂਕਿ ਕੰਟਰੋਲਰ ਤੋਂ ਬਗੈਰ ਕਦੇ ਕੰਟਰੋਲ ਨਹੀਂ ਹੁੰਦਾ ਜੀ। ਕੰਟਰੋਲਰ ਜੇ ਸਾਡਾ ਮੀਆਂ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ। ਇਹਦਾ ਕਹਾਵਤਾਂ ਹੁੰਦੀਆਂ। ਸੋ ਪੰਜਾਬ ਦੀ ਸਥਿਤੀ ਬੜੀ ਢਿੱਲੋਂ ਸਾਹਿਬ ਚਿੰਤਾਜਨਕ, ਛੱਡੋ, ਬੜਾ ਹੈਰਾਨੀ ਦੀ ਗੱਲ ਹੈ ਕਿ ਜੇ ਬਠਿੰਡੇ ਵਰਗੇ ਸ਼ਹਿਰ 'ਚ ਜਿੱਥੇ ਇੱਕ ਇਲਾਕੇ 2 IPS ਰਹਿੰਦੇ ਹੋਣ, 2 ਸਾਬਕਾ ਮੰਤਰੀ ਰਹਿੰਦੇ ਹੋਣ, ਠੀਕ ਹੈ ਜੀ, ਤੇ ਥਾਣਾ 100 ਗਜ ਦੀ ਦੂਰੀ ਤੇ ਹੋਵੇ ਤੇ ਉੱਥੇ ਗਨ ਪੁਆਇੰਟ ਦੇ ਉੱਤੇ ਲੁੱਟ ਹੋ ਜੇ, ਬਿਲਕੁਲ ਮੈਨੇ ਰੱਖਦੀ ਗੱਲ। ਇਹ ਮਤਲਬ ਹੈ ਕੰਪੈਰੇਟਿਵਲੀ ਇਹਨੂੰ ਸ਼ਾਂਤ ਇਲਾਕਾ ਕਿਹਾ ਜਾਂਦਾ ਹੈ। ਇਹ ਬਾਰਡਰ ਤੇ ਨਹੀਂ ਲੱਗਦਾ, ਇਹ ਬਾਰਡਰ ਵਾਲੇ ਇਲਾਕੇ ਨਹੀਂ। ਇੱਥੇ ਅਜੇ ਤੱਕ ਗੈਂਗਸਟਰ ਉਸ ਲੈਵਲ ਦੇ ਨਹੀਂ ਹੈਗੇ। ਤੇ ਜੇ ਇੱਥੇ ਦਿਨ ਦਿਹਾੜੇ ਸਾਰਾ ਕੁਝ ਹੋ ਰਿਹਾ ਤੇ ਕੰਟਰੋਲ ਨਹੀਂ ਹੋ ਰਿਹਾ, ਤਾਂ ਇਹਦਾ ਮਤਲਬ ਹੈ ਕਿ ਫਿਰ ਗੜਬੜ ਤਾਂ ਹੈ ਕਿ ਕੰਟਰੋਲ ਕਰਨ ਵਾਲੀ ਗੱਲ ਨਹੀਂ। ਦੇਖੋ ਕੁਝ ਵੀ ਹੋਵੇ, ਅਸੀਂ ਅਕਾਲੀ ਦਲ ਦੀਆਂ ਨੀਤੀਆਂ ਦੇ ਖਿਲਾਫ ਹਾਂ, ਅਸੀਂ ਕਾਂਗਰਸ ਪਾਰਟੀ ਦੇ ਮਿਸ ਰੂਲ ਦੇ ਖਿਲਾਫ ਹਾਂ ਜੀ। ਲੇਕਿਨ ਉਸ ਰਾਜ ਦੇ ਵਿੱਚ ਇਹ ਹੈ ਕਿ ਕਿਸੇ ਦਾ ਹੁਕਮ ਤਾਂ ਚੱਲਦਾ ਸੀ, ਹੁਕਮ ਦੇਣ ਵਾਲਾ ਤਾਂ ਕੋਈ ਮੌਕੇ ਤੇ ਮੌਜੂਦ ਹੁੰਦਾ ਸੀ ਜੀ। ਹੁਣ ਤਾਂ ਇਹ ਨਹੀਂ ਪਤਾ ਕਿ ਹੁਕਮ ਕਿਹਦਾ ਚੱਲਦਾ, ਕੌਣ ਹੈ ਹੁਕਮ ਦੇਣ ਵਾਲਾ ਜੀ। ਸੋ ਕਰਨਾ ਤਾਂ ਪੈਣਾ ਹੀ ਹੈ ਜੀ। ਸੋ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ?
ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 2 ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੇ ਮੇਰੇ ਨਾਲ ਇਸ ਵਕਤ ਸ਼ਵਿੰਦਰ ਜੀ ਜੁੜ ਗਏ ਨੇ। ਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਸ਼ਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਅੱਜ ਚਰਚਾ ਵੀ ਜਿਹੜੀ ਕਰਨੀ ਬਣਦੀ ਉਹ ਗੁਜਰਾਤ ਦੀਆਂ ਚੋਣਾਂ ਦੀ ਹੈ ਤੇ ਆਪਣੇ ਹਿਮਾਚਲ ਦੀਆਂ ਚੋਣਾਂ ਦੀ ਹੈ। ਸੋ ਜੋ ਨਤੀਜੇ ਆਏ ਨੇ, ਜਿਵੇਂ ਇੱਕ ਲਾਲਾ ਹੋ ਗਈ ਸੀ ਦਿੱਲੀ ਦੇ ਚੋਣ ਨਤੀਜਿਆਂ ਨੂੰ ਦੇਖ ਕੇ, ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਜਿਵੇਂ ਇੰਨਾ ਬੁਰਾ ਹਾਲ ਨਹੀਂ ਸੀ ਸੋਚਿਆ ਕਾਂਗਰਸ ਦਾ ਹੋ ਜਾਏਗਾ। ਤੁਹਾਨੂੰ ਯਾਦ ਹੈ ਦਨਵੀ ਸਾਹਿਬ ਕਿ ਤੁਸੀਂ ਲਗਭਗ ਮੈਨੂੰ ਗੱਲ ਕਰਦੇ ਰਹੇ ਹੋ ਕਿ ਮੈਂ ਪਿਛਲੀ ਵਾਰ ਕੀ ਕਿਹਾ ਸੀਗਾ? ਮੈਂ ਪਿਛਲੀ ਵਾਰ ਇਹ ਕਿਹਾ ਸੀਗਾ ਕਿ ਗੁਜਰਾਤ 'ਚ ਕੋਈ ਹੈਰਾਨੀ ਨਹੀਂ, ਗੁਜਰਾਤ ਦੇ ਵਿੱਚ BJP ਹੀ ਆਏਗੀ। ਹੈ ਉਹ ਆਉਣਾ ਤਾਂ ਸੀ, ਪਰ ਹਾਲਾਤ ਮਾੜਿਆਂ ਦਾ ਨਹੀਂ ਸੀ ਪਤਾ। ਤੇ ਗੁਜਰਾਤ ਆਈ ਤੇ ਆਏਗੀ ਵੀ ਕਾਫੀ ਤਕੜੀ ਤਰੀਕੇ ਨਾਲ। ਪਿਛਲੀ ਵਾਰ ਇਹ ਹਾਰਦੀ ਜਿੱਤੀ ਸੀਗੀ ਜੀ, ਮਤਲਬ ਹਾਰਦੀ ਬੱਚੀ ਕਹਿ ਲਓ, ਜਾਂ ਕਿਉਂਕਿ 77 ਸੀਟਾਂ ਉਦੋਂ ਲੈ ਲਈਆਂ ਸੀਗੀਆਂ ਇਹਨੇ, ਕਾਂਗਰਸ ਪਾਰਟੀ ਨੇ ਲੈ ਲਈਆਂ ਸੀ, ਤੇ 99 ਸੀਟਾਂ
ਬੀਜੇਪੀ ਦੀਆਂ ਸੀਗੀਆਂ ਤੇ ਉਹੀ 70-75 ਨਾਲ, ਕਿਉਂਕਿ 75 ਬਾਅਦ ਚ ਰਹਿ ਗਈਆਂ ਸੀ, 2 ਬੰਦੇ ਫਿਰ ਇੱਧਰ ਉੱਧਰ ਚਲੇ ਗਏ ਸੀ ਇਹਨਾਂ ਦੇ। ਤੇ ਹੌਲੀ ਹੌਲੀ ਫਿਰ ਕਾਫੀ, ਕਿਉਂਕਿ ਤੁਹਾਨੂੰ ਪਤਾ ਵੀ ਇਸ ਕੰਮ ਦੇ ਵਿੱਚ ਬੀਜੇਪੀ ਐਕਸਪਰਟ ਹੈਗੀ ਹੈ। ਪਰ ਐਤਕੀ ਜਿਹੜਾ ਕੁਝ ਹੋਇਆ ਉਹ ਮਤਲਬ ਐਂ ਤਾਂ ਲੱਗ ਰਿਹਾ ਸੀਗਾ, ਇਹ ਠੀਕ ਹੈ ਕਿ ਸਾਨੂੰ ਐਂ ਸੀਗਾ ਵੀ ਇਹ ਬੀਜੇਪੀ 100 ਤੋਂ ਉੱਤੇ ਜਾਏਗੀ, ਇਹਦਾ ਤਾਂ ਕੋਈ ਦੋ ਰਾਏ ਨਹੀਂ, ਇਹ ਤਾਂ ਕਲੀਅਰ ਸੀ ਵੀ 182 ਵਿੱਚ 100 ਤੇ ਜਾਏਗੀ, ਇਹਦੇ ਵਿੱਚ ਤਾਂ ਕੋਈ ਹੈ ਨਹੀਂ। ਸਾਨੂੰ ਇਹ ਵੀ ਕਿਹਾ ਸੀਗਾ ਕਿ ਜੋ ਹੈਗਾ ਕਾਂਗਰਸ ਪਾਰਟੀ ਉਹ 35 ਤੋਂ ਅੱਗੇ ਨਹੀਂ ਟੱਪਦੀ ਹੈਗੀ, ਪਰ ਇਹ ਨਹੀਂ ਪਤਾ ਸੀਗਾ ਵੀ ਉਹ 16 ਦੀ ਲੁੜਕ ਜੂਗੀ। ਤੁਹਾਨੂੰ ਇਹ ਵੀ ਯਾਦ ਹੋਣਾ ਕਿ ਮੈਂ ਇਹ ਵੀ ਕਿਹਾ ਸੀ ਵੀ ਆਮ ਆਦਮੀ ਪਾਰਟੀ 5-6 ਸੀਟਾਂ ਤੋਂ ਜਾਂ 7 ਸੀਟਾਂ, ਇੰਨਾ ਕੀ ਸੀ, ਉਹ ਤਾਂ ਇੰਨਾ ਕੀ ਸੀਗਾ, ਹਾਂ ਉਹ 5 ਲੈ ਗਈ ਬਸ, ਉਹ 5 ਸੀਟਾਂ ਲੈ ਗਈ ਹੈ। ਉਹ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਆਪਣੇ ਨੂੰ ਕੋਈ ਜੋਤਸ਼ੀ ਦੱਸ ਰਹੇ, ਕਿਉਂਕਿ ਮੈਨੂੰ ਅੰਦਾਜ਼ਾ ਸੀ ਜਿਹੜਾ ਗਰਾਊਂਡ ਤੋਂ ਜਿਹੜੀ ਰਿਪੋਰਟ ਆ ਰਹੀ ਸੀ ਉਹ ਵੱਖਰੀ ਸੀਗੀ। ਤੇ ਹਾਲਾਂਕਿ ਮੀਡੀਆ ਅਦਾਰਿਆਂ ਨੇ ਵੀ ਜਿਹੜੇ ਸਰਵੇਖਣ ਕੀਤੇ ਸੀ ਉਹ ਵੀ ਲਗਭਗ ਠੀਕ ਹੀ ਕੀਤੇ ਸੀਗੇ, ਸਗੋਂ ਜਿੰਨੀਆਂ ਸੀਟਾਂ ਆਈਆਂ ਉਦੋਂ ਘੱਟ ਹੀ ਦੇ ਰਹੇ ਸੀ ਉਹ ਤਾਂ, ਤੇ ਉਹ ਲਗਭਗ 135-40 ਦੇ ਰਹੇ ਸੀ, 153 ਤੋਂ ਉੱਪਰ ਚਲੀ ਗਈ ਹੈਗੀ ਹੈ, 156 ਸ਼ੋਅ ਕਰ ਰਿਹਾ ਹੈ, 149 ਜਿੱਤ ਚੁੱਕੇ ਨੇ, 7 ਤੇ ਲੀਡ ਹੈ, ਸੋ ਇਹ ਲੀਡ ਤਾਂ ਟੁੱਟਦੀ ਨਹੀਂ, ਲੀਡ ਨਹੀਂ ਟੁੱਟਦੀ, ਕਾਫੀ ਤਕੜੀ ਲੀਡ ਹੈ ਜੀ। ਉਹਦੇ ਵਿੱਚ ਕਈ ਥਾਵਾਂ ਤੇ ਅਸੀਂ ਦੇਖਿਆ ਵੀ 1 ਲੱਖ ਦੀ ਲੀਡ ਵੀ ਹੈਗੀ ਇਹਨਾਂ ਦੀ, ਤੇ 1 ਲੱਖ ਦੀ ਲੀਡ ਬਹੁਤ ਜ਼ਿਆਦਾ ਹੁੰਦੀ ਹੈ, ਉਹ ਨਾ ਟੁੱਟਣ ਵਾਲੀ ਲੀਡ ਹੁੰਦੀ ਹੈ। ਸੋ ਇਹਦੇ ਵਿੱਚ ਮੇਨ ਚੀਜ਼ ਜਿਹੜੀ ਸਾਨੂੰ ਦਿਖਾਈ ਦਿੱਤੀ ਹੈ, ਇਹ ਕਈ ਤਰ੍ਹਾਂ ਦੀ ਨਾ ਇਹਨਾਂ ਦੀ ਆਪਣੀ ਰਣਨੀਤੀ ਸੀਗੀ ਬੀਜੇਪੀ ਦੀ। ਤੇ ਪਹਿਲੀ ਚੀਜ਼ ਤਾਂ ਇਹ ਕਿ ਬੀਜੇਪੀ ਲੜ ਰਹੀ ਸੀਗੀ, ਉਹ ਦਿਖ ਰਿਹਾ ਸੀ ਗਰਾਊਂਡ ਤੇ, ਸਾਰਾ ਕੇਂਦਰੀ ਮੰਤਰੀ ਮੰਡਲ ਝੋਕਿਆ ਹੋਇਆ ਸੀ ਜੀ, ਤੇ ਨਰਿੰਦਰ ਮੋਦੀ ਖੁਦ ਉਹਨਾਂ ਦੀ ਆਪਣਾ ਬਕਾਰ ਦਾਅ ਤੇ ਲੱਗਿਆ ਸੀ ਨਰਿੰਦਰ ਮੋਦੀ ਦਾ। ਉਹ ਕਿਵੇਂ ਲੱਗਿਆ ਹੋਇਆ ਸੀਗਾ, ਕਿਉਂਕਿ ਤੁਸੀਂ ਦੇਖੋ ਨਾ ਕਿ ਇਸ ਸਮੇਂ ਜਿਹੜੇ ਲੀਡ ਆ ਰਹੀ ਹੈ 158 ਆ ਗਈ ਆਪਣਾ ਦਾਨਿਆਲੇ ਸਾਹਿਬ, 158 ਤੇ ਬੀਜੇਪੀ, 116 ਤੇ ਕੁੱਲ ਹੈਗੀ ਆ ਕਾਂਗਰਸ ਪਾਰਟੀ ਤੇ ਜਿਹੜੀ ਨਹੀਂ ਜੀ, ਮੈਂ ਤੁਹਾਨੂੰ ਦੱਸ ਦਿੰਦਾ 100 ਮੇਰੇ ਕੋਲੇ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹੈ। ਓਕੇ, ਮੇਰੇ ਕੋਲ ਹੈਗੀ ਆ, ਇਹ ਹੈਗੀ ਆ ਅਸੈਂਬਲੀ ਇਲੈਕਸ਼ਨ, ਮੈਂ ਦੱਸ ਰਿਹਾ NDTV ਦੀ ਹਵਾਲੇ ਨਾਲ, ਮੈਂ ਤੁਹਾਨੂੰ ECI.gov.in ਦੇ ਹਵਾਲੇ ਨਾਲ ਦੱਸ ਰਿਹਾ ਜੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਵਾਲੇ ਦੇ ਨਾਲ ਜਿਹੜੀ ਮੇਰੇ ਕੋਲੇ ਅਪਡੇਟ ਹੈ, ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਆਮ ਆਦਮੀ ਪਾਰਟੀ 5 ਤੇ ਹੈ ਜੀ, ਲੀਡਿੰਗ 0 ਤੇ ਹੈ, ਟੋਟਲ 5 ਹੈ, ਬੀਜੇਪੀ 149 ਲੀਡਿੰਗ 7 ਤੇ ਹੈ, ਟੋਟਲ 156 ਹੈ ਜੀ। ਸਹੀ ਠੀਕ ਹੈ ਜੀ। ਇੰਡੀਪੈਂਡੈਂਟ 3 ਨੇ, ਲੀਡਿੰਗ 0 ਹੈ। ਇੰਡੀਅਨ ਨੈਸ਼ਨਲ ਕਾਂਗਰਸ 116 ਲੀਡਿੰਗ 1, ਟੋਟਲ 17 ਤੇ ਸਮਾਜਵਾਦੀ ਪਾਰਟੀ 1। ਠੀਕ ਹੈ ਜੀ। ਸਮਾਜਵਾਦੀ ਤਿੰਨਾਂ ਵਿੱਚੋਂ ਮੇਰੇ ਖਿਆਲ ਇਹਨਾਂ ਅਲੱਗ ਹੈ ਨਾ, ਇਹ ਸਮਾਜਵਾਦੀ ਪਾਰਟੀ 3 ਤੋਂ ਅਲੱਗ ਹੈ ਮੇਰੇ ਖਿਆਲ, ਇਹ 3 ਤੋਂ ਅਲੱਗ ਹੈ ਜੀ, ਆਪਦੇ ਬੈਨਰ ਥੱਲੇ ਲੜੀ ਹੈ ਨਾ, 4 ਹੋ ਗਈਆਂ, ਆਦਰਸ਼ 4 ਹੋ ਗਏ। ਆਮ ਤੌਰ ਤੇ ਨਾ ਆਦਰਸ਼ ਪਾ ਦਿੰਦੇ ਹੁੰਦੇ ਨੇ, ਹਾਲਾਂਕਿ ਇੱਥੇ ਨੇ ਆਪਣੇ ਐਤਕੀ ਦਮਖਮ ਤੇ ਨਾਲ ਲੜੀ ਹੈ ਸ਼ੁਰੂ ਤੋਂ ਹੀ, ਮਤਲਬ ਸਵੇਰ ਤੋਂ ਹੀ ਸਮਾਜਵਾਦੀ ਪਾਰਟੀ 1 ਸੀਟ ਤੇ ਅੱਗੇ ਆ ਰਹੀ ਸੀਗੀ। ਸਾਨੂੰ ਥੋੜੀ ਜਿਹੀ ਹੈਰਾਨੀ ਭਰੀ ਖੁਸ਼ੀ ਹੋਈ ਹੈ, ਕਿਉਂਕਿ ਉਹਦਾ ਕਾਰਨ ਕੀ ਸੀ ਕਿ ਆਮ ਤੌਰ ਦੇ ਉੱਤੇ 1 ਅੱਧੀ ਸੀਟ ਤੇ ਜਨਤਾ ਦਲ ਅੱਗੇ ਰਹਿੰਦਾ ਹੁੰਦਾ ਸੀ ਉਰੇ, ਜਨਤਾ ਦਲ ਸੈਕੂਲਰ ਜਾਂ ਜਨਤਾ ਦਲ ਯੂਨਾਈਟਿਡ ਅੱਗੇ ਹੁੰਦਾ ਸੀਗਾ, ਜਦੋਂ ਜਨਤਾ ਦਲ ਇਕੱਠਾ ਹੁੰਦਾ ਸੀ ਉਦੋਂ ਜਨਤਾ ਦਲ ਅੱਗੇ ਹੁੰਦਾ ਸੀ, 1 2 3 ਇਸ ਤੱਕ ਰਿਹਾ ਗੁਜਰਾਤ ਦੀ ਪੂਰੀ ਮਤਲਬ ਇਲੈਕਸ਼ਨ ਦੇ ਵਿੱਚ। ਐਤਕੀ ਜੋ ਵੱਡਾ ਚੀਜ਼ ਸੀਗੀ ਇੱਕ ਤਾਂ ਇਹ ਸੀਗਾ ਕਿ ਬੀਜੇਪੀ ਲਈ ਇਹ ਸੀਗਾ ਕਿ ਪ੍ਰਧਾਨ ਮੰਤਰੀ ਦਾ ਵਕਾਰ ਦਾਅ ਤੇ ਲੱਗਿਆ ਸੀ, ਇਹ ਵੀ ਸੀਗਾ ਕਿ ਜੇ ਐਤਕੀ ਸੀਟ ਘਟ ਜਾਂਦੀ ਆ, ਮਤਲਬ ਦੇਖੋ ਜਿੱਤਣਾ ਤਾਂ ਸੀਗਾ ਹੀ, ਗੱਲ ਸੀ ਸੀਟ ਕਨਫਰਮ ਸੀਗੀ, ਜੇ ਸੀਟ ਘਟ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ 2024 ਦੇ ਵਿੱਚ ਦੇਖਦੇ ਸੀ ਵੀ ਮੈਨੂੰ ਫਿਰ ਮੇਰੇ ਜਿਹੜੀ ਹੈਗੀ ਅਗਵਾਈ ਤੇ ਉੱਤੇ ਸਵਾਲ ਉੱਠਣਗੇ, ਕਿਉਂਕਿ ਅੰਦਰ ਖਾਤੇ ਬੀਜੇਪੀ ਦੇ ਜਿਹੜਾ ਕੋਈ ਮਾੜਾ ਮੋਟਾ ਹੈ ਨਾ ਤੂੰ ਮੈਂ ਉਹ ਬਹੁਤ ਹਲਕੇ ਪੱਧਰ ਦੀ ਹੈ, ਪਰ ਉਹ ਸਾਨੂੰ ਦਿਖਣ ਨਹੀਂ ਦਿੰਦੇ ਹੈਗੇ ਬੀਜੇਪੀ ਵਾਲੇ ਲੋਕਾਂ ਨੂੰ, ਉਹ ਹੈਗੀ ਆ। ਉਹਦੇ ਵਿੱਚ ਇਹ ਸਵਾਲ ਉੱਠਣ ਲੱਗ ਜਾਣੇ ਸੀ ਖਾਸ ਕਰਕੇ RSS ਵੱਲੋਂ ਕਿ ਭਾਈ ਤੁਹਾਡਾ, ਤੁਸੀਂ ਤਾਂ ਬਹੁਤ ਇਹਨੂੰ ਮੰਨਦੇ ਹੋ ਆਪਣੇ ਆਪ ਨੂੰ ਤੇਜਸਵੀ, ਪਰ ਤੁਹਾਡੇ ਤੇਜਸਵੀ ਹੋਣ ਦੇ ਬਾਵਜੂਦ ਇਹ ਸੂਬੇ 'ਚ ਤੁਹਾਡੀ ਹਾਲਤ ਕਿਉਂ ਹੋ ਗਈ, ਕਿਉਂਕਿ ਪਿਛਲੀ ਵਾਰ ਉੱਠਣ ਲੱਗ ਗਏ ਸੀਗੇ। ਜਦੋਂ ਪਿਛਲੀ ਵਾਰ RSS ਤੇ ਖੇਮੇ 'ਚ ਸਵਾਲ ਉੱਠੇ ਸੀ, ਜਦੋਂ ਇਹ ਉੱਠੇ ਸੀਗੇ ਤਾਂ ਮੋਦੀ ਨੇ ਉਦੋਂ ਕਿਹਾ ਕਿ ਦੇਖੋ ਹੁਣ ਕਿਹੜਾ ਮੈਂ ਸੀਗਾ, ਮਤਲਬ ਹੁਣ ਤਾਂ ਕੋਈ ਹੋਰ ਸੀਗਾ। ਇਸੇ ਕਰਕੇ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਜੋ ਕਿ ਹੁਣ ਜਿੱਤ ਚੁੱਕੇ ਹੈਗੇ ਨੇ, ਇਹਨਾਂ ਦਾ ਨਾਂ ਕੋਈ ਚੰਗੀ ਤਰ੍ਹਾਂ ਨਹੀਂ ਜਾਣਦਾ ਹੈਗਾ। ਤੁਸੀਂ ਉੱਥੋਂ ਗਰਾਊਂਡ ਤੋਂ ਵੀ ਪਤਾ ਕਰੀਏ ਨਾ, ਵੀ ਲੋਕਾਂ ਤੋਂ ਪੁੱਛੀਏ ਵੀ ਮੁੱਖ ਮੰਤਰੀ ਕੌਣ ਹੈ, ਉਹਨੂੰ ਕੋਈ ਜਾਣਦਾ ਨਹੀਂ। ਉਹਦਾ ਕਾਰਨ ਕੀ ਹੈ? ਇੱਕ ਤਾਂ ਪੈਰਾਸ਼ੂਟ ਰਾਹੀਂ ਲਿਆਂਦੇ ਗਏ ਸੀਗੇ, ਕਿਉਂਕਿ ਇਹਨਾਂ ਨੇ ਕੋਈ ਚੋਣ ਨਹੀਂ ਲੜੀ ਸੀਗੀ, ਇਹਨਾਂ ਨੂੰ ਪੈਰਾਸ਼ੂਟ ਰਾਹੀਂ ਲਿਆਂਦਾ ਗਿਆ ਸੀ, ਸਾਰਾ ਮੰਤਰੀ ਮੰਡਲ ਚੇਂਜ ਕਰਕੇ ਰੱਖ ਦਿੱਤਾ ਸੀ ਥੋੜਾ, ਇਹ ਮਤਲਬ ਇਲੈਕਸ਼ਨ ਤੋਂ 16 ਜਾਂ ਚੀਰ ਪਹਿਲੇ ਹੀ। ਉਹਦਾ ਕਾਰਨ ਕੀ ਸੀਗਾ ਵੀ ਇਹਨਾਂ ਨੇ ਹਰ ਤਰ੍ਹਾਂ ਨਾਲ ਸੋਚ ਰੱਖਿਆ ਸੀ ਵੀ ਗੁਜਰਾਤ ਆਪਣੀ ਦੇ ਵਿੱਚ ਕੋਈ ਨੁਕਸਾਨ ਨਹੀਂ ਖੱਟਣਾ ਹੈਗਾ, ਜਿੱਤਣਾ ਹੈਗਾ ਪਰ ਤਕੜੇ ਤਰੀਕੇ ਨਾਲ ਜਿੱਤਣਾ। ਕਾਂਗਰਸ ਨੇ ਆਪਣਾ ਪਹਿਲਾਂ ਹੀ ਘੋਗਾ ਚਿੱਤ ਕਰ ਲਿਆ ਸੀ। ਕਾਂਗਰਸ ਤਾਂ ਰਾਹੁਲ ਗਾਂਧੀ ਇੱਕ ਵੀ ਰੈਲੀ ਨਹੀਂ, ਉਹਨੇ 2 ਰੈਲੀਆਂ ਕੀਤੀਆਂ ਉਰੇ, ਪਰ ਉਸ ਫਾਰਮ 'ਚ ਨਹੀਂ ਆਇਆ ਜਿਵੇਂ ਆਉਣਾ ਚਾਹੀਦਾ। ਗੁਜਰਾਤ ਦੇ ਵਿੱਚ ਕਾਂਗਰਸੀ ਆਪਣੇ ਆਪ ਨੂੰ ਮੰਨ ਕੇ ਚੱਲ ਰਹੇ ਸੀ ਵੀ ਅਸੀਂ ਜੀ ਹਾਰ ਚੁੱਕੇ ਹੈਗੇ, ਤੇ
ਉਦੋਂ ਬਾਅਦ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਸਾਨੂੰ ਦਿਖਾਈ ਦੇ ਰਹੀ ਹੈ, ਉਹ ਦੇ ਰਹੀ ਹੈ ਕਾਂਗਰਸ ਦੀ ਘਟਦੀ ਹੋਈ ਦਿਖਾਈ ਦੇ ਰਹੀ ਹੈ। ਤੇ ਮੈਂ ਜਿਵੇਂ ਹੁਣ ਅੱਜ ਇੱਕ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਸੀ, ਵੈਸੇ ਮੈਂ ਇਹਨਾਂ ਨਾਲ ਸਹਿਮਤ ਨਹੀਂ ਵੀ ਆਮ ਆਦਮੀ ਪਾਰਟੀ ਕਰਕੇ ਕਾਂਗਰਸ ਹਾਰ ਗਈ, ਮੈਂ ਇਹਦੇ ਨਾਲ ਨਹੀਂ ਸਹਿਮਤ। ਉਹਦਾ ਕਾਰਨ ਕੀ ਹੈ? ਕਿਉਂਕਿ ਇਹਨਾਂ ਦੀ ਲੀਡ ਵਿਚਲਾ ਇੰਨਾ ਫਰਕ ਹੈ ਨਾ, ਜੇ ਆਮ ਆਦਮੀ ਪਾਰਟੀ ਵੋਟ ਵੀ ਘਟਦੀ ਹੋਵੇ ਤਾਂ ਵੀ ਉਹ ਗੱਲ ਨਹੀਂ ਸੀ, ਉਹ ਗੱਲ ਨਹੀਂ ਸੀਗੀ, ਕਿਉਂਕਿ ਇੱਥੇ ਜਿੱਡੀ 1.5 ਲੱਖ ਦੀ ਲੀਡ, 1 ਲੱਖ ਦੀ ਲੀਡ। ਹਾਂ ਬਿਲਕੁਲ, ਜੇ ਤਾਂ ਆਪਾਂ ਮੰਨ ਲੈਂਦੇ ਆਪਾਂ 2-2, 2.5 ਹਜ਼ਾਰ ਦੀ ਲੀਡ ਹੈ, ਕਿਉਂਕਿ ਜੇਕਰ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਦੇ ਨਾਲ 52.5% ਵੋਟ ਲੈ ਕੇ ਗਈ ਹੈ ਬੀਜੇਪੀ, ਜਿਹੜੀ ਮੈਨੂੰ ਲੱਗਦਾ ਅੱਜ ਤੱਕ ਦੀ ਐਵਰ ਹਾਈਐਸਟ ਹੋਏਗੀ, ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਇਹ ਹੈਗੀ ਆ ਇਹਨਾਂ ਦੀ, ਜਿਹਨੂੰ ਕਹਿੰਦੇ ਆ ਕਿ ਲੀਡ ਹੈ। ਤੇ ਤੁਸੀਂ ਦੇਖੋ ਕਿ ਆਮ ਤੌਰ ਦੇ ਉੱਤੇ ਜੇ 95 ਤੋਂ ਬੀਜੇਪੀ ਸੱਤਾ ਦੇ ਵਿੱਚ ਹੈ, ਉਦੋਂ ਬਹੁਤ ਮੁਕਾਬਲਾ ਨਾ ਨੇੜੇ ਦਾ ਹੁੰਦਾ ਰਿਹਾ ਹੈਗਾ, ਤੇ ਕੋਈ ਇੰਨਾ ਜ਼ਿਆਦਾ ਨਹੀਂ ਹੁੰਦਾ ਵੀ ਸੋਚਦੇ ਸੀ ਵੀ ਅੱਜ ਜਿਵੇਂ ਗੁਜਰਾਤ ਦਾ ਫਿਰਕੂ ਕਤਲੇਆਮ ਹੋਇਆ, ਉਦੋਂ ਵੀ ਇੰਨੀ ਸਵੀਪ ਨਹੀਂ ਸੀਗੀ। ਤੇ ਪਰ ਉਹਦਾ ਕਾਰਨ ਇਹ ਨਹੀਂ ਹੈਗਾ ਵੀ ਗੁਜਰਾਤ ਦੀ ਫਿਰਕਾ ਪ੍ਰਸਤੀ ਦਾ ਕੋਈ ਅਸਰ ਨਹੀਂ। ਅਸਲ 'ਚ ਉਹ ਹੌਲੀ ਜਿਹੜਾ ਬੂਟਾ ਲਾਇਆ ਸੀ ਨਾ ਇਹਨਾਂ ਨੇ ਫਿਰਕਾ ਪ੍ਰਸਤੀ ਵਾਲਾ, ਉਹ ਪੂਰੀ ਇਹਨਾਂ ਨੂੰ ਫਲ ਫੁੱਲ ਦੇ ਰਿਹਾ ਹੈਗਾ। ਤੇ ਐਤਕੀ ਵੀ ਉਹ ਦਿਖਾਈ ਦਿੱਤਾ ਜਦੋਂ ਲੋਕਾਂ ਨਾਲ ਗੱਲ ਕਰਦੇ ਸੀ ਗਰਾਊਂਡ ਦੇ ਵਿੱਚ, ਜਰਨਲਿਸਟ ਸਾਡੇ ਮਿੱਤਰ, ਤਾਂ ਇਹੀ ਸੀਗਾ ਵੀ ਭਾਈ ਅਸੀਂ ਮੁਸਲਮਾਨਾਂ ਤੋਂ ਜਿਹੜਾ ਹੈਗਾ ਨਹੀਂ ਮਰਨਾ ਹੈਗਾ, ਬੇਰੁਜ਼ਗਾਰੀ ਪੱਖੋਂ ਭਾਵੇਂ ਮਰ ਜਾਈਏ। ਤੇ ਕਾਂਗਰਸ ਆਪਣੇ ਆਪ ਨੂੰ ਚਾਰੇ ਖਾਨੇ ਚਿੱਤ ਹੋ ਕੇ ਹੋਈ ਸੀਗੀ, ਉਹਨਾਂ ਦੀ ਵੋਟ ਪਰਸੈਂਟ ਵੀ ਬਹੁਤ ਬੁਰੀ ਤਰ੍ਹਾਂ ਦਾ ਘਟੀ ਹੈ। ਅੱਛਾ, ਹੁਣ ਆਮ ਆਦਮੀ ਪਾਰਟੀ ਨੇ ਪ੍ਰਤੀਸ਼ਤ ਤਾਂ ਲੈ ਲਿਆ ਥੋੜਾ ਜਿਹਾ, ਇਹ ਇੰਨਾ ਕੰਮ ਆ ਜਾਊਗਾ ਜਿਹੜੀ ਇਹਦੀ ਵੋਟ ਪ੍ਰਤੀਸ਼ਤ ਹੈਗੀ ਹੈ ਵੀ ਤੁਸੀਂ ਅਗਲੀ ਵਾਰ ਨੂੰ ਆਪਣਾ ਥੋੜਾ ਜਿਹਾ ਆਧਾਰ ਬਣਾ ਸਕਦੀ ਹੈ ਜੇ ਮਿਹਨਤ ਕਰੇਗੀ, ਕਿਉਂਕਿ ਇਹਨਾਂ ਦਾ ਆਮ ਤੌਰ ਤੇ ਆਮ ਆਦਮੀ ਪਾਰਟੀ ਦੀ ਰਣਨੀਤੀ ਇਹੀ ਹੁੰਦੀ ਹੈ, ਜੇ ਆਪਾਂ ਦੇਖੀਏ ਵੀ ਪਹਿਲੀ ਵਾਰ ਉਹ ਹਾਰਦੇ ਹੁੰਦੇ ਨੇ, ਜਿਹੜੇ ਦੂਜੀ ਵਾਰ ਉਹ ਥੋੜਾ ਜਿਹਾ ਆਧਾਰ ਬਣਾਉਂਦੇ ਹੁੰਦੇ ਨੇ। ਉਦਾਹਰਨ ਦੇ ਤੌਰ ਤੇ ਦਿੱਲੀ ਦੇ ਵਿੱਚ ਜਦੋਂ ਇਹ ਪਹਿਲੀ ਵਾਰ ਆਏ ਸੀਗੇ, ਵੋਟ ਸੀਟਾਂ ਤਾਂ ਸਭ ਤੋਂ ਵੱਧ ਲੈ ਲਈਆਂ ਸੀ, 28 ਸੀਟਾਂ ਲੈ ਲਈਆਂ ਸੀ ਇਹਨਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚੋਂ, ਪਰ ਇਹਨਾਂ ਨੇ ਬਹੁਮਤ ਨਹੀਂ ਹਾਸਲ ਕੀਤਾ ਸੀ ਵੀ ਕਾਂਗਰਸ ਦੇ ਸਹਾਰੇ ਇਹਨਾਂ ਨੂੰ ਸੱਤਾ ਦੇ ਵਿੱਚ ਆਉਣਾ ਪਿਆ ਸੀਗਾ। ਕਾਂਗਰਸ ਕੋਲ ਉਦੋਂ 8 ਸੀਟਾਂ ਸੀਗੀਆਂ, ਤੇ ਉਹ ਦੂਜੀ ਵਾਰ ਜਿਹੜਾ ਚੰਗੀ ਤਰ੍ਹਾਂ ਹੀ ਆਏ। ਦੂਜੀ ਵਾਰ ਇਹਨਾਂ ਨੇ ਤੁਸੀਂ ਦੇਖੋ ਕਿ 67 ਸੀਟਸ ਲੈ ਕੇ ਗਏ ਸੀ 70 ਸੀਟਸ ਦੇ ਵਿੱਚੋਂ। ਤੇ ਇਸ ਤਰ੍ਹਾਂ ਐਤਕੀ ਮੈਨੂੰ ਇਹ ਲੱਗਦਾ ਵੀ ਇੱਕ ਚੀਜ਼ ਦਾ ਮੈਨੂੰ ਅਸਰ ਪੈਂਦਾ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਗੁਜਰਾਤ ਦੇ ਵਿੱਚੋਂ, ਇਨ ਫਿਊਚਰ ਅੱਗੇ ਚੱਲ ਕੇ ਕਾਂਗਰਸ ਨੂੰ ਕਵਰ ਕਰ ਦੇਗੀ, ਕਿਉਂਕਿ ਤੁਸੀਂ ਦੇਖੋ 16 ਸੀਟਾਂ ਨੇ ਸਾਰੀਆਂ ਕਾਂਗਰਸ ਦੇ ਕੋਲ। ਕਾਂਗਰਸ ਦੀ ਇੰਨੀ ਮਾੜੀ ਹਾਲਤ ਗੁਜਰਾਤ ਦੇ ਵਿੱਚ ਕਮਜ਼ੋਰ ਹੋਣ ਦੇ ਬਾਵਜੂਦ ਇੰਨੀ ਮਾੜੀ ਹਾਲਤ ਨਹੀਂ ਕਦੇ ਹੋਈ ਸੀਗੀ ਤੇ ਜਿਸ ਤਰ੍ਹਾਂ ਦੀ ਹੁਣ ਹੋਈ ਹੈ। ਤੇ ਆਮ ਆਦਮੀ ਪਾਰਟੀ ਹਾਲੇ ਕੱਲ ਆਈ ਹੈ, ਉਹਨੇ 5 ਸੀਟਾਂ ਲੈ ਲਈਆਂ। ਹਾਲਾਂਕਿ ਆਪਾਂ ਵੀ 5-6 ਹੀ ਕਹਿ ਰਹੇ ਸੀਗੇ, ਪਰ 5-6 ਲੈ ਕੇ ਨਾਲ ਵੋਟ ਪਰਸੈਂਟ ਵੀ ਲੈ ਲਈ ਆਪਣੀ, ਤੇ ਉਹ ਮਤਲਬ ਅੱਗੇ ਚੱਲ ਕੇ ਸਹਾਈ ਹੋਊਗਾ ਕਿ ਐਂ ਲੱਗ ਹੀ ਰਿਹਾ ਸੀਗਾ। ਤੇ ਕਾਂਗਰਸ ਲਈ 2-3 ਬੀਜੇਪੀ ਦੇ ਨਾ ਜਿੱਤ ਦੇ ਕਾਰਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਇੱਕ ਤਾਂ ਜਿਹੜਾ ਓਵੈਸੀ ਹੈ, ਓਵੈਸੀ ਨੇ ਜਿਹੜੀ ਇਹਦੀ ਪਾਰਟੀ ਨੇ ਮੁਸਲਿਮ ਵੋਟਾਂ ਨੂੰ ਬਹੁਤ ਸੰਨ ਲਾਇਆ, ਕਿਉਂਕਿ ਉਹਦਾ ਕਾਰਨ ਕੀ ਆ, ਮੁਸਲਿਮ ਇਲਾਕੇ ਜਿੱਥੇ ਕਾਂਗਰਸ ਤਕੜੀ ਸੀ ਉੱਥੇ ਓਵੈਸੀ ਆ ਗਿਆ, ਉੱਥੇ ਓਵੈਸੀ ਆ ਗਿਆ। ਓਵੈਸੀ ਨੇ ਬੰਦੇ ਖੜੇ ਵੀ ਕੀਤੇ ਤੇ ਉਹ ਵੋਟ ਕੁਛ ਟੁੱਟੀ ਵੀ ਹੈ। ਤੇ ਇਹ ਤੋਂ ਬਿਨਾਂ ਮੁਸਲਮਾਨ ਹਲਕਿਆਂ ਵਿੱਚ ਹੀ ਹੋਰ ਚੀਜ਼ ਦੇਖ ਲਓ, ਉਹ ਹੈਗੀ ਹੈ ਕਿ ਜਿੱਥੇ ਮੁਸਲਮਾਨ ਹਲਕੇ ਸੀ ਉੱਥੇ ਆਜ਼ਾਦ ਉਮੀਦਵਾਰ ਬਹੁਤ ਖੜੇ ਹੋ ਗਏ ਜੀ, ਉਹ ਵੀ ਮੁਸਲਮਾਨ ਆਜ਼ਾਦ ਉਮੀਦਵਾਰ। ਇਕੱਲੇ ਹਲਕੇ ਤੁਹਾਨੂੰ 4-4, 5-5, 7-7 ਆਜ਼ਾਦ ਉਮੀਦਵਾਰ ਵੀ ਦਿਖਦੇ ਸੀਗੇ। ਤੇ ਗਰਾਊਂਡ ਰਿਪੋਰਟ ਇਹ ਕਹਿੰਦੀ ਹੈਗੀ ਹੈ ਕਿ ਇਹ ਜੀ ਬੀਜੇਪੀ ਦੇ ਖੜੇ ਕੀਤੇ ਹੋਏ ਨੇ, ਤੇ ਉਹ ਸਾਨੂੰ ਉਹ ਨਹੀਂ ਪਤਾ, ਸਾਡੇ ਕੋਲ ਕੋਈ ਸਬੂਤ ਨਹੀਂ ਹੈਗਾ ਵੀ ਕਿਹਨੇ ਖੜੇ ਕੀਤੇ ਨੇ, ਪਰ ਇਹ ਸ਼ੱਕ ਦੀ ਸੂਈ ਜ਼ਰੂਰ ਜਾਂਦੀ ਹੈ ਜਿਹੜੇ ਇਹਨੇ ਖੜੇ ਕੀਤੇ। ਤਾਂ ਇਹ ਵੀ ਪਤਾ ਲੱਗ ਰਿਹਾ ਵੀ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਵੀ ਲਾਈ ਸੀ ਵੀ ਭਾਈ ਇੱਕ ਬਹੁਤ ਵੱਡੇ ਲੀਡਰ ਦੀ, ਕਿ ਤੁਸੀਂ ਭਾਈ ਇੰਨੀ ਵੋਟ ਲੈਣੀ ਹੈ, ਜੇ ਮਤਲਬ ਹੋਰ ਨਹੀਂ ਤਾਂ 1000 ਵੋਟ ਪੱਟ ਲਓ, 1.5 ਵੋਟ ਪੱਟ ਲਓ। ਤੇ ਇਹ ਮਤਲਬ ਮੁਸਲਮਾਨ ਜਿਹੜੀ ਵੋਟ ਹੈ ਨਾ ਉਹ ਐਂ ਖਿੰਡ ਗਈ, ਮਤਲਬ ਮੁਸਲਮਾਨ ਵੋਟ ਵੰਡੀ ਗਈ। ਓਵੈਸੀ ਨੇ ਵੰਡਤੀ, ਫਿਰ ਆ ਜਿਹੜੇ ਆਜ਼ਾਦ ਹੋ ਗਏ ਉਹਨਾਂ ਨੇ ਵੰਡ ਦਿੱਤੀ, ਤੇ ਕੁਛ ਜਗ੍ਹਾ ਦੇ ਉੱਤੇ ਐਂ ਵੀ ਰਿਹਾ ਜੋ ਕਿ ਸਾਡੇ ਇੱਕ ਮਿੱਤਰ ਹੈਗੇ ਨੇ, ਉਹਨੂੰ ਅਸੀਂ ਦਾਦਾ ਕਰਕੇ ਬੁਲਾਉਂਦੇ ਹੁੰਦੇ ਹਾਂ, ਉਹ ਤਾਂ ਕਿਉਂਕਿ ਉਹਦਾ ਪਿੱਛਾ ਬੰਗਾਲ ਦਾ ਹੈਗਾ, ਤੇ ਉਹ ਗੁਜਰਾਤ ਚ ਕਾਫੀ 20 ਸਾਲ ਤੋਂ ਕਵਰ ਕਰ ਰਹੇ ਨੇ, ਐਕਸਪ੍ਰੈਸ ਦੇ ਵਿੱਚ ਨੇ। ਉਹਨਾਂ ਦਾ ਕਹਿਣਾ ਸੀਗਾ ਕਿ ਕਈ ਥਾਵਾਂ ਤੇ ਮੁਸਲਮਾਨਾਂ ਨੇ ਡਰ ਕੇ ਵੀ ਵੋਟ ਬੀਜੇਪੀ ਵੱਲ ਸ਼ਿਫਟ ਕੀਤੀ, ਆਪ ਵੋਟ ਮਤਲਬ ਉੱਧਰ ਪਾਈ ਹੈਗੀ ਆ, ਕਿਉਂਕਿ ਉਹਦਾ ਸੀਗਾ ਕਿ ਉਹ ਡਰ ਬਹੁਤ ਸੀ, ਲੋਕਲ ਲੈਵਲ ਦਾ ਜਿਹੜਾ ਪ੍ਰੈਸ਼ਰ ਹੁੰਦਾ ਉਹ ਕੰਮ ਕਰ ਰਿਹਾ ਸੀਗਾ। ਸੋ ਪਰ ਮੇਨ ਚੀਜ਼ ਜਿਹੜੀ ਨਾ ਹੈ ਕਿ ਉੱਥੇ ਹੁਣ ਸਵਾਲ ਇੱਕ ਜ਼ਰੂਰ ਆ ਸਕਦਾ ਵੀ ਗੁਜਰਾਤ ਉਹ ਸਟੇਟ ਹੈ, ਤੁਸੀਂ ਦੇਖੋ ਜਿੱਥੇ ਕਿਹੜੇ ਬੰਦੇ ਆ, ਮੋਰਬੀ ਵਰਗਾ ਹਾਦਸਾ ਹੋ ਗਿਆ, ਤੇ
ਜਿਹੜਾ ਮੋਰਬੀ ਹਾਦਸੇ ਲਈ ਜ਼ਿੰਮੇਵਾਰ ਮੰਤਰੀ ਉਹ ਵੀ ਜਿੱਤ ਗਿਆ, ਉਹ ਵੀ ਜਿੱਤ ਗਿਆ। ਤਕੜੇ ਹੋ ਕੇ ਉਹਨੂੰ ਜਿੱਤਿਆ ਜੀ। ਅੱਛਾ, ਜਿਹੜੇ ਬੰਦੇ ਨੇ ਬਿਲਕਿਸਮਾਨੋ ਦੇ ਦੋਸ਼ੀਆਂ ਨੂੰ, ਰੇਪਿਸਟਾਂ ਨੂੰ ਪਵਿੱਤਰ ਕਿਹਾ ਸੀਗਾ, ਉਹ ਵੀ ਜਿੱਤ ਗਿਆ। ਤੁਸੀਂ ਇੱਥੋਂ ਇਹ ਦੇਖੋ ਵੀ ਗੁਜਰਾਤ ਦੀ ਸੋਸਾਇਟੀ ਦੀ ਸਾਈਕੀ ਕੀ ਹੈ। ਮਤਲਬ ਜੇ ਆਪਾਂ ਕਿਸੇ ਸਮਾਜ ਨੂੰ ਸਮਝਣਾ ਹੋਵੇ ਤੇ ਅੱਛਾ, ਜਿਹੜੇ ਲੋਕਾਂ ਨੇ ਮੁਸਲਮਾਨਾਂ ਨੂੰ, ਜਿਹੜੇ ਇੱਕ ਬੀਜੇਪੀ ਦੇ ਜਿਹੜੇ ਹੈਗੇ ਆ ਵਿਧਾਇਕ ਨੇ, ਮੁਸਲਮਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਸੀਗੀ, ਉਹਦੀ ਲੀਡ ਵੀ 50,000 ਤੋਂ ਉੱਪਰ ਸੀਗੀ। ਹੁਣ ਮੈਨੂੰ ਪਤਾ ਨਹੀਂ ਜਿੱਤ ਗਿਆ ਕਿ ਨਹੀਂ, ਪਰ ਉਹ 50,000 ਤੋਂ ਉੱਤੇ ਸੀਗੀ 4 ਵਜੇ ਤੱਕ। ਤੇ ਅੱਛਾ, ਇਹ ਮਤਲਬ, ਇਹਦਾ ਮਤਲਬ ਕੀ ਹੈ ਕਿ ਗੁਜਰਾਤ ਦੇ ਬਾਰੇ ਜਿਹੜੀ ਇੱਕ ਕਥਨ ਮਸ਼ਹੂਰ ਹੈ ਵੀ ਗੁਜਰਾਤ ਇੱਕ ਹਿੰਦੂਤਵ ਦੀ ਲੈਬੋਰੇਟਰੀ ਹੈ, ਉਹਦੇ ਵਿੱਚ ਜਿਹੜੀ ਹੈਗੀ ਇੱਕ ਨਫ਼ਰਤ ਹੈ ਜਿਹੜੀ ਉਹ ਉੱਥੇ ਪ੍ਰਵਾਨਿਤ ਹੋ ਚੁੱਕੀ ਹੈ। ਉੱਥੇ ਦੇ ਸਮਾਜ ਨੇ ਨਫ਼ਰਤ ਦੀ ਸਿਆਸਤ ਨੂੰ ਇੱਕ ਤਰ੍ਹਾਂ ਨਾਲ ਪ੍ਰਵਾਨ ਕਰ ਚੁੱਕਿਆ ਹੈਗਾ, ਕਿਉਂਕਿ ਜਿਹੜੀਆਂ ਚੀਜ਼ਾਂ ਅੱਜ ਅਸੀਂ ਇੰਡੀਆ 'ਚ ਦੇਖ ਰਹੇ ਹਾਂ ਨਾ, ਸਾਨੂੰ 20 ਸਾਲ ਪਹਿਲਾਂ ਇਹ ਸਾਡੇ ਮਿੱਤਰ ਦੱਸਦੇ ਹੁੰਦੇ ਸੀ ਗੁਜਰਾਤ ਵਾਲੇ। ਮੇਰੇ ਰਾਜੀਵ ਖੰਨੇ ਵਰਗੇ ਮਿੱਤਰ ਕਹਿੰਦੇ ਹੁੰਦੇ ਸੀ ਜਿਹੜੇ ਉੱਥੇ BBC ਵਗੈਰਾ ਲਈ ਕੰਮ ਕਰਦੇ ਰਹੇ ਆ, ਵੀ ਗੁਜਰਾਤ 'ਚ ਆਏ ਆ। ਉਦੋਂ ਚਲੋ ਮੈਨੂੰ ਤਾਂ ਯਕੀਨ ਆ ਜਾਂਦਾ ਸੀਗਾ, ਪਰ ਉਹ ਕਹਿੰਦਾ ਹੁੰਦਾ ਸੀ ਕਿ ਦਿੱਲੀ ਵਾਲੇ ਜਰਨਲਿਸਟਾਂ ਨੂੰ ਯਕੀਨ ਨਹੀਂ ਆਉਂਦਾ ਇਹ ਗੱਲਾਂ ਦੇ ਉੱਤੇ ਵੀ ਦੇਖੋ ਜੀ ਗੁਜਰਾਤ 'ਚ ਆਏ ਕਿਵੇਂ ਹੋ ਜਾਊਗਾ, ਏਦਾਂ ਕਿਵੇਂ ਹੋ ਜਾਊਗਾ। ਕਿਉਂਕਿ ਉਹ ਫਿਰ ਮੈਂ ਜਾ ਕੇ ਦੇਖਿਆ ਵੀ, ਕਿਉਂਕਿ ਮੈਂ ਤੁਹਾਨੂੰ ਇੱਕ ਵਾਰ ਦੱਸਿਆ ਸੀ ਕਿ ਮੇਰੀ ਰਿਸ਼ਤੇਦਾਰੀ ਵੀ ਹੈ ਗੁਜਰਾਤ। ਮੈਂ ਉੱਥੇ ਜਾ ਕੇ ਦੇਖਿਆ ਕਿ ਜਦੋਂ ਲੋਕ ਕਹਿੰਦੇ ਨੇ ਕਿ ਹਾਂ ਮੋਦੀ ਨੇ ਮੁਸਲਮਾਨਾਂ ਨੂੰ ਮਾਰਿਆ, ਇਹ ਲੋਕਾਂ ਦੀ ਬੋਲੀ ਸੀਗੀ, ਮਤਲਬ ਵੀ ਪਰ ਇਹ ਬਹੁਤ ਚੰਗਾ ਕੀਤਾ ਹੈ। ਮਤਲਬ ਜਦੋਂ ਇੱਥੇ ਤੱਕ ਕੋਈ ਸਮਾਜ ਆ ਜਾਵੇ ਨਾ, ਤਾਂ ਉਹ ਸਮਾਜ ਦਾ ਤੁਹਾਨੂੰ ਪਤਾ ਲੱਗ ਜਾਵੇ। ਹੁਣ ਉਦਾਹਰਨ ਦੇ ਤੌਰ ਤੇ ਉੱਥੇ ਨਾ ਜਿਵੇਂ ਆਪਣੇ ਸੁਖਨਾ ਲੇਕ ਆ, ਆਪਣਾ ਕੀ ਕਹਿੰਦੇ ਨੇ ਚੰਡੀਗੜ੍ਹ ਵਾਲੀ, ਉੱਥੇ ਕਈ ਵੈਸੇ ਕੁਦਰਤੀ ਕਈ ਸਾਰੀਆਂ ਝੀਲਾਂ ਹੈਗੀਆਂ ਨੇ। ਉੱਥੇ ਹੁੰਦਾ ਕੀ ਹੈ, ਜਿਹੜੀ ਕੁਛ ਝੀਲਾਂ ਨੇ ਨਾ ਬਣੀਆਂ ਹੋਈਆਂ ਡੈਮ ਦੇ ਨੇੜੇ ਤੇੜੇ ਜਾਂ ਹੋਰ, ਆਪਾਂ ਸੁਖਨਾ ਲੇਕ ਜਦੋਂ ਜਾਂਦੇ ਆ, ਆਪਾਂ ਨੂੰ ਟਿਕਟ ਦੇਣੀ ਪੈਂਦੀ ਹੈ ਜੇ ਆਪਾਂ ਉੱਥੇ ਬਹਿ ਕੇ ਕਿਸ਼ਤੀ 'ਚ ਝੂਟੇ ਲੈਣੇ ਬਿਲਕੁਲ, ਜਾਂ ਫਿਰ ਉੱਥੇ ਕੁਝ ਖਾਣੇ ਪੀਣੇ ਆ। ਪਰ ਉੱਥੇ ਨਾ ਹੋਇਆ ਕੀ ਹੈ ਕਿ ਉੱਥੇ ਆਮ ਜਾ ਕੇ ਨਾ, ਜਿਹੜਾ ਆਮ ਥੋੜੀ ਐਂਟਰੀ ਦੀ ਵੀ ਫੀਸ ਹੈ, 30 ਰੁਪਏ ਫੀਸ ਹੈ ਘੱਟੋ ਘੱਟ। ਤੇ ਉਹ ਜਦੋਂ, ਹਾਲਾਂਕਿ ਹੋਣਾ ਤਾਂ ਬਹੁਤ ਚਾਹੀਦਾ ਸੀ ਵੀ ਆਏ ਕਿਵੇਂ ਬਈ ਇਹ ਚੀਜ਼ ਦਾ ਸਾਡੇ ਤੇ ਐਂਟਰੀ ਦੀ ਫੀਸ ਕਿਉਂ ਲੈਂਦੇ ਆ। ਸਗੋਂ ਉੱਥੇ ਦੀ ਸੋਸਾਇਟੀ ਦਾ ਜਦੋਂ ਅਸੀਂ ਪ੍ਰਤੀਕਰਮ ਪੁੱਛਿਆ, ਮੈਂ ਜਦੋਂ ਮੈਂ ਕੁਝ ਸਾਲ ਪਹਿਲਾਂ ਉੱਥੇ ਗਿਆ, ਤਾਂ ਉਹ ਕਹਿੰਦੇ ਕਿ ਨਹੀਂ ਚੰਗੀ ਗੱਲ ਹੈ। ਉਹਦਾ ਕਾਰਨ ਇਹ ਹੈਗਾ ਕਿ ਮੁਸਲਮਾਨਾਂ ਦੇ ਬੱਚੇ ਵੱਧ ਨੇ, ਤੇ ਇਹ ਜਦੋਂ 30 ਰੁਪਏ ਹੋਣਗੇ ਸਾਰੇ ਆਉਣਗੇ ਨਹੀਂ। ਗਾਲ ਕੱਢ ਕੇ ਕਹਿੰਦੇ ਸੀ, ਮਾਫ ਕਰਨਾ ਕਿ ਮੈਂ ਗਾਲ ਕੱਢ ਰਿਹਾ ਹੈਗਾ, ਕਿਉਂਕਿ ਉਹਨਾਂ ਨੇ ਗਾਲ ਕੱਢ ਕੇ ਇਹ ਗੱਲ ਕਹੀ ਮੈਨੂੰ ਵੀ ਆਉਣਗੇ ਨਹੀਂ। ਤੇ ਇਸ ਕਰਕੇ ਚੰਗਾ ਹੀ ਹੋਇਆ ਇਹ, ਜਦੋਂ ਤੁਹਾਡੀ ਸੁਸਾਇਟੀ ਇਸ ਤਰ੍ਹਾਂ ਸੋਚਣ ਲੱਗ ਜੇ ਕਿ ਫਲਾਨਾ ਭਾਈਚਾਰਾ ਗੁੜੇ ਨਹੀਂ ਆਊਗਾ, ਕਿਉਂਕਿ ਉਹਨਾਂ ਦੇ ਨਿਆਣੇ 8-8 ਹੁੰਦੇ ਨੇ, ਤੇ ਇਕੱਲੇ ਦੇ ਵੀ 30 ਰੁਪਏ ਦੇਣੇ ਪੈ ਗਏ, ਤਾਂ ਚੰਗਾ ਹੀ ਕੀਤਾ ਮੋਦੀ ਸਾਹਿਬ ਨੇ। ਤੇ ਜਦੋਂ ਤੁਹਾਡੇ ਸਮਾਜ ਨੂੰ ਇਸ ਤਰ੍ਹਾਂ ਸੋਚਣ ਲੱਗ ਜੇ ਤੁਹਾਡਾ ਮੁਆਸ਼ਰਾ, ਤੇ ਤੁਸੀਂ ਉਹ ਦੇਖ ਸਕਦੇ ਹੋ ਵੀ ਉੱਥੇ ਬੀਜੇਪੀ ਨਹੀਂ ਪਨਪੂਗੀ ਤੇ ਕੌਣ ਪਨਪੂਗਾ। ਜੀ ਬਿਲਕੁਲ, ਪੋਲਰਾਈਜੇਸ਼ਨ ਕਰਨ ਦੇ ਵਿੱਚ ਤੁਸੀਂ ਪੂਰਨ ਤੌਰ ਦੇ ਉੱਤੇ ਕਾਮਯਾਬ ਹੋ ਜਾਂਦੇ ਹੋ। ਇਹ ਗੱਲ ਐਤਕੀ ਅਮਿਤ ਸ਼ਾਹ ਹੋਰਾਂ ਦਾ ਇੱਕ ਬਿਆਨ ਸੀਗਾ, ਸਾਨੂੰ ਸਭ ਨੂੰ ਨਹੀਂ ਭੁੱਲਣਾ। ਉਹ ਕਹਿੰਦੇ, ਉਹਨਾਂ ਨੇ ਦੇਖੋ ਇੱਥੇ ਸਭ ਤੋਂ ਵੱਧ ਐਤਕੀ ਫਿਰਕੂ ਪਤਾ ਚੱਲਿਆ, ਉਹ ਕਹਿੰਦੇ ਕਿ ਅਸੀਂ 2002 ਵਾਲੇ ਗੁੰਡੇ ਸੀ ਜਿਹੜੇ, ਉਹਨਾਂ 2002 ਦੇ ਵਿੱਚ ਉਹਨਾਂ ਗੁੰਡਿਆਂ ਦਾ ਦਿਮਾਗ ਟਿਕਾਣੇ ਲਾ ਦਿੱਤਾ। ਸਿੱਧੀ ਜੀ ਗੱਲ, ਇਸ਼ਾਰਾ ਕਿਹਦੇ ਵੱਲ? ਮੁਸਲਮਾਨਾਂ ਵੱਲ। ਜੀ ਸੋ ਜੇ ਹੁਣ ਇਸ ਦੇ ਨਾਲ ਹੁਣ ਪ੍ਰਧਾਨ ਮੰਤਰੀ ਜੀ ਕਹਿੰਦੇ ਜੀ ਅੱਗੇ ਹੁਣ 25 ਸਾਲ ਵਿਕਾਸ ਦੀ ਨੇਰੀ ਚੱਲੂਗੀ, ਅਗਲੇ 25 ਸਾਲ ਤੱਕ ਦਾ ਦਾਅਵਾ ਕਰਤਾ ਉਹਨਾਂ ਨੇ। ਦੇਖੋ, ਜਿਵੇਂ ਨਾ ਗੁਜਰਾਤ ਦੀ ਸੁਸਾਇਟੀ ਹੈ ਦਾਨੇ ਅਲੀ ਸਾਹਿਬ, ਉਹਦੇ ਵਿੱਚ ਨਾ ਕੁਝ ਵੀ ਹੋ ਸਕਦਾ। ਮਤਲਬ ਜਿੰਨਾ ਚਿਰ ਗੁਜਰਾਤ ਦੇ ਵਿੱਚ ਮੈਂ ਜਿਹੜੀ ਇੱਕ ਚੀਜ਼ ਦੇਖੀ ਹੈ, ਜੇਕਰ ਬੀਜੇਪੀ ਨੂੰ ਤੁਸੀਂ ਕਾਊਂਟਰ ਕਰ ਸਕਦੇ ਹੋ ਨਾ, ਤੇ ਉਹਦੇ ਵਿੱਚ ਇੱਕੋ ਹੀ ਮੁੱਦੇ ਤੇ ਘੇਰ ਸਕਦੇ ਹੋ। ਜਿਵੇਂ ਹੁਣ ਉਹ ਟੈਕਟਿਕਸ ਅਪਣਾਇਆ ਸੀ ਆਮ ਆਦਮੀ ਪਾਰਟੀ ਨੇ ਵੀ ਫਿਰਕਾ ਪ੍ਰਸਤੀ, ਭਾਈਚਾਰਕ ਸਾਂਝ, ਇਹੋ ਜਿਹੇ ਮੁੱਦੇ ਤੇ ਚੁੱਪ ਰਹੋ, ਤੇ ਚੁੱਪ ਰਹੋ ਹੀ ਨਹੀਂ ਬਲਕਿ ਬੀਜੇਪੀ ਦੀ ਹਾਂ ਮਿਲਾਓ। ਜਿਵੇਂ ਇਹਨਾਂ ਨੇ ਬਿਲਕਿਸਮਾਨੋ ਦੇ ਮੁੱਦੇ ਤੇ ਬੋਲਿਆ ਤੱਕ ਨਹੀਂ, ਪਰ ਤੁਸੀਂ ਘੇਰੋ ਇਹਨਾਂ ਨੂੰ, ਜਿਵੇਂ ਕਿ ਇੱਕ ਨਾ ਆਪਣੀ ਸ਼ਹਿਰੀ ਇੱਕ ਸੁਸਾਇਟੀ ਜਿਹੀ ਨਹੀਂ ਬਣ ਜਾਂਦੀ, ਸਾਈਕੀ ਬਣ ਜਾਂਦੀ ਆ ਵੀ ਵਿਕਾਸ ਦੇ ਮੁੱਦੇ ਤੇ, ਮਹਿੰਗਾਈ ਦੇ ਮੁੱਦੇ ਤੇ, ਵੀ ਕਦੇ ਤਾਂ ਲੋੜ ਪਊਗੀ ਲੋਕਾਂ ਨੂੰ, ਕਦੇ ਧੱਕਣਗੇ। ਤੇ ਆਮ ਆਦਮੀ ਪਾਰਟੀ ਨੇ ਵੀ ਉੱਥੇ ਇਹੀ ਕੀਤਾ, ਦਿੱਲੀ ਵਿੱਚ ਵੀ ਐਂ ਕੀਤਾ, ਆਪਣੇ ਪੰਜਾਬ ਦੇ ਵਿੱਚ ਵੀ ਕਾਫੀ ਹੱਦ ਤੱਕ ਐਂ ਕੀਤਾ ਵੀ ਇਹੋ ਜਿਹੇ ਮੁੱਦੇ ਜਿਹੜੇ ਕਿ ਆਮ ਰੋਜ਼ਮਰਾ ਜ਼ਿੰਦਗੀ ਨਾਲ ਸੰਬੰਧਿਤ ਹੁੰਦੇ ਨੇ, ਹਾਲਾਂਕਿ ਭਾਈਚਾਰਕ ਸਾਂਝ ਵੀ ਰੋਜ਼ਮਰਾ ਜ਼ਿੰਦਗੀ ਨਾਲ ਸੰਬੰਧਿਤ ਹੈ, ਪਰ ਆਹ ਮੁੱਦਿਆਂ ਉੱਤੇ ਉਹਨੇ ਲੈ ਕੇ ਗਈ ਆ। ਮੈਨੂੰ ਲੱਗਦਾ ਕਿ ਉੱਥੇ ਉਹ ਜਾਣੀ ਕਿ ਸਮਝ ਲਿਆ, ਮਤਲਬ ਉਹਨੂੰ ਕੇਜਰੀਵਾਲ ਨੇ ਵੀ ਇੱਥੇ ਮੈਂ ਆਹ ਤਰ੍ਹਾਂ ਦੀ ਗੇਮ ਚਲਾਊਂਗਾ। ਹਾਲਾਂਕਿ ਇਹ ਸਾਰੀ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਬੀਜੇਪੀ ਨਾਲ ਹੀ ਮਿਲਦੀ ਹੈ, ਬੀ ਟੀਮ ਵਾਲੀ ਹੈ, ਪਰ ਉਹਦਾ ਕਾਰਨ ਕੀ ਹੈ ਕਿ ਗੁਜਰਾਤ 'ਚ ਨਾ ਸੱਚੀ ਮੁੱਚੀ ਕੋਈ ਇਸ ਤਰ੍ਹਾਂ ਦਾ ਵਿਕਾਸ ਹੋਇਆ ਨਹੀਂ ਹੈਗਾ, ਕਿਉਂਕਿ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ, ਤੁਸੀਂ ਦੇਖੋ ਕਿ ਕਈ ਸਾਰੀਆਂ ਚੀਜ਼ਾਂ ਦੇ ਵਿੱਚੋਂ ਮਨੁੱਖੀ ਖੁਸ਼ਹਾਲੀ ਦਾ ਸੂਚਕਾਂਕ ਹੈ,
ਕੁੱਲ ਵਿਕਾਸ ਦਾ ਸੂਚਕਾਂਕ ਹੈ, ਉੱਥੇ ਐਜੂਕੇਸ਼ਨ ਦੇ ਮਾਮਲੇ ਵਿੱਚ, ਉੱਥੇ ਕੁਪੋਸ਼ਣ ਦੇ ਮਾਮਲੇ ਵਿੱਚ, ਸਾਰੇ ਕਿਸੇ ਵਿੱਚੋਂ ਇਹ ਗੁਜਰਾਤ ਪਿੱਛੇ ਆ। ਸਮੇਂ-ਸਮੇਂ ਤੇ ਭਾਰਤ ਦੇ ਵੱਡੇ ਬੁੱਧੀਜੀਵੀ ਕਹਿੰਦੇ ਰਹੇ ਨੇ, ਪਰ ਚੱਕਰ ਕੀ ਹੈ ਕਿ ਉਹਨੂੰ ਇੰਨਾ ਜ਼ਿਆਦਾ ਮੀਡੀਆ ਰਾਹੀਂ ਪ੍ਰਚਾਰਿਤ ਪ੍ਰਸਾਰ ਕੀਤਾ ਗਿਆ, ਜਦੋਂ ਖਾਸ ਤੇ 14 ਚ ਕੀਤਾ ਗਿਆ, 14 ਤੋਂ ਬਾਅਦ ਉਹਦਾ ਸੱਚ ਸਾਹਮਣੇ ਆਉਣ ਲੱਗ ਗਿਆ। ਫਿਰ ਮੋਦੀ ਉਹਨਾਂ ਨੇ ਉਹਦਾ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ। ਉਸ ਤੋਂ ਬਾਅਦ ਵੀ ਤੁਸੀਂ ਦੇਖੋ 19 ਦੀ ਇਲੈਕਸ਼ਨ ਚ ਨਹੀਂ, ਲੋਕ ਸਭਾ ਦੇ ਵਿੱਚ ਮੋਦੀ ਨੇ ਗੁਜਰਾਤ ਮਾਡਲ ਦਾ ਜ਼ਿਕਰ ਕੀਤਾ, ਕਿਉਂਕਿ ਉਹ ਸਿਰਫ 14 ਤੱਕ ਹੀ ਸੀਗਾ। 14 ਤੱਕ ਬਹੁਤ ਗੁਜਰਾਤ ਤੋਂ ਬਾਹਰਲਿਆਂ ਨੂੰ ਨਹੀਂ ਪਤਾ ਸੀਗਾ, ਘੱਟ ਨੂੰ ਪਤਾ ਸੀਗਾ। ਫਿਰ ਉਹ ਮੀਡੀਆ 'ਚ ਲਗਾਤਾਰ ਆਉਣ ਲੱਗੇ, ਕਈ ਅੱਛੇ ਜਰਨਲਿਸਟ ਜਿਹੜੇ ਨੇ ਉਹ ਰਿਸਰਚ ਕਰਕੇ ਰਿਪੋਰਟਸ ਲਿਆਉਣ ਲੱਗੇ ਵੀ ਗੁਜਰਾਤ ਦੇ ਵਿੱਚ ਤਾਂ ਕੁਝ ਕੱਖ ਵੀ ਨਹੀਂ ਹੈਗਾ। ਜਦੋਂ ਇਹਨਾਂ ਨੇ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕੀਤੀ ਸੀਗੀ, ਉਦੋਂ ਕਈ ਭਾਰਤ ਦੇ ਅਰਥਸ਼ਾਸਤਰੀਆਂ ਨੇ ਦੱਸਿਆ ਵੀ ਕਸ਼ਮੀਰ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਮਾੜਾ ਉਹਦੀ ਹਾਲਤ ਤੁਹਾਡੇ ਗੁਜਰਾਤ ਤੋਂ ਕਿਤੇ ਵਧੀਆ ਹੈਗੀ ਹੈ। ਮਤਲਬ ਚਾਹੇ ਔਰਤ ਮਰਦ ਦਾ ਫੀਸ ਦੀ ਹੋਵੇ, ਚਾਹੇ ਕੁੱਲ ਜਿਹੜਾ ਹੈਗਾ ਆਮਦਨੀ ਦੇ ਮਾਮਲੇ ਵਿੱਚ ਹੋਵੇ, ਚਾਹੇ ਜਿਹੜਾ ਟੋਟਲ ਬਿਜ਼ਨਸ ਦੇ ਮਾਮਲੇ 'ਚ ਹੋਵੇ, ਚਾਹੇ ਹੋਰ ਛੱਡੋ ਉੱਥੇ ਅੱਤਵਾਦ ਹੈ ਆਪਾਂ ਮੰਨਦੇ ਹਾਂ, ਪਰ ਸ਼ਾਂਤੀ ਦੇ ਮਾਮਲੇ 'ਚ ਵੀ ਜਿਹੜਾ ਥੋੜੇ ਨਾਲੋਂ ਚੰਗਾ। ਉਹਦਾ ਕਾਰਨ ਕੀ ਹੈ? ਉੱਥੇ ਵੀ ਫੌਜ ਦਾ ਜ਼ੁਲਮ ਹੁੰਦਾ, ਪਰ ਕਦੇ ਆਪਸ ਵਿੱਚ ਭਾਈਚਾਰੇ ਨੇ ਇੱਕ ਦੂਜੇ ਦਾ ਸਿਰ ਨਹੀਂ ਪਾੜਿਆ ਹੈਗਾ ਕਸ਼ਮੀਰ ਦੇ ਵਿੱਚ ਵੀ। ਮਤਲਬ ਕਿ ਕਦੇ ਮੁਸਲਮਾਨਾਂ ਨੇ ਹਿੰਦੂਆਂ ਦਾ ਸਿਰ ਨਹੀਂ ਪਾੜਿਆ ਹੈਗਾ। ਤੁਹਾਡੇ ਤਾਂ ਉੱਥੇ ਹੁੰਦਾ। ਉਹ ਗੁਜਰਾਤ ਦੇ ਵਿੱਚ ਇੱਕ ਹੋਰ ਚੀਜ਼ ਹੈ, ਜਿਸ ਤਰ੍ਹਾਂ ਦੀ ਬੁਨਿਆਦ ਤੇ ਗੁਜਰਾਤ ਬੈਠਾ ਉਹ ਸਮਝਣਾ ਜ਼ਰੂਰੀ ਹੈ। ਗੁਜਰਾਤ ਦੇ ਵਿੱਚ ਇੱਕ ਸਪੈਸ਼ਲ ਕਾਨੂੰਨ ਲਿਆਂਦਾ ਗਿਆ, ਮੈਂ ਹੁਣ ਉਹਦਾ ਨਾਮ ਭੁੱਲ ਰਿਹਾ। ਉਹ ਕੀ ਹੈ ਕਿ ਉਸ ਕਾਨੂੰਨ ਦੇ ਮੁਤਾਬਕ ਕੋਈ ਵੀ ਜਿਹੜਾ ਆਪਣਾ ਮੁਸਲਮਾਨ ਹਿੰਦੂ ਮਹੱਲੇ 'ਚ ਨਹੀਂ ਜਾਏਗਾ। ਵੀ ਇਹਨੂੰ ਉਹਨੂੰ ਉਹਦੇ ਲਈ ਕਿਹਾ ਗਿਆ ਕਿ ਇਹਨੂੰ ਸ਼ਾਂਤੀ ਰੱਖਣ ਲਈ ਜ਼ਰੂਰੀ ਹੈ ਕਿ ਕੋਈ ਮੁਸਲਮਾਨ ਹਿੰਦੂ ਮਹੱਲੇ 'ਚ ਨਹੀਂ ਜਾਏਗਾ। ਹਾਂ ਬਿਲਕੁਲ, ਇਹ ਮੈਂ ਤੁਹਾਨੂੰ ਦੱਸ ਵੀ ਸਕਦਾ, ਹੁਣ ਮੇਰੇ ਦਿਮਾਗ 'ਚ ਨਹੀਂ ਆ ਰਿਹਾ, ਕਿਉਂਕਿ ਉਹ ਐਕਚੁਅਲੀ ਐਤਕੀ ਚੋਣਾਂ ਵਿੱਚ ਹੀ ਸਾਹਮਣੇ ਆਇਆ ਸੀ ਇਹ ਮੁੱਦਾ ਵੀ। ਇਹ ਮਤਲਬ ਮੁੱਦਾ ਵੀ ਇਹ ਤਾਂ ਨਹੀਂ ਬੰਬੇ ਵਿਲੇਜ ਪੁਲਿਸ ਐਕਟ 1867 ਦੀ ਗੱਲ ਤਾਂ ਨਹੀਂ ਕਰਦੇ ਕਿਤੇ? ਉਹਨੂੰ ਕਰਤਾ ਬੰਬੇ ਐਕਟ ਨਹੀਂ, ਇਹ ਮੋਦੀ ਗਵਰਨਮੈਂਟ ਦੇ ਵੇਲੇ ਹੀ ਲਾਗੂ ਹੋਇਆ, ਜਦੋਂ ਮੋਦੀ ਇਹਦੇ ਵਿੱਚ ਸੀਗਾ, ਮੁੱਖ ਮੰਤਰੀ ਸੀਗੇ ਆਪਣੇ। ਤੇ ਮੈਂ ਸ਼ੁਰੂ ਤੋਂ ਤੁਹਾਨੂੰ ਅਗਲੇ ਪ੍ਰੋਗਰਾਮ ਦੱਸਦਾ ਕਿ ਹੁਣ ਮੇਰੇ ਆਊਟ ਆਫ ਮਾਈਂਡ ਹੋਇਆ। ਉਹਦਾ ਕਾਰਨ ਕੀ ਹੈ ਕਿ ਉਹ ਐਤਕੀ ਇਸ਼ੂ ਆਇਆ ਇਹਦੇ ਵਿੱਚ ਗੁਜਰਾਤ ਇਲੈਕਸ਼ਨ ਦੇ ਵਿੱਚ ਹੀ। ਉਹ ਸਾਡੇ ਮਿੱਤਰ ਨੇ ਮੈਨੂੰ ਪਹਿਲੀ ਵਾਰ ਇਹ ਗੱਲ ਦੱਸੀ ਸੀਗੀ, ਫਿਰ ਉਹਨੇ ਆਪਣਾ ਰਿਪੋਰਟ ਦਾ ਸਿਟੀਜ਼ਨ 'ਚ ਵੀ ਕੀਤੀ ਸੀ ਇਹਦੇ ਉੱਤੇ ਵੀ ਗੁਜਰਾਤ ਦੇ ਵਿੱਚ ਇੱਕ ਇਹੋ ਜਿਹਾ ਹੈਗਾ ਵੀ ਜਿੱਥੇ ਉਹਨਾਂ ਨੇ ਤਰਮੀਮ ਕੀਤੀ ਹੋਈ ਆ ਵੀ ਇੱਥੇ ਜਿਹੜਾ ਕੋਈ ਮੁਸਲਮਾਨ ਵਿਅਕਤੀ ਇਸ ਇਲਾਕੇ 'ਚ ਨਹੀਂ ਆ ਸਕਦਾ ਹੈਗਾ। ਮਤਲਬ ਇਹ ਆਪਣੇ ਆਪ 'ਚ ਬੜੀ ਹੈਰਾਨੀ ਹੈ। ਗੁਜਰਾਤ ਦੇ ਵਿੱਚ ਬਾਅਦ ਵਿੱਚ ਪਤਾ ਲੱਗਿਆ ਕਿ ਐਤਕੀ ਦਵਾਇਰ ਦੇ ਵਿੱਚ ਉਹ ਆਰਫਾ ਖਾਨਮ ਸ਼ੇਰਵਾਨੀ ਗਰਾਊਂਡ ਰਿਪੋਰਟਿੰਗ ਕਰ ਰਹੀ ਸੀਗੀ। ਫਿਰ ਇਹਦੇ ਨਾਲ ਮਿਲਦੇ ਜੁਲਦੇ ਜਿਹੜੇ ਰਾਜੀਵ ਨੇ ਮੈਨੂੰ ਕਾਨੂੰਨ ਦੱਸੇ, ਉਹਦੇ ਨਾਲ ਮਿਲਦੇ ਜੁਲਦੇ 2-3 ਕਾਨੂੰਨ ਉਹਨੇ ਵੀ ਗਿਣਾਏ ਕਿ ਮਤਲਬ ਆਹ ਕਾਨੂੰਨ ਮਤਲਬ ਗੁਜਰਾਤ ਦੇ ਵਿੱਚ ਹੈਗੇ ਨੇ। ਮਤਲਬ ਗੁਜਰਾਤ ਇੱਕ ਆਪਣੇ ਆਪ 'ਚ ਵੀ ਨਾ ਉਹ ਆ, ਜਿਹੜੇ ਨਾ ਬਹੁਤੇ ਬੰਦੇ ਮਤਲਬ ਗੁਜਰਾਤ ਦੇ ਨਾਲ ਉਸ ਤਰ੍ਹਾਂ ਸਰੋਕਾਰ ਨਹੀਂ ਰੱਖਦੇ, ਜਾਂ ਫਿਰ ਗੁਜਰਾਤ ਦੇ ਵਿੱਚ ਰਹਿੰਦੇ ਹੋਏ ਵੀ ਉਹਦੀ ਸਾਈਕੀ ਨੂੰ ਨਹੀਂ ਸਮਝਦੇ, ਤੇ ਉਹਨਾਂ ਲਈ ਗੁਜਰਾਤ ਇੱਕ ਰਹੱਸਮਈ ਚੀਜ਼ ਹੈ। ਜਦੋਂ ਫਿਰ ਆਪਾਂ ਦੇਖਦੇ ਹਾਂ ਉਹਨੂੰ, ਥੋੜਾ ਵਾਚਦੇ ਹਾਂ ਤਾਂ ਪਤਾ ਲੱਗਦਾ ਵੀ ਤਾਂ ਇੱਕ ਅੱਛਾ ਹਾਂ ਇੱਕ ਹੋਰ ਚੀਜ਼ ਗੁਜਰਾਤ ਦੇ ਵਿੱਚ ਐਤਕੀ ਨਿਊਜ਼ ਲਾਂਡਰੀ ਨੇ ਇੱਕ ਰਿਪੋਰਟ ਕੀਤੀ ਬੜੀ ਵਧੀਆ, ਉਹ ਵਾਇਰ ਨੇ ਵੀ ਰਿਪੋਰਟ ਛਾਪੀ ਸੀਗੀ, ਆਹੀ 2 ਦਿਨ ਪੁਰਾਣੀ, ਉਹ ਲੱਭ ਵੀ ਸਕਦੇ ਨੇ ਆਪਣੇ ਸਰੋਤ ਤੇ। ਉੱਥੇ ਕੁਝ ਬਾਈ ਜੀ ਹਿੰਦੂ ਪਿੰਡ ਘੋਸ਼ਿਤ ਹੋਏ ਨੇ। ਮਤਲਬ ਇਹ ਪਿੰਡ ਜੀ ਹਿੰਦੂ ਪਿੰਡ ਨੇ ਤੇ ਇਹਦੇ ਵਿੱਚ ਇੱਕ ਵੀ ਮੁਸਲਮਾਨ ਨਹੀਂ ਆ ਸਕਦਾ ਤੇ ਇੱਕ ਵੀ ਮੁਸਲਮਾਨ ਹੈ ਨਹੀਂ। ਉਹ ਪ੍ਰਾਊਡ ਨਾਲ ਕਹਿ ਰਹੇ ਨੇ ਵੀ ਇੱਥੇ ਕੋਈ ਮੁਸਲਮਾਨ ਨਹੀਂ ਹੈਗਾ, ਨਾ ਹੀ ਅਸੀਂ ਵੜਨ ਦਿੰਦੇ ਹਾਂ। ਤੇ ਪਿੰਡਾਂ ਦੀ ਹਾਲਤ ਬਾਈ ਜੀ ਇੰਨੀ ਮਾੜੀ ਹੈ ਉਹਨਾਂ ਦੀ, ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਮੰਨਦੇ ਵੀ ਨੇ ਕਿ ਬੇਰੁਜ਼ਗਾਰੀ ਹੈ ਸਾਡੇ ਪਿੰਡ 'ਚ, ਸਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਹੋਰ ਕਈ ਸਾਰੀਆਂ ਸਮੱਸਿਆਵਾਂ, ਪਰ ਅਸੀਂ ਇਸ ਗੱਲੋਂ ਖੁਸ਼ ਹਾਂ ਵੀ ਸਾਡਾ ਪਿੰਡ ਮੁਸਲਮਾਨ ਮੁਕਤ ਹੋ ਗਿਆ ਜੀ। ਉੱਥੇ ਬੋਰਡ ਲੱਗੇ ਹੋਏ ਨੇ ਮੁਸਲਮਾਨ ਮੁਕਤ ਪਿੰਡ ਦੇ, ਹਿੰਦੂ ਪਿੰਡ ਵਿੱਚ ਤੁਹਾਡਾ ਸਵਾਗਤ ਹੈ, ਇਹ ਲੱਗਿਆ ਹੋਇਆ। ਇਹ ਵੈਸੇ ਅਲੋਕਾਰੀ ਗੱਲ ਤਾਂ ਨਹੀਂ, ਕਿਉਂਕਿ ਜਦੋਂ ਆਪਾਂ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਮੋਦੀ ਹੁੰਦਾ ਸੀ, ਉਦੋਂ ਗੁਜਰਾਤ ਦੇ ਵਿੱਚ ਵੀ ਬੈਨਰ ਲੱਗੇ ਹੁੰਦੇ ਸੀਗੇ ਜੋ ਗੁਜਰਾਤ 'ਚ ਐਂਟਰ ਹੁੰਦੇ ਆ ਕਿ ਹਿੰਦੂ ਰਾਸ਼ਟਰ ਮੇਂ ਆਪਕਾ ਸਵਾਗਤ ਹੈ। ਸੋ ਇਹ ਗੁਜਰਾਤ ਹੈ ਜਿਹੜਾ ਗੁਜਰਾਤ ਦਾ ਇੱਕੋ ਪਾਸਾ ਜਿਹਨੂੰ ਲੋਕਾਂ ਨੇ ਦੇਖਿਆ ਨਹੀਂ। ਤੇ ਇਹੀ ਉਹ ਚੀਜ਼ ਹੈ ਕਿਉਂਕਿ ਅੱਜ ਆਪਾਂ ਇੰਨੀ ਲੰਮੀ ਗੱਲ ਗੁਜਰਾਤ ਤੇ ਤਾਂ ਕਰ ਰਹੇ ਹਾਂ ਵੀ ਇਸ ਇਸ਼ੂ ਦੇ ਉੱਤੇ ਕਿ ਗੁਜਰਾਤ ਦੇ ਵਿੱਚ ਬੀਜੇਪੀ ਦੀ ਜਿੱਤ ਕਿਵੇਂ ਹੋ ਰਹੀ ਹੈ। ਉਹਦਾ ਕਾਰਨ ਹੈ ਕਿ ਉੱਥੇ ਉਹ ਜਿਹੜੀ ਜ਼ਰਖੇਜ਼ ਜਿਹੜੀ ਜ਼ਮੀਨ ਹੈ ਨਾ ਹਿੰਦੂਤਵ ਦੀ, ਉਹ ਬੀਜੇਪੀ ਨੇ ਕਿਵੇਂ ਸਿੰਝ ਰੱਖੀ ਹੈ, ਜਿਹਦੇ ਕਰਕੇ ਉਹ ਹੋ ਰਹੀ ਹੈਗੀ ਹੈ ਜੀ। ਸੋ ਚੱਲੀਏ ਪਹਾੜਾਂ ਵੱਲ ਨੂੰ, ਤੇ ਪਹਾੜਾਂ ਵੱਲ ਨੂੰ ਜਾਣ ਤੋਂ ਪਹਿਲਾਂ 2 ਸੁਨੇਹੇ ਦੇ ਦਈਏ ਜੀ ਵਪਾਰਕ। ਤੇ ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਏਰੀਆ 'ਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਗੁਰਿੰਦਰ ਗਰੇਵਾਲ ਸ਼ੈਟਲ ਏਰੀਏ ਦੇ ਵਾਸ਼ਿੰਗਟਨ ਸਟੇਟ ਦੇ ਬੜੇ ਰਿਨੋਡ ਜਾਂ ਮੰਨੇ ਪ੍ਰਮੰਨੇ
ਇੱਕ ਬਿਲਡਰ ਨੇ ਜੀ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 206 941 54 54 ਤੇ 2069415454 ਤੇ ਕਿਸੇ ਤਰ੍ਹਾਂ ਦੀ ਵੀ ਕੰਸਟਰਕਸ਼ਨ ਕਰਾਉਣੀ ਹੈ, ਐਡੀਸ਼ਨ ਕਰਾਉਣੀ ਹੈ ਤਾਂ ਇਹਨਾਂ ਨਾਲ ਸੰਪਰਕ ਕਰੋ। ਮਨਾਸਸ ਵਰਜੀਨੀਆ ਦੇ ਵਿੱਚ ਹੈ ਜੀ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ। ਐਕਸਪਰਟਾਈਜ਼ ਨੇ ਜੀ ਤੁਹਾਡੇ ਰੀਫਰ ਵੈਨ ਦੇ ਯੂਨਿਟ ਤੇ ਰਿਪੇਅਰ ਕਰਨ ਦੇ ਲਈ। ਇਸ ਤੋਂ ਇਲਾਵਾ ਇਹਨਾਂ ਕੋਲੇ ਬੜੀਆਂ ਹਾਈਟੈਕ ਮਸ਼ੀਨਸ ਨੇ ਬੈਲੈਂਸਿੰਗ ਵਗੈਰਾ ਦੀਆਂ, ਡੈਫ ਕਲੀਨਿੰਗ ਦੇ ਲਈ ਤੁਸੀਂ 10224 ਰੈਜ਼ੀਡੈਂਸੀ ਰੋਡ ਤੇ ਹਾਈਵੇ 66 ਐਗਜ਼ਿਟ 43 ਦੇ ਬਿਲਕੁਲ ਨਾਲ ਨੇ। 8043728800 ਤੇ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਅਨਾ ਐਵੀਨਿਊ ਇੰਡੀਅਨੈਪਲਿਸ 3179797205 ਜਾਂ 6612045818 ਦੇ ਉੱਤੇ ਕਾਲ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ। ਹਰ ਤਰ੍ਹਾਂ ਦੀ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਬਿਜ਼ਨਸ ਟੈਕਸਿਸ, ਸਟੇਟ ਟੈਕਸਿਸ, ਪੇਰੋਲ ਟੈਕਸਿਸ ਦੇ ਲਈ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ, ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰੋ। ਲੋਕੇਸ਼ਨ ਇਹਨਾਂ ਦੀ ਕੈਂਟ ਵਾਸ਼ਿੰਗਟਨ 'ਚ ਹੈ। ਸਰਵਿਸ ਤੁਹਾਨੂੰ ਇਹਨਾਂ ਨਾਲ ਇੱਕ ਵਾਰੀ ਗੱਲ ਕਰ ਲਓ। ਹਰੇਕ ਜਗ੍ਹਾ 'ਤੇ ਮੈਨੂੰ ਉਮੀਦ ਹੈ ਕਿ ਅਮਰੀਕਾ ਦੇ ਵਿੱਚ ਤਾਂ ਹਰੇਕ ਜਗ੍ਹਾ ਤੁਹਾਨੂੰ ਸਰਵਿਸਿਜ਼ ਦੇ ਸਕਦੇ। ਇੱਕ ਵਾਰੀ ਗੱਲਬਾਤ ਜ਼ਰੂਰ ਕਰ ਲਓ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਦੀਆਂ 2 ਲੋਕੇਸ਼ਨਾਂ ਹੈ। ਡਾਈਨ ਇਨ ਲੋਕੇਸ਼ਨ ਹੈ ਜੀ 23609104 ਐਵਨਿਊ ਕੈਂਟ ਤੇ ਪਿਕਅਪ ਫੂਡ ਪਿਕਅਪ ਜੁਆਇੰਟ ਦੇ ਲੋਕੇਸ਼ਨ ਹੈ ਡਾਊਨਟਾਊਨ 1520 ਬਰਾਡਵੇ ਸਿਆਟਲ ਦੇ ਵਿੱਚ। ਫੋਨ ਨੰਬਰ ਹੈ 2063531699 ਤੇ ਦੂਜਾ ਜੀ 2532467296 ਦੇ ਉੱਤੇ ਕਾਲ ਕਰ ਸਕਦੇ ਹੋ। ਇਹ ਕੈਟਰਿੰਗ ਵੀ ਕਰਦੇ ਨੇ, ਔਨਲਾਈਨ ਫੂਡ ਡਿਲੀਵਰੀ ਵੀ ਤੁਸੀਂ ਮੰਗਾ ਸਕਦੇ ਹੋ ਤੇ ਇਹਨਾਂ ਨਾਲ ਕਾਲ ਵੀ ਕਰ ਸਕਦੇ ਹੋ। ਸੋ ਹੁਣ ਚੱਲੀਏ ਜੀ, ਆਪਾਂ ਮੋੜਾ ਪਾਈਏ ਪਹਾੜਾਂ ਵੱਲ ਨੂੰ ਜੀ। ਸੋ ਹਿਮਾਚਲ ਦਾ ਕੀ ਲੈ ਕੇ ਚੱਲਦੇ ਹੋ ਕਿ ਪਹਿਲਾਂ ਆਪਾਂ ਹਿਮਾਚਲ ਦੇ ਚੋਣ ਜਿਹੜਾ ਉੱਥੇ ਆਪਣੇ ਆਏ ਨੇ, ਕੀ ਕਹਿੰਦੇ ਆ ਵੀ ਨਤੀਜੇ, ਉਹਦੇ ਉੱਤੇ ਥੋੜਾ ਜਿਹਾ ਚਾਨਣਾ ਪਾ ਲਈਏ। 68 ਨਤੀਜੇ ਆ ਗਏ ਆ ਜੀ। ਸਹੀ। 25 ਭਾਰਤੀ ਜਨਤਾ ਪਾਰਟੀ, 40 ਕਾਂਗਰਸ, 3 ਆਜ਼ਾਦ। ਬਿਲਕੁਲ। ਗੱਲ ਕਰਦੇ ਆ ਬੀਜੇਪੀ 43% ਵੋਟਾਂ ਲੈ ਗਈ ਜੀ, ਕਾਂਗਰਸ 43.9 ਲੈ ਜਾਂਦੀ ਹੈ ਤੇ 10% ਅਦਰ ਜਾਂਦੇ ਤੇ ਆਪ ਸੁਕੜ ਕੇ 1% ਤੇ ਰਹਿ ਜਾਂਦੀ ਹੈ। ਹਾਂਜੀ ਬਿਲਕੁਲ। ਇਹ ਕਾਂਗਰਸ ਤੇ ਜਿਹੜੀ ਹੈਗੀ ਆ ਦੁਪਹਿਰ ਤੱਕ, ਸ਼ਾਮ ਤੱਕ 4 ਵਜੇ ਤੱਕ 2% ਵੱਧ ਵੋਟ ਸੀਗੀ ਤੇ ਹੁਣ ਉਹ ਵੋਟ ਬਰਾਬਰ ਜੇ ਹੋ ਚੁੱਕੀ ਹੈ। ਜਿਵੇਂ ਤੁਸੀਂ ਦੱਸਿਆ ਕਿ ਸ਼ਾਇਦ ਮੇਰੇ ਖਿਆਲ ਪੁਆਇੰਟ ਕੁਛ ਦਾ ਹੀ ਫਰਕ ਹੈ। ਮਤਲਬ ਤੁਸੀਂ 43 ਦੱਸਿਆ ਤੇ ਦੂਜੇ ਪਾਸੇ 43.9 ਹੈ ਨਾ। ਹਾਂਜੀ। ਇਹ ਮਤਲਬ ਬਸ ਇਹਨਾਂ ਦਾ ਉਹੀ 0.9% ਦਾ ਹੀ ਉੱਥੇ ਗਿਆ। ਮਤਲਬ ਕੋਈ ਵੋਟ ਦਾ ਨਹੀਂ ਵੱਡਾ ਫਰਕ ਹੋਇਆ, ਲੇਕਿਨ ਸੀਟਾਂ ਦਾ ਫਰਕ ਜ਼ਰੂਰ ਪੈ ਗਿਆ ਕਿਉਂਕਿ ਐਤਕੀ ਕਈ ਸੀਟਾਂ ਦੇ ਬਹੁਤ ਫਸਵਾ ਮੁਕਾਬਲਾ ਸੀ। ਸ਼ਾਮ ਦੇ 5 ਵਜੇ ਤੱਕ ਤਾਂ 95 ਵੋਟਾਂ ਦੇ ਫਰਕ ਨਾਲ ਵੀ ਇੱਕ ਸੀਟ ਤੋਂ ਫਸਵਾ ਮੁਕਾਬਲਾ ਸੀ। 80 ਵੋਟਾਂ ਦੇ ਫਰਕ ਨਾਲ ਵੀ ਚੱਲ ਰਿਹਾ ਸੀਗਾ ਕਿਉਂਕਿ ਇੱਕ ਚੀਜ਼ ਤਾਂ ਮੰਨ ਕੇ ਚੱਲਦਾ ਕਿ ਹਿਮਾਚਲ ਦੇ ਵਿੱਚ ਨਾ ਥੋੜਾ ਇਲਾਕੇ ਛੋਟੇ ਹੋਣ ਕਰਕੇ ਉੱਥੇ ਆਮ ਕਰਕੇ ਰਹਿ ਜਾਂਦਾ 1500 ਤੱਕ ਦਾ ਫਰਕ, 2000 ਤੱਕ ਦਾ ਤਾਂ ਆਮ ਹੀ ਆ। ਮਤਲਬ ਜੇ ਜਿੱਤਣ ਵਾਲਾ ਕਈ ਵਾਰ 2200 ਨਾਲ ਹੀ ਜਿੱਤਦਾ, ਇਹ ਤਾਂ ਅਸੀਂ ਦੇਖਿਆ ਹੋਇਆ। ਪਰ ਇੱਥੇ ਬਹੁਤ ਟੱਕਰ ਸੀਗੀ। ਇਹਦੇ ਵਿੱਚ ਜਿਹੜੇ 3 ਆਜ਼ਾਦ ਉਮੀਦਵਾਰ ਨੇ ਆਪਣੇ ਬਾਈ ਜੀ, ਉਹ ਹੈਗੇ ਨੇ 2 ਤਾਂ ਬੀਜੇਪੀ ਵਿੱਚੋਂ ਨਿਕਲੇ ਹੋਏ ਨੇ ਤੇ 1 ਕਾਂਗਰਸ ਵਿੱਚੋਂ ਨਿਕਲਿਆ ਹੋਇਆ। ਹੁਣ ਇਹ ਨਹੀਂ ਪਤਾ ਵੀ ਹੋ ਸਕਦਾ ਵੀ ਇਹ ਜਿਹੜੇ ਕਾਂਗਰਸ ਵਾਲਾ ਤਾਂ ਮੁੜ ਜੂਗਾ, ਮੈਨੂੰ ਲੱਗਦਾ ਉਧਰ ਹੀ ਵੀ ਜਿਹੜੇ ਘਰੋਂ ਆਇਆ ਉਸੇ ਘਰੋਂ। ਹੁਣ ਬੀਜੇਪੀ ਵਾਲੇ ਜਿਹੜੇ ਨੇ ਉਹ ਪੁਰਾਣੇ ਘਰੇ ਜਾਣਗੇ ਕਿ ਨਵੇਂ ਘਰੇ ਜਾਣਗੇ, ਇਹ ਦੇਖਣਾ ਹੋਏਗਾ। ਤੇ ਕੁੱਲ ਮਿਲਾ ਕੇ ਇੱਥੇ ਲੱਗਦਾ ਸੀਗਾ ਵੀ ਬੀਜੇਪੀ ਦਾ ਕੰਮ ਖਰਾਬ ਹੋ ਸਕਦਾ ਤੇ ਆਪਾਂ ਫਸਵੀਂ ਟੱਕਰ ਕਹਿੰਦੇ ਹੁੰਦੇ ਸੀਗੇ ਵੀ ਇਹ ਵੀ ਕਹਿੰਦੇ ਸੀਗੇ ਵੀ ਉੱਥੇ ਦੇ ਮੁੱਖ ਮੰਤਰੀ ਆ ਜਿਹੜਾ, ਉਹਨੂੰ ਕੋਈ ਉਹਨੇ ਕਿਹੜਾ ਕੰਮ ਕੀਤੇ ਉਹ ਨਹੀਂ ਗਿਣਾਉਣੇ ਆ ਰਹੇ ਸੀਗੇ ਕਿਉਂਕਿ ਉਹਨੇ ਕੋਈ ਕੰਮ ਹੀ ਨਹੀਂ ਕੀਤਾ ਸੀ। ਉਹ ਤਾਂ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਕਹਿੰਦਾ ਸੀ ਵੀ ਐਤਕੀ ਕਰੋਨਾ ਹੋਇਆ, ਮੈਂ ਕਰੋਨਾ ਕਰਕੇ ਨਹੀਂ ਕੰਮ ਕਰ ਸਕਿਆ। ਮਤਲਬ ਆਪ ਹੀ ਮੰਨਦਾ ਸੀ ਵੀ ਕੰਮ ਨਹੀਂ ਹੋਇਆ। ਲੋਕ ਕਹਿੰਦੇ ਸੀ ਵੀ ਕਰੋਨਾ ਤਾਂ ਭਾਈ ਸਾਰੇ ਮੁਲਕ ਸੀ, ਤੂੰ ਗੱਲਾਂ ਥੋੜ੍ਹਾ ਕਰੋਨਾ ਵਾਲਾ ਸੀ। ਫਿਰ ਜਦੋਂ ਬੀਜੇਪੀ ਨੇ ਸ਼ੁਰੂਆਤ ਦੇ ਵਿੱਚ ਇੱਥੇ ਕੌਮੀ ਮੁੱਦੇ, ਸੈਂਸਿਟਿਵ ਮੁੱਦੇ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਹਿੰਦੂ ਮੁਸਲਮਾਨ ਟਾਈਪ, ਨੈਸ਼ਨਲ ਸਿਕਿਉਰਿਟੀ, ਕਸ਼ਮੀਰ ਵਗੈਰਾ, ਤਾਂ ਲੋਕਾਂ ਨੇ ਕਿਹਾ ਭਾਈ ਸਾਨੂੰ ਕੰਮ ਦੱਸੋ ਕੀ ਕੀਤਾ, ਇਹ ਸਾਡੇ ਕੰਮ ਦੇ, ਇਹ ਕੋਈ ਸਾਡੇ ਕੰਮ ਦੇ ਮੁੱਦੇ ਨਹੀਂ ਹੈਗੇ। ਫਿਰ ਉਸ ਤੋਂ ਬਾਅਦ ਵਿੱਚ ਹੋਇਆ ਕਿ ਇਹਨਾਂ ਨੇ ਕੰਮ ਦੇ ਮੁੱਦਿਆਂ ਵਿੱਚ ਜਿਹੜੇ ਨੈਸ਼ਨਲ ਲੈਵਲ ਤੇ ਜਿਹੜੀ ਕੌਮੀ ਯੋਜਨਾਵਾਂ ਨੇ ਉਹ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਤਾਂ ਜੀ ਆਹ ਕੀਤੇ। ਲੋਕੀ ਕਹਿੰਦੇ ਵੀ ਤਾਂ ਭਾਈ ਉਹ ਵੀ ਚੰਗੀ ਤਰ੍ਹਾਂ ਲਾਗੂ ਨਹੀਂ ਹੋਈਆਂ ਜਿਹੜੀਆਂ ਤੁਸੀਂ ਗਿਣਾ ਰਹੇ ਹੋ, ਪਰ ਸਾਨੂੰ ਇਹ ਦੱਸੋ ਵੀ ਤੁਹਾਡੇ ਮੁੱਖ ਮੰਤਰੀ ਨੇ ਕਿਹੜਾ ਕੰਮ ਕੀਤਾ। ਤੇ ਕਾਂਗਰਸ ਦੇ ਵਿੱਚ
ਰਾਹੁਲ ਤਾਂ ਆਇਆ ਨਹੀਂ, ਉਹਨੇ ਇੱਕ ਵੀ ਰੈਲੀ ਨਹੀਂ ਕੀਤੀ। ਪ੍ਰਿਯੰਕਾ ਗਾਂਧੀ ਨੇ ਰੈਲੀਆਂ ਕੀਤੀਆਂ ਨੇ, ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਕਹਿੰਦੀ ਵੀ ਰਹੀ ਕਿ ਮੇਰੀ ਜਿਹੜੀ ਦਾਦੀ ਲੱਗੀ ਨਾ ਇੰਦਰਾ ਗਾਂਧੀ, ਜਿਵੇਂ ਮੇਰੀ ਦਾਦੀ ਆਖਰੀ ਟਾਈਮ ਜਦੋਂ ਰਿਟਾਇਰ ਹੋਣ ਤੋਂ ਬਾਅਦ ਉਰੇ ਰਹਿਣਾ ਚਾਹੁੰਦੀ ਸੀ, ਉਹ ਇੱਥੇ ਹੀ ਘਰ ਲੈਣਾ ਚਾਹੁੰਦੀ ਸੀ। ਉਹਦਾ ਬੜਾ ਮਤਲਬ ਤੇ ਉਹ ਸੀ ਤੁਹਾਡੇ ਨਾਲ। ਇੱਥੋਂ ਤੱਕ ਕਿ ਜਦੋਂ ਹਿਮਾਚਲ ਸੂਬਾ ਬਣਿਆ ਉਦੋਂ ਵੀ ਇੰਦਰਾ ਗਾਂਧੀ ਸੱਤਾ ਦੇ ਵਿੱਚ ਸੀਗੀ, ਤੇ ਉਹ ਦੂਜੀਆਂ ਪਾਰਟੀਆਂ ਨੇ ਜਿਹਦੇ ਵਿੱਚ ਕਿ ਉਸ ਸਮੇਂ ਬੀਜੇਪੀ ਤਾਂ ਨਹੀਂ, ਜਨਸੰਘ ਸੀਗਾ, ਜਨਸੰਘ ਨੇ ਵਿਰੋਧ ਕੀਤਾ ਸੀਗਾ ਵੀ ਇਹਨੂੰ ਇੱਕ ਕੇਂਦਰੀ ਪ੍ਰਸ਼ਾਸਿਤ ਪ੍ਰਦੇਸ਼ ਨੂੰ ਤੁਸੀਂ ਕਿਉਂ ਸੋ ਬਣਾ ਰਹੇ ਹੋ ਸੂਬਾ। ਪਰ ਮੇਰੀ ਦਾਦੀ ਨੇ ਤੁਹਾਡੇ ਲੋਕਾਂ ਦੇ ਯਕੀਨ ਕਰਕੇ ਵੀ ਉਹਨਾਂ ਨੂੰ ਜਿਹੜਾ ਹੈਗਾ ਹਿਮਾਚਲ ਨੂੰ ਇੱਕ ਰਾਜ ਬਣਾਇਆ। ਤੇ ਵੱਧਦੀ ਹੋਈ ਠੰਡ ਦੇ ਵਿੱਚ, ਪੂਰੀ ਠੰਡ ਜੋ ਕੜਾਕੇ ਦੀ ਪੈ ਰਹੀ ਸੀਗੀ, ਤੇ ਮੇਰੀ ਦਾਦੀ ਸ਼ਿਮਲੇ ਆਈ ਉਦੋਂ ਜਦੋਂ ਇਹਨੂੰ ਸੂਬੇ ਦਾ ਦਰਜਾ ਮਿਲਿਆ। ਇਹਨਾਂ ਦੀਆਂ ਭਾਵੁਕ ਗੱਲਾਂ ਕੀਤੀਆਂ ਕਿ ਚਲੋ ਮੇਰੀ ਦਾਦੀ ਤਾਂ ਨਹੀਂ ਰਹਿ ਸਕੀ ਪਰ ਮੈਂ ਉਰੇ ਮਕਾਨ ਲੈ ਲਿਆ, ਕਿਉਂਕਿ ਇਹਨੇ ਸ਼ਿਮਲੇ ਕੋਲ ਮਕਾਨ ਲਿਆ ਹੋਇਆ ਹੈਗਾ ਬੀਬੀ ਨੇ। ਤੇ ਏਦਾਂ ਦੀਆਂ ਜਜ਼ਬਾਤੀ ਗੱਲਾਂ ਕੀਤੀਆਂ। ਫਿਰ ਮੋਦੀ ਨੇ ਵੀ ਕੀਤੀਆਂ। ਉਹ ਕਹਿੰਦਾ ਕਿ ਜਦੋਂ ਮੈਂ ਇੱਥੇ ਸੰਘ ਦਾ ਪ੍ਰਚਾਰਕ ਸੀ ਉਦੋਂ ਵੀ ਮੇਰਾ ਟਾਈਮ ਉਰੇ ਗੁਜ਼ਰਿਆ, ਮੈਂ ਉਰੇ ਇੰਚਾਰਜ ਬਣਾਇਆ ਹੋਇਆ ਸੀ ਬੀਜੇਪੀ ਦਾ, ਉਦੋਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਵੀ ਫਲਾਣਾ ਚਾਹ ਵਾਲਾ ਹੁੰਦਾ ਸੀਗਾ, ਚਾਹ ਪੀਂਦਾ ਹੁੰਦਾ ਸੀ ਵਗੈਰਾ ਵਗੈਰਾ। ਸੋ ਇਹਦਾ ਭਾਵੁਕ ਪੱਤਾ ਬਹੁਤ ਚੱਲਿਆ। ਪਰ ਮੇਨ ਚੀਜ਼ ਸੀਗੀ ਕਿ ਦੋ ਚੀਜ਼ਾਂ ਨੇ ਕਾਂਗਰਸ ਨੂੰ ਕਾਫੀ ਦਿੱਤੀ ਆ। ਇੱਕ ਤਾਂ ਮੌਜੂਦ ਜਿਹੜੀ ਹਕੂਮਤ ਸੀਗੀ ਜੈਰਾਮ ਠਾਕੁਰ ਦੀ, ਉਹਨੇ ਕੋਈ ਕੰਮ ਨਹੀਂ ਕੀਤਾ ਸੀਗਾ, ਬਦਨਾਮ ਸੀ, ਲੋਕਾਂ ਦਾ ਗੁੱਸਾ ਸੀਗਾ, ਉਹ ਗੱਲ ਕਰਦੇ ਹੀ ਦਿਖ ਜਾਂਦਾ ਸੀਗਾ। ਦੂਜੀ ਚੀਜ਼ ਸੀਗੀ ਕਿ ਜਿਹੜੀ ਓਲਡ ਪੈਨਸ਼ਨ ਸਕੀਮ ਆ ਜਿਹਨੂੰ ਕਾਂਗਰਸ ਨੇ ਰੱਜ ਕੇ ਬਣਾਇਆ, ਤੇ ਬੀਜੇਪੀ ਇਹਨੂੰ ਕਾਊਂਟਰ ਨਹੀਂ ਕਰ ਸਕੀ। ਉਹ ਹਾਲਾਂਕਿ ਇਹ ਤਾਂ ਕਹਿੰਦੀ ਰਹੀ ਆ ਵੀ ਜਦੋਂ ਪਿਛਲੀ ਵਾਰ ਸਰਕਾਰ ਸੀਗੀ ਉਦੋਂ ਕਿਉਂ ਨਾ ਇਹਨਾਂ ਨੇ ਲਾਗੂ ਕਰ ਦਿੱਤੀ। ਉਦੋਂ ਵੀ ਕਾਂਗਰਸ ਕੋਲ ਜਵਾਬ ਸੀਗਾ ਕਿ ਦੇਖੋ ਜੀ ਉਹ ਤਾਂ ਨਹੀਂ, ਕਿਉਂਕਿ ਪਿਛਲੀ ਵਾਰ ਅਸੀਂ ਜਦੋਂ ਲਾਗੂ ਕਰਨ ਲੱਗੇ ਤਾਂ ਜਦੋਂ ਵੋਟਾਂ ਦਾ ਟਾਈਮ ਆ ਗਿਆ। ਤੇ ਸੋ ਇਸ ਕਰਕੇ ਐਤਕੀ ਇਹਦੇ ਸਹਾਰੇ ਮੈਨੂੰ ਲੱਗਦਾ ਵੀ, ਕਿਉਂਕਿ ਹਿਮਾਚਲ ਉਹ ਸੂਬਾ ਜਿੱਥੇ ਮੁਲਾਜ਼ਮ ਬਹੁਤ ਜ਼ਿਆਦਾ ਹੈਗੇ ਨੇ, ਸਰਕਾਰੀ ਮੁਲਾਜ਼ਮ, ਉਹ ਫਿਰ ਆਸ ਵੀ ਰੱਖਦੇ ਨੇ ਵੀ ਉਹਨਾਂ ਦੀ ਓਲਡ ਪੈਨਸ਼ਨ ਸਕੀਮ ਜਿਹੜੀ ਬਹਾਲ ਹੋਵੇ ਵਗੈਰਾ, ਇਹ ਮੁੱਦੇ ਚੱਲੇ। ਪਰ ਮੈਨੂੰ ਇਹ ਲੱਗਦਾ ਦਾਨਿਆਲ ਸਾਹਿਬ ਵੀ ਜਿਵੇਂ ਨਾ ਉੱਥੇ ਹਿਮਾਚਲ ਦੇ ਵਿੱਚ ਜਿੰਨਾ ਵੱਡਾ ਬੀਜੇਪੀ ਦਾ ਵਿਰੋਧ ਸੀ ਨਾ, ਉਨੀ ਸੀਟ ਨਹੀਂ ਲੈ ਕੇ ਜਾ ਸਕੀ ਕਾਂਗਰਸ ਪਾਰਟੀ, ਕਿਉਂਕਿ ਕਾਂਗਰਸ ਸੀਰੀਅਸ ਤਾਂ ਸੀਗੀ ਮਾੜੀ ਮੋਟੀ, ਪਰ ਉਸ ਤਰ੍ਹਾਂ ਸੀਰੀਅਸ ਨਹੀਂ ਹੋਈ ਜਿਵੇਂ ਇੱਕ ਹੋਣਾ ਚਾਹੀਦਾ। ਕਿਉਂਕਿ ਜੇਕਰ ਰਾਹੁਲ ਗਾਂਧੀ ਆਪਣੀ ਉਹ ਭਾਰਤ ਜੋੜੋ ਯਾਤਰਾ ਛੱਡ ਕੇ ਇੱਥੇ ਆ ਜਾਂਦਾ, ਵੀ ਗੁਜਰਾਤ ਵਿੱਚ ਵੀ ਤਾਂ ਆਈ 2 ਰੈਲੀਆਂ ਕੀਤੀਆਂ ਨਾ, ਇੱਥੇ 4-5 ਰੈਲੀਆਂ ਕਰ ਦਿੱਤਾ ਜਾਂਦਾ, ਕਿਉਂਕਿ ਜਦੋਂ ਪਤਾ ਸੀ ਫਸਵਾਂ ਮੁਕਾਬਲਾ। ਤੇ ਸੋਨੀਆ ਗਾਂਧੀ ਆਪਣੀ ਸਿਹਤ ਕਰਕੇ ਨਹੀਂ ਆ ਸਕੀ, ਸੋਨੀਆ ਗਾਂਧੀ ਆ ਜਾਂਦੀ, ਕੱਲਾ ਮਤਲਬ ਦਾਰਮਦਾਰ ਰਿਹਾ ਇੱਥੇ ਇਹਦੇ ਤੇ ਪ੍ਰਿਯੰਕਾ ਗਾਂਧੀ ਦੇ ਉੱਤੇ ਰਿਹਾ, ਜਾਂ ਫਿਰ ਹੋਰ ਥੋੜੀ ਜਿਹੀ ਚੁਸਤੀ ਦਿਖਾਈ ਜਾਂਦੀ, ਕਿਉਂਕਿ ਲੋਕਾਂ ਨੂੰ ਇੱਕ ਸ਼ੱਕ ਰਿਹਾ ਆਖਰੀ ਟਾਈਮ ਤੱਕ ਵੀ ਅਸੀਂ ਵੋਟ ਤਾਂ ਪਾ ਦਾਂਗੇ ਕਾਂਗਰਸ ਨੂੰ, ਕਿਉਂਕਿ ਬੀਜੇਪੀ ਨੂੰ ਇੱਥੇ ਲਾਉਣਾ, ਪਰ ਸਾਨੂੰ ਸ਼ੱਕ ਆ ਵੀ ਮੁੱਖ ਮੰਤਰੀ ਪਿੱਛੇ ਨਾ ਲੜ ਪੈਣ। ਇਹ ਵੀ ਸ਼ੱਕ ਆ, ਖੜਗੜੇ ਵੈਸੇ ਪਹੁੰਚ ਗਿਆ। ਹੁਣ ਖਬਰਾਂ ਆ ਰਹੀਆਂ ਨੇ ਵੀ ਇੱਕ ਤਾਂ ਇਹਨਾਂ ਨੇ ਜਿਹੜਾ ਇੰਚਾਰਜ ਬਘੇਲ ਨੂੰ ਲਾਇਆ ਸੀਗਾ ਛੱਤੀਸਗੜ੍ਹ ਵਾਲੇ ਮੁੱਖ ਮੰਤਰੀ ਨੂੰ, ਉਹ ਐਕਟਿਵ ਹੋ ਚੁੱਕੇ ਨੇ। ਫਿਰ ਭੁਪਿੰਦਰ ਹੁੱਡੇ ਦੀ ਵੀ ਡਿਊਟੀ ਲੱਗੀ ਹੋਈ ਸੀਗੀ, ਉਹ ਵੀ ਐਕਟਿਵ ਹੋ ਗਿਆ। ਕੁਛ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਣ ਲੱਗੀਆਂ ਨੇ, ਇਹਨਾਂ ਨੂੰ ਉੱਥੇ ਇਕੱਠੇ ਹੋਣ ਲੱਗੇ ਹੈਗੇ ਨੇ। ਤੇ ਹੁਣ ਮੁੱਖ ਮੰਤਰੀ ਦੇ ਵੈਸੇ ਇੱਥੇ ਨਾ ਕਾਂਗਰਸ ਦੇ ਵਿੱਚ ਉਹ ਭਾਵੇਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਸੀ, ਪਰ 8 ਦਾਅਵੇਦਾਰ ਸੀਗੇ। 8 ਵਿੱਚੋਂ 4-5 ਤੇ ਝੜ ਗਏ ਤੇ ਲੈ ਦੇ ਕੇ 3 ਰਹਿ ਗਏ ਨੇ, ਜਿਹਦੇ ਵਿੱਚੋਂ ਕਿ ਐਤਕੀ ਪ੍ਰਤਿਭਾ ਸਿੰਘ ਦਾ ਨਾਮ ਵੱਡਾ ਨਾਮ ਹੈ। ਪ੍ਰਤਿਭਾ ਸਿੰਘ ਪਰ ਚੋਣ ਨਹੀਂ ਲੜ ਰਹੀ ਸੀ ਐਤਕੀ ਉਹ, ਕਿਉਂਕਿ ਉਹ ਬਕਾਇਦਾ ਲੋਕ ਸਭਾ ਦੀ ਮੈਂਬਰ ਹੈ। ਤੇ ਮੈਨੂੰ ਇਹ ਲੱਗਦਾ ਕਿ ਪ੍ਰਤਿਭਾ ਸਿੰਘ ਦੇ ਬਾਰੇ ਤਾਂ ਆਵਾਜ਼ਾਂ ਉੱਠਣ ਲੱਗ ਗਈਆਂ ਸੀ ਜਦੋਂ ਪ੍ਰਤਿਭਾ ਸਿੰਘ ਦਾ ਮੁੰਡਾ ਜਿੱਤ ਗਿਆ ਸੀਗਾ। ਤੇ ਹੁਣ ਇਹ 3 ਜਿਹੜੇ ਦਾਅਵੇਦਾਰ ਹੈਗੇ ਨੇ, ਉਹ 3 ਦਾਅਵੇਦਾਰਾਂ ਦੇ ਵਿੱਚੋਂ 2-3 ਦਾਅਵੇਦਾਰ ਜਿਹੜੇ ਹੈਗੇ ਨੇ ਮਤਲਬ ਜਿੱਤ ਚੁੱਕੇ ਨੇ, ਬਾਕੀ 4-5 ਤਾਂ ਝੜ ਗਏ ਸੀਗੇ। ਉਹਨਾਂ ਵਿੱਚੋਂ ਇਹਨਾਂ ਨੇ ਕਿਵੇਂ ਕੋਈ ਇੱਕ ਨਾਂ ਦੇ ਉੱਤੇ ਸਹਿਮਤੀ ਹੋਊਗੀ, ਕਿਉਂਕਿ ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਵੀ ਕਾਂਗਰਸ ਨੂੰ ਸਾਂਭ ਕੇ ਰੱਖਣਾ ਕਾਂਗਰਸ ਦੀ ਸਮੱਸਿਆ ਹੈ। ਤੇ ਇਹੀ ਵੋਟਰ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਵੋਟ ਤਾਂ ਪਾ ਦਾਂਗੇ, ਵੀ ਬਾਅਦ ਵਿੱਚ ਲੜ ਪਏ ਫਿਰ ਸਾਡੀ ਵੋਟ ਤਾਂ ਬੇਕਾਰ ਚਲੀ ਜਾਊਗੀ। ਸੋ ਹੁਣ ਹਾਲਾਂਕਿ ਕੁਛ ਹਿਮਾਚਲ ਦੀ ਰਾਜਨੀਤੀ ਨੂੰ ਦੇ ਜਾਣਨ ਵਾਲੇ ਦੱਸ ਰਹੇ ਸੀਗੇ ਵੀ ਜੇਕਰ 40 ਸੀਟਾਂ ਆ ਗਈਆਂ ਕਾਂਗਰਸ ਦੀਆਂ ਜਾਂ 40 ਉੱਤੇ ਆ ਗਈਆਂ, ਫਿਰ ਟੁੱਟਣ ਵਾਲੀ ਸੰਭਾਵਨਾ ਨਹੀਂ ਹੋਣੀ ਹੈਗੀ। ਹੁਣ ਮਤਲਬ 40 ਤਾਂ ਆ ਹੀ ਗਈਆਂ ਹੈਗੀਆਂ ਨੇ, ਤੇ ਜੇ ਮਤਲਬ ਇਹ ਮੰਨ ਲਓ ਕਿ ਉਹੀ 35 ਹੋ ਗਈਆਂ, 36 ਹੋ ਗਈਆਂ, ਉਹ ਫਿਰ ਗੜਬੜ ਹੋ ਸਕਦੀ ਆ। ਹਾਲਾਂਕਿ ਜਦੋਂ 2012 ਦੇ ਵਿੱਚ ਕਾਂਗਰਸ ਦੀ ਸੱਤਾ ਜਾਈ ਸੀਗੀ ਉਦੋਂ 36 ਸੀਟਾਂ ਹੀ ਸੀਗੀਆਂ, ਪਰ ਉਦੋਂ ਚੱਕਰ ਕੀ ਸੀਗਾ, ਉਦੋਂ ਟੁੱਟ ਤਾਂ ਨਹੀਂ ਸਕੇ ਕਿਉਂਕਿ ਉਦੋਂ ਵੀਰਭਦਰ ਸਿੰਘ ਜਿਉਂਦਾ ਸੀਗਾ। ਉਹਦਾ ਕੱਦ ਏਡਾ ਸੀ ਵੀ ਸਾਰੇ ਕਾਂਗਰਸੀ ਉਹਦੇ ਕਹਿਣੇ ਵਿੱਚ ਸੀਗੇ। ਹੁਣ ਜਾਂ ਤਾਂ ਐਂ ਹੋਊਗਾ ਵੀ ਪ੍ਰਤਿਭਾ ਸਿੰਘ ਨੂੰ ਅੱਗੇ ਕਰ ਦਿੱਤਾ ਜਾਵੇ, ਜੇ ਪ੍ਰਤਿਭਾ ਸਿੰਘ ਅੱਗੇ ਹੁੰਦੀ ਆ ਫਿਰ ਉਹਨੂੰ ਲੋਕ ਸਭਾ ਸੀਟ ਛੱਡਣੀ ਪਊਗੀ। ਹੁਣ ਕਾਂਗਰਸ ਲਈ ਇਹ ਵੀ ਸਮੱਸਿਆ
ਵੀ ਲੋਕ ਸਭਾ ਸੀਟ ਦੀ ਵੀ ਬਲੀ ਨਹੀਂ ਦਿੱਤੀ ਜਾ ਸਕਦੀ, ਨਹੀਂ ਦਿੱਤੀ ਜਾ ਸਕਦੀ ਕਿਉਂਕਿ ਲੋਕ ਸਭਾ ਦੇ ਵਿੱਚ ਇਹਨਾਂ ਕੋਲ ਮੈਂਬਰ ਘੱਟ ਹੈਗੇ ਨੇ। ਸੋ ਇਹਦੇ ਵਿੱਚ ਹੁਣ ਜੇਕਰ ਇਸ ਹਾਲਤ ਵਿੱਚ ਪ੍ਰਤਿਭਾ ਸਿੰਘ ਦਾ ਮੁੰਡਾ, ਮਤਲਬ ਜਿਹੜੀ ਵੀਰਭਦਰ ਸਿੰਘ ਦਾ ਮੁੰਡਾ, ਉਹ ਜੋ ਕਿ ਐਤਕੀ ਕਾਫੀ ਤਕੜੀ ਵੋਟ ਨਾਲ ਜਿੱਤਿਆ ਹੈਗਾ, ਉਦੋਂ ਹੁਣ ਸ਼ਾਇਦ ਤੁਸੀਂ ਦੇਖ ਕੇ ਦੱਸ ਸਕਦੇ ਹੋ, ਉਦੋਂ ਇਹ ਮੇਰੇ ਖਿਆਲ ਸੀਗਾ ਕੀ ਕਹਿੰਦੇ ਨੇ 11,000 ਵੋਟਾਂ ਦੇ ਫਰਕ ਨਾਲ ਅੱਗੇ ਸੀ। ਉਹ ਹਿਮਾਚਲ ਦੇ ਹਿਸਾਬ ਨਾਲ ਕਾਫੀ ਵੱਡੀ ਲੀਡ ਸੀ, ਬਹੁਤ ਵੱਡੀ, ਪਰ ਉਹ ਹਜੇ ਉਹ ਨਹੀਂ ਆਈ ਜੀ ਆਪਣੀ ਕੀ ਕਹਿੰਦੇ ਆ ਹਾਲੇ ਥੋੜਾ ਜਿਹਾ ਹੋ ਸਕਦਾ ਟਾਈਮ ਲੱਗੇ। ਤੇ ਉਹ ਮਤਲਬ ਜੇ ਤਾਂ ਉਹਨੂੰ ਬਣਾਉਂਦੇ ਨੇ ਫਿਰ ਪੁਰਾਣੇ ਬੰਦੇ ਨਾਰਾਜ਼ ਹੋਣਗੇ, ਜਿਹੜੇ ਇੱਕ ਦੋ ਦਾਅਵੇਦਾਰ ਨੇ ਵੀ ਅਸੀਂ ਤਾਂ ਪੁਰਾਣੇ ਬੰਦੇ ਹੈਗੇ। ਨਹੀਂ, ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸੀ ਹਰਮੇਲ ਸਿੰਘ ਧਾਲੀਵਾਲ ਹੋਰਾਂ ਨੇ, ਕਹਿੰਦੇ ਕਿਉਂਕਿ ਹਿਮਾਚਲ ਦੇ ਬੰਦੇ ਬੜੇ ਭਰਤੀ ਹੁੰਦੇ ਆ ਨਾ ਫੌਜ ਦੇ ਵਿੱਚ, ਕਹਿੰਦੇ ਅਗਨੀਵੀਰ ਵੀ ਲੈ ਬੈਠਾ ਉਹਨਾਂ ਨੂੰ। ਅਗਨੀਵੀਰ ਇੱਕ ਵੱਡੀ ਚੀਜ਼ ਰਹੀ ਹੈ, ਬਿਲਕੁਲ ਰਹੀ ਹੈ, ਕਿਉਂਕਿ ਅਗਨੀਵੀਰ ਦਾ ਤਾਂ ਇਹਨਾਂ ਨੇ ਕਾਂਗਰਸ ਪਾਰਟੀ ਨੇ ਰੱਜ ਕੇ ਪ੍ਰਚਾਰ ਕੀਤਾ ਹੈ ਕਿ ਦੋ ਚੀਜ਼ਾਂ ਸੀਗੀਆਂ, ਇੱਕ ਤਾਂ ਓਲਡ ਪੈਨਸ਼ਨ ਸਕੀਮ, ਇੱਕ ਅਗਨੀਵੀਰ। ਤੀਜਾ ਸੀਗਾ ਇਹਨਾਂ ਦੀ ਕਾਰਗੁਜ਼ਾਰੀ ਬੀਜੇਪੀ ਦੇ ਵੀ, ਉਹ ਵਾਰ-ਵਾਰ ਇਹੀ ਪੁੱਛਦੇ ਹੁੰਦੇ ਸੀ ਵੀ ਦੱਸੋ ਜੈਰਾਮ ਨੇ ਕਿਹੜਾ ਕੰਮ ਕੀਤਾ ਹੈਗਾ। ਇਹ ਤਿੰਨ ਚੀਜ਼ਾਂ ਲੈ ਕੇ ਬੈਠ ਗਈਆਂ। ਤੇ ਹੁਣ ਐਂ ਲੱਗਿਆ ਮੈਨੂੰ ਜਦੋਂ ਆਪਾਂ ਨਾ ਤਿੰਨਾਂ ਨਤੀਜਿਆਂ ਨੂੰ ਦੇਖਦੇ ਹਾਂ, ਤਿੰਨਾਂ ਹੀ ਕੱਲ੍ਹ ਵਾਲਾ ਨਤੀਜਾ ਵੀ ਲੋਕਾਂ ਨੇ ਕੁੱਲ ਮਿਲਾ ਕੇ ਨਾ ਖੁਸ਼ ਸਾਰਿਆਂ ਨੂੰ ਕਰ ਦਿੱਤਾ। ਵੀ ਹਿਮਾਚਲ ਦੇ ਵਿੱਚ ਕਾਂਗਰਸ ਨੂੰ ਪਾਰ ਕਰ ਦਿੱਤਾ, ਗੁਜਰਾਤ 'ਚ ਹੋ ਗਈ ਬੀਜੇਪੀ, ਤੇ ਆਮ ਆਦਮੀ ਪਾਰਟੀ ਨੂੰ ਕਹਿੰਦੇ ਚੰਗਾ ਭਾਈ ਤੁਸੀਂ ਲੋਕਲ ਬਾਡੀ ਵਿੱਚੋਂ ਖੁਸ਼ ਹੋ ਜਾਓ ਜੀ। ਕਹਿੰਦੇ ਅੰਮ੍ਰਿਤਸਰ 'ਚ ਫੇਰ ਗੋਲੀ ਚੱਲ ਗਈ ਹੈ ਜੀ, ਤੇ ਉਧਰ ਲੁਧਿਆਣੇ ਬਲਾਸਟ ਹੋ ਗਿਆ ਇੱਕ, ਉਹ ਪਤਾ ਨਹੀਂ ਕਿਵੇਂ ਹੋਇਆ ਦੁਕਾਨ 'ਚ ਇੱਕ 'ਚ। ਤੇ ਪੰਜਾਬ ਦੀ ਸਥਿਤੀ ਜਿਹੜੀ ਆ ਬੜੀ ਖਤਰਨਾਕ ਹੁੰਦੀ ਜਾ ਰਹੀ ਹੈ ਜੀ। ਪ੍ਰਤਾਪ ਸਿੰਘ ਬਾਜਵਾ ਨੇ ਬੜੀ ਚਿੰਤਾ ਪ੍ਰਗਟ ਕੀਤੀ ਹੈ ਇਸ ਮਾਮਲੇ 'ਤੇ। ਬਿਲਕੁਲ ਜੀ, ਪੰਜਾਬ ਦੀ ਸਿਚੁਏਸ਼ਨ, ਕਿਉਂਕਿ ਬਹੁਤ ਸਾਰੀਆਂ ਤਾਕਤਾਂ ਹੈਗੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਐਕਟਿਵ ਹੈਗੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ। ਇਹ ਮਤਲਬ ਪਿਛਲੀ ਸਰਕਾਰ ਵੇਲੇ ਵੀ ਦੇ ਐਂਡ ਵਾਲਾ ਟਾਈਮ ਸੀ ਜਿਹੜਾ ਚੰਨੀ ਦਾ, ਉਦੋਂ ਵੀ ਸਾਨੂੰ ਦਿਖ ਰਿਹਾ ਸੀਗਾ। ਸੋ ਇਹੀ ਆ ਹੁਣ ਇਹ ਜਦੋਂ ਪੂਰੇ ਨਾ ਖਲਾਅ ਦੇ ਵਿੱਚ ਹੈ, ਮਤਲਬ ਜਿਹਨੂੰ ਕਹਿੰਦੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਇੱਕ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕਾਫੀ ਸਿੰਸੀਅਰ ਹੋਵੇ ਇਸ ਮੁੱਦੇ ਨੂੰ ਲੈ ਕੇ। ਜੇ ਉਹ ਸਿੰਸੀਅਰ ਨਹੀਂ ਹੋਊਗੀ ਤਾਂ ਬੜਾ ਮੁਸ਼ਕਿਲ ਹੋਊਗਾ ਜੀ ਕਿ ਸੂਬੇ ਨੂੰ ਕਿਉਂ ਚੁਕਾਉਣੀ ਪੈ ਸਕਦੀ ਹੈ। ਤੇ ਕਿਉਂਕਿ ਹਰ ਤਰ੍ਹਾਂ ਦੀਆਂ, ਕਿਉਂਕਿ ਸੈਂਟਰ ਗਵਰਨਮੈਂਟ ਦੇ ਹਿੱਤ ਇਸੇ ਵਿੱਚ ਹੈ ਕਿ ਪੰਜਾਬ 'ਚ ਟੈਨਸ਼ਨ ਹੋਵੇ ਵੱਧ ਤੋਂ ਵੱਧ। ਤੇ ਸਭ ਤੋਂ ਪਿਆਰਾ ਸੂਬਾ ਜਿਹੜੇ ਸੂਬੇ ਵਿੱਚ ਹਾਲੇ ਤੱਕ ਭਾਈਚਾਰਕ ਜਿਹੜੇ ਸੌਹਾਰਦ ਹੈ, ਭਾਈਚਾਰਕ ਜਿਹੜੀ ਸਦਭਾਵਨਾ ਹੈ ਉਹ ਨਹੀਂ ਵਿਗੜੀ, ਤੇ ਉਹਨੂੰ ਵਿਗਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ। ਤੇ ਜ਼ਿਆਦਾ ਆਹ ਜਿਹੜੀ ਸ਼ਿਵ ਸੈਨਾ ਟਾਈਪ ਦੀਆਂ ਕੋਈ ਬਿਆਨ ਦੇ ਦਿੰਦੇ ਨੇ, ਕੋਈ ਅਮਰਤਪਾਲ ਟਾਈਪ ਦੇ ਬਿਆਨ ਦੇ ਦਿੰਦੇ ਨੇ, ਇਹ ਵੀ ਇੱਕ ਪਾਸੇ ਲੱਗੇ ਹੋਏ ਨੇ, ਇਹ ਸੈਂਟਰ ਦਾ ਹੀ ਹਿੱਤ ਪੂਰਨ ਕਰਨ ਲੱਗੇ ਹੋਏ ਨੇ। ਦੂਜੇ ਪਾਸੇ ਸੈਂਟਰ ਆਪਣੇ ਢੰਗ ਨਾਲ ਕੰਮ ਕਰ ਰਿਹਾ ਹੈਗਾ, ਤੀਜੇ ਪਾਸੇ ਇਸ ਤਰ੍ਹਾਂ ਦੀਆਂ ਏਜੰਸੀਆਂ ਇਨਵੋਲਵ ਨੇ। ਸੋ ਇਹਦੇ ਨਾਲ ਸੂਬਾ ਸਰਕਾਰ ਦੀ ਤੇ ਪੰਜਾਬੀਆਂ ਦੀ ਆਪਣੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ। ਤੇ ਹੁਣ ਕੀ ਲੱਗਦਾ ਹੈ ਤੁਹਾਨੂੰ ਵੀ ਜਿਵੇਂ MCD ਜਿੱਤ ਲਈ ਆ, ਉੱਥੇ MCD ਦਾ ਅਸਰ ਕੀ ਲੱਗਦਾ, ਕੀ ਕਰ ਪਾਉਣਗੇ ਕੁਛ ਨਾ ਕੁਛ, ਦਿੱਲੀ ਦੇ ਕੂੜਾ ਕਰਕਟ ਚੱਕ ਪਾਉਣਗੇ? MCD ਆਮ ਤੌਰ ਦੇ ਉੱਤੇ ਨਾ ਸੀਗਾ, ਦੇਖੋ ਇਹਦੇ ਵਿੱਚ ਇੱਕ ਚੀਜ਼ ਤਾਂ ਹੈ ਵੀ MCD ਦਾ ਇੱਕ ਵੱਖਰਾ ਫੰਡ ਹੁੰਦਾ ਇਕੱਲਾ ਦਿੱਲੀ ਦੇ ਵਿੱਚ, ਜੇ ਆਪਾਂ ਦੇਖੀਏ। ਬਾਕੀ ਤਾਂ ਇਹ ਹੈ ਕਿ ਸਾਰੀ ਤਾਕਤ ਇੱਕ ਤਰ੍ਹਾਂ ਦਾ ਹੁਣ ਸੂਬਾ ਸਰਕਾਰ ਕੋਲ ਤਾਂ ਵੈਸੇ ਵੀ ਹੱਥ ਕੱਟੇ ਹੋਏ ਨੇ। ਸੂਬਾ ਸਰਕਾਰ ਮਤਲਬ ਦਿੱਲੀ ਸਰਕਾਰ ਦੇ। ਹਾਂਜੀ। ਮੇਨ ਤਾਂ ਹੈਗਾ ਕਿ ਦਰਮਦਰ ਕੇਂਦਰ ਉੱਤੇ ਹੀ ਹੁੰਦਾ ਹੈਗਾ। ਕੇਂਦਰ ਆਪਣੇ ਅੜਿੱਕੇ ਢਾਹ ਸਕਦਾ, ਜਿਹੜੇ ਕੇਂਦਰ ਵੱਲੋਂ ਗ੍ਰਾਂਟ ਆਉਂਦੀ ਉਹਦੇ ਵਿੱਚ ਉਹ ਪਰੇਸ਼ਾਨੀ ਪੈਦਾ ਕਰ ਸਕਦਾ ਹੈਗਾ। ਕਿਉਂਕਿ ਐਤਕੀ ਤਾਂ ਕਹਿੰਦੇ ਸੀ ਨਾ ਵੀ ਦੇਖੋ ਕੇਂਦਰ ਨੇ ਵੀ ਤੁਹਾਡੇ ਕੋਲ ਵੱਖਰਾ ਫੰਡ ਵੀ ਸੀ, ਆਮ ਆਦਮੀ ਪਾਰਟੀ ਦੇ ਇਹੀ ਹੈ ਨਾ ਵੀ ਤੁਹਾਡੇ ਕੋਲ ਵੱਖਰਾ ਫੰਡ ਵੀ ਸੀਗਾ, ਉਹਨੂੰ ਕੇਂਦਰ ਵੀ ਸਪੋਰਟ ਕਰਦੀ ਸੀ, ਫਿਰ ਵੀ ਤੁਸੀਂ ਵਿਕਾਸ ਕਿਉਂ ਨਹੀਂ ਕੀਤਾ। ਤੇ ਹੁਣ ਇੱਥੇ ਦਿੱਕਤ ਆ ਸਕਦੀ ਹੈ। ਹੁਣ ਝੂਠ ਦੇ ਪਲਿੰਦੇ ਨਹੀਂ ਵੱਜਣੇਗੇ, ਜਾਂ ਤਾਂ ਫਿਰ ਮੈਨੇਜਮੈਂਟ ਵੱਧ ਕਰਨਗੇ ਪਹਿਲਾਂ ਵਾਂਗੂ। ਹੁਣ ਕੁਛ ਕਰਨਾ ਪਏਗਾ ਇਹਨਾਂ ਨੂੰ, ਕਿਉਂਕਿ ਹੁਣ ਉਹ ਕਹਾਣੀ ਨਹੀਂ ਹੋਣੀ। ਕਿਉਂਕਿ ਬਾਕੀ ਬੀਜੇਪੀ ਜ਼ਰੂਰ ਕੋਸ਼ਿਸ਼ ਕਰੂਗੀ ਵੀ ਸੈਂਟਰ ਪੱਖੋਂ ਜਿਹੜਾ ਸੈਂਟਰ ਵਾਲੇ ਕੋਈ ਫੰਡ ਹੈ ਉਹਦੇ ਵਿੱਚ ਉਹ ਕੋਸ਼ਿਸ਼ ਕਰੂਗੀ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ। ਪਰ ਹੁਣ ਚੱਕਰ ਇਹਨਾਂ ਵੀ ਦੋਵੇਂ ਡਰਾਮੇਬਾਜ਼ ਨੇ, ਦੋਵੇਂ ਪਾਰਟੀਆਂ ਹੀ। ਤੇ ਡਰਾਮੇਬਾਜ਼ੀ ਵਿੱਚ ਇੱਕ ਤੋਂ ਵੱਧ ਕੇ ਇੱਕ ਹੈ। ਜਿੰਨਾ ਸੋਹਣਾ ਡਰਾਮਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਰਨਾ ਆਉਂਦਾ, ਉਹਨਾਂ ਸੋਹਣਾ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਆਉਂਦਾ। ਸੋ ਹੁਣ ਇਹ ਲੋਕਾਂ ਨੇ ਤਾਂ ਇਹੀ ਦੇਖਣਾ ਵੀ ਇਹ ਅਸੀਂ ਕਹਿੰਦੇ ਵੀ ਲੋਕਾਂ ਦਾ ਕੰਮ ਹੋਵੇ, ਕਿਤੇ ਇਹ ਨਾ ਹੋਵੇ ਵੀ ਡਰਾਮੇਬਾਜ਼ੀ ਸ਼ੁਰੂ ਹੋ ਜਾਏ, ਲੋਕ ਇਹੀ ਦੇਖਿਆ ਕਰਨ ਵੀ ਡਰਾਮੇਬਾਜ਼ ਕਿਹੜਾ ਵਧੀਆ, ਮਦਾਰੀ ਕਿਹੜਾ ਵਧੀਆ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਅੱਜ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਤੇ ਤੁਸੀਂ ਜੇਕਰ ਰੇਡੀਓ ਪੰਜਾਬ ਟੂਡੇ ਨਾਲ ਆਪਣੇ ਬਿਜ਼ਨਸ ਦੀ ਕੋਈ ਮਸ਼ਹੂਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ 97801 41741 ਦੇ ਉੱਤੇ ਸੰਪਰਕ ਕਰ ਸਕਦੇ ਹੋ।
ਸੋ ਸ਼ੁਕਰੀਆ, ਮਿਹਰਬਾਨੀ। ਸੋ ਜੁੜਦੇ ਹਾਂ ਜੀ ਫਿਰ ਤੁਹਾਡੇ ਨਾਲ।